ਜਦੋਂ ਕਿਸੇ ਬੱਚੇ ਦਾ ਜਨਮ ਹੁੰਦਾ ਹੈ ਤੇ ਕਿਸ ਤਰ੍ਹਾਂ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਉਹ ਵੇਖਣ ਨੂੰ ਮਿਲਦੀਆਂ ਨੇ ਜ਼ਿਆਦਾਤਰ। ਬੱਚਾ ਮੌਕੇ ਤੇ ਨਾਲ ਦੀ ਨਾਲ ਰੋਏ। ਜੇ ਬੱਚਾ ਨਹੀਂ ਰੋਂਦਾ ਤਾਂ ਇਹਦਾ ਮਤਲਬ ਕਿ ਉਸਦੇ ਫੇਫੜੇ ਪੂਰੀ ਤਰ੍ਹਾਂ ਖੁੱਲ੍ਹਦੇ ਨਹੀਂ ਹੈ। ਆਕਸੀਜਨ ਵੱਖ-ਵੱਖ ਆਰਗਨਸ ਦੇ ਵਿੱਚ ਪਹੁੰਚਣੀ ਚਾਹੀਦੀ ਹੈ ਉਸ ਟਾਈਮ 'ਤੇ, ਕਿਉਂਕਿ ਜਦੋਂ ਬੱਚਾ ਪੇਟ ਦੇ ਅੰਦਰ ਹੁੰਦਾ ਉਦੋਂ ਅੰਬਲਾਈਕਲ ਕਾਰਡ ਯਾਨੀ ਕਿ ਨਾੜ ਦੇ ਥਰੂ, ਪਲੇਸੈਂਟਾ ਦੇ ਥਰੂ ਉਸਨੂੰ ਨਿਊਟ੍ਰੀਸ਼ਨ ਮਿਲ ਰਿਹਾ ਹੁੰਦਾ ਹੈ। ਕਈ ਵਾਰੀ ਬੱਚਿਆਂ ਨੂੰ ਦਿਲ ਦੀ ਬਿਮਾਰੀ ਜਿਹੜੀ ਹੈ ਉਹ ਮਾਂ ਦੇ ਪੇਟ ਦੇ ਅੰਦਰ ਹੀ ਲੱਗ ਜਾਂਦੀ ਹੈ ਤੇ ਫਿਰ ਜਦੋਂ ਤੁਹਾਡੇ ਕੋਲ ਇੱਦਾਂ ਦੇ ਕੇਸਿਸ ਵੀ ਆਉਂਦੇ ਹੋਣਗੇ ਉਸ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਟ੍ਰੀਟ ਕਰਦੇ ਹੋ ਜਾਂ ਇਸ ਦਾ ਸਕਸੈਸ ਰੇਟ ਕਿੰਨਾ ਕੁ ਹੁੰਦਾ ਹੈ? ਦੋ ਨਾੜਾਂ ਜਿਹੜੀ ਮੇਨ ਨਾੜਾਂ ਹੁੰਦੀਆਂ ਆਪਣੀਆਂ, ਇੱਕ ਗੰਦਾ ਖੂਨ ਵਾਪਸ ਲੈ ਕੇ ਆਉਂਦੀ ਹੈ ਤੇ ਸਾਫ਼ ਖੂਨ ਹਾਰਟ ਤੋਂ ਲੈ ਕੇ ਜਾਂਦੀ ਹੈ। ਕਈ ਵਾਰੀ ਉਹ ਇੰਟਰਚੇਂਜ ਹੋ ਜਾਂਦੀ ਹੈ ਜੀ, ਤਾਂ ਉਹਦਾ ਵੀ ਸਕਸੈਸ ਰੇਟ ਬਹੁਤ ਹੈ। ਉਹਦਾ ਤੀਜੇ ਚੌਥੇ ਦਿਨ ਆਪਰੇਸ਼ਨ ਹੋ ਜਾਂਦਾ ਬੱਚੇ ਦਾ ਤੇ ਸਕਸੈਸ ਰੇਟ ਅੱਛਾ ਹੈ, ਅੱਛੀ ਲਾਈਫ ਜਿੰਦਾ। ਸਾਡੇ ਸਿਆਣੇ ਬਜ਼ੁਰਗ ਸੀਗੇ ਗੁੜਤੀ ਦੇ ਦਿੰਦੇ ਆ ਜਾਂ ਉਹ ਕਈ ਵਾਰੀ ਸ਼ਹਿਦ ਵਗੈਰਾ ਦੇ ਦਿੰਦੇ ਆ, ਇਹ ਕਿੱਥੋਂ ਤੱਕ ਸਹੀ ਹੈਗਾ? ਜਦੋਂ ਬੱਚਾ ਪੈਦਾ ਹੁੰਦਾ ਹੈ ਟਿਲ 6 ਮਹੀਨੇ 6 months of age ਤੱਕ ਸਿਰਫ ਔਰ ਸਿਰਫ ਬ੍ਰੈਸਟ ਫੀਡਿੰਗ ਹੀ ਦੇਣਾ ਅਸੀਂ ਰਿਕਮੈਂਡ ਕਰਦੇ ਹਾਂ। ਗੁੜਤੀ ਦੇਣਾ ਠੀਕ ਨਹੀਂ ਹੈ ਬਿਕੋਜ਼ ਇਹਦੇ ਨਾਲ ਕਈ ਵਾਰੀ ਬਹੁਤ ਸੀਰੀਅਸ ਇਨਫੈਕਸ਼ਨਸ ਹੋ ਜਾਂਦੀਆਂ ਪੇਟ ਦੀਆਂ ਤੇ ਖੂਨ ਦੀਆਂ। ਸਾਡੇ ਸਮਾਜ ਦੇ ਵਿੱਚ ਬਹੁਤ ਸਾਰੇ ਮਿਥਸ ਨੇ, ਜਿਵੇਂ ਬੱਚੇ ਨੂੰ ਛੋਟੇ ਬੱਚਿਆਂ ਨੂੰ ਕਾਜਲ ਲਗਾ ਦਿੰਦੇ। ਮੈਂ ਪੜ੍ਹੇ ਲਿਖੇ ਲੋਕ ਦੇਖੇ ਆ ਕਾਜਲ ਲਗਾ ਦਿੰਦੇ ਆ, ਟਿੱਕਾ ਲਗਾ ਦਿੰਦੇ ਆ, ਉਹ ਵੀ ਕਿਤੇ ਨਾ ਕਿਤੇ ਬੱਚੇ ਨੂੰ ਇਨਫੈਕਸ਼ਨਸ ਕਰਦੇ ਨੇ। ਜਿਹੜਾ ਕਾਜਲ ਉਹ ਲਗਾਉਂਦੇ ਆ ਇੱਥੇ ਆਪਣੇ ਡਕਟਸ ਹੁੰਦੇ ਆ, ਕਈ ਵਾਰੀ ਉਹ ਬਲੌਕ ਹੋ ਜਾਂਦੇ ਆ, ਅੱਖਾਂ ਦੇ ਵਿੱਚ ਬੱਚੇ ਦੇ ਪਾਣੀ ਭਰਨਾ ਸ਼ੁਰੂ ਹੋ ਜਾਂਦਾ ਹੈ, ਇਨਫੈਕਸ਼ਨ ਹੋ ਜਾਂਦੀ ਹੈ। ਟ੍ਰੈਕੋਮਾ ਨਾਮ ਦੀ ਇੱਕ ਬਿਮਾਰੀ ਹੁੰਦੀ ਹੈ ਉਹ ਕਾਜਲ ਲਗਾਉਣ ਨਾਲ ਹੋ ਜਾਂਦੀ ਹੈ। ਸੋ ਓਬਵੀਅਸਲੀ ਕਾਜਲ ਸੁਰਮਾ ਅਸੀਂ ਕਹਿੰਦੇ ਹਾਂ ਕਿ ਨਹੀਂ ਲਗਾਉਣਾ ਬੱਚੇ ਨੂੰ। ਜਿਹੜੀਆਂ ਮਦਰਸ ਨੇ ਬ੍ਰੈਸਟ ਫੀਡ ਉਹਨਾਂ ਨੇ ਦੇਣੀ ਹੁੰਦੀ ਆ, ਉਹਨਾਂ ਦੀ ਆਪਣੀ ਡਾਇਟ ਵੀ ਜਿਹੜੀ ਆ ਉਹ ਪ੍ਰੋਪਰ ਵਧੀਆ ਹੋਣੀ ਚਾਹੀਦੀ ਹੈ। ਉਹਦੇ ਨਾਲ ਨਾਲ ਅਗਰ ਕਿਸੇ ਮਦਰ ਨੂੰ ਫੀਵਰ ਹੈ ਤਾਂ ਕਿ ਉਹ ਬ੍ਰੈਸਟ ਫੀਡਿੰਗ ਜਿਹੜੀ ਉਹ ਦੇ ਸਕਦੀ ਹੈ। ਕੁਝ ਐਸੀ ਦਵਾਈ ਚੱਲ ਰਹੀ ਹੈ ਉਸ ਫੀਵਰ ਕਰਕੇ ਜੋ ਕਿ ਬ੍ਰੈਸਟ ਮਿਲਕ ਦੇ ਵਿੱਚ ਸਿਕਰੀਟ ਹੋਏਗੀ। ਸੋ ਉਹ ਇੰਡੀਵਿਜੂਅਲ ਕੇਸ ਟੂ ਕੇਸ ਵੇਰੀ ਕਰਦਾ ਹੈ ਕਿ ਬ੍ਰੈਸਟ ਫੀਡਿੰਗ ਅਲਾਉ ਕਰੀਏ ਜਾਂ ਨਾ ਕਰੀਏ। ਇਸ ਏਜ ਤੋਂ ਲੈ ਕੇ ਕਿਸ ਏਜ ਤੱਕ ਜਿਹੜੀ ਹੈ ਬੱਚਿਆਂ ਦੇ ਵਿੱਚ ਵੈਕਸੀਨੇਸ਼ਨ ਚੱਲਦੀ ਹੈ, ਜਾਂ ਕੁਝ ਤਾਂ ਅਡਲਟ ਏਜ 'ਤੇ ਵੀ ਚੱਲਦੀਆਂ ਨੇ ਵੈਕਸੀਨੇਸ਼ਨ, ਪਰ ਅਸੀਂ ਬੱਚਿਆਂ ਦੇ ਲੈਵਲ 'ਤੇ ਗੱਲ ਕਰਦੇ ਹਾਂ। ਬੱਚਾ ਪੈਦਾ ਹੋ ਜਾਂਦਾ ਉਸੇ ਟਾਈਮ ਤੋਂ ਵੈਕਸੀਨੇਸ਼ਨ ਸਟਾਰਟ ਹੋ ਜਾਂਦੀ ਹੈ। ਬੱਚੇ ਦੀ ਜਨਮ 'ਤੇ ਹੀ 2 ਟੀਕੇ ਤੇ ਇੱਕ ਪਿਲਾਨ ਵਾਲੀ ਓਰਲ ਪੋਲੀਓ ਵੈਕਸੀਨ ਆਪਾਂ ਦੇਣੀ ਸ਼ੁਰੂ ਕਰ ਦਿੰਦੇ, ਇੱਕ BCG ਹੈਪੇਟਾਈਟਿਸ B। ਐਵੇਂ ਫਿਰ ਨੈਕਸਟ 6 ਹਫ਼ਤੇ 10 ਹਫ਼ਤੇ 14 ਹਫ਼ਤੇ ਤੇ DPT ਡਿਫਥੀਰੀਆ, ਪਰਟੂਸਿਸ, ਟੈਟਨਸ, ਹੀਮੋਫਿਲਸ ਇਨਫਲੂਐਂਜ਼ੇ, ਨਿਊਮੋਕੋਕਲ, ਰੋਟਾ ਵਾਇਰਸ ਤੇ ਪੋਲੀਓ ਵਾਇਰਸ। ਇਹ 6-7 ਬਿਮਾਰੀਆਂ ਹੈ, ਇਹਨਾਂ ਦੀ ਵੈਕਸੀਨੇਸ਼ਨ ਆਪਾਂ ਕਰਦੇ ਹਾਂ। ਇਹ 6 10 14 ਤੇ ਆਪਾਂ ਰਿਪੀਟਡ ਕਰਦੇ ਹਾਂ। ਇੱਕ ਆਬਜੈਕਟਿਵ ਅਸੈਸਮੈਂਟ, ਕਿਉਂਕਿ ਇੱਕ ਡਾਕਟਰ ਦੇ ਅਕੋਰਡਿੰਗ ਆਟਿਜ਼ਮ ਹੋ ਸਕਦਾ ਹੈ, ਇੱਕ ਦੂਸਰੇ ਦੇ ਅਕੋਰਡਿੰਗ ਨਹੀਂ ਹੋ ਸਕਦਾ। ਸੋ ਇਸ ਨੂੰ ਆਬਜੈਕਟੀਫਾਈ ਕਰਨ ਲਈ ਇੱਕ ਅਸੈਸਮੈਂਟ ਟੂਲਸ ਬਣੇ ਹੋਏ ਹੈ ਵੱਖ-ਵੱਖ ਤਰ੍ਹਾਂ ਦੇ। ਸੋ ਉਹਨਾਂ ਟੂਲਸ ਨੂੰ, ਉਹਨਾਂ ਕੁਐਸਚਨੇਅਰਸ ਨੂੰ ਪੇਰੈਂਟਸ ਨੂੰ ਐਡਮਿਨਿਸਟਰ ਕੀਤਾ ਜਾਂਦਾ, ਪੁੱਛਿਆ ਜਾਂਦਾ, ਮਾਪਿਆਂ ਤੋਂ ਕੁਐਸਚਨਸ ਪੁੱਛੇ ਜਾਂਦੇ ਅਤੇ ਉਹਦੇ ਅਕੋਰਡਿੰਗ ਸਕੋਰਿੰਗ ਹੁੰਦੀ ਹੈ ਬੱਚੇ ਦੀ, ਅਤੇ ਉਸ ਦੇ ਅਕੋਰਡਿੰਗ ਆਪਾਂ ਡਿਸਾਈਡ ਕਰਦੇ ਹਾਂ ਕਿ ਹਾਂਜੀ ਬੱਚੇ ਨੂੰ ਆਟਿਜ਼ਮ ਹੈ ਜਾਂ ਨਹੀਂ ਹੈ, ਅਤੇ ਅਗਰ ਹੈ ਤਾਂ ਮਾਈਲਡ ਹੈ, ਜ਼ਿਆਦਾ ਹੈ ਜਾਂ ਬਹੁਤ ਜ਼ਿਆਦਾ ਹੈ। ਮਾਈਲਡ, ਮੋਡਰੇਟ, ਸੀਵੀਅਰ ਦੇ ਵਿੱਚ ਆਪਾਂ ਉਸ ਨੂੰ ਕਲਾਸੀਫਾਈ ਕਰਦੇ ਹਾਂ। ਆਟਿਜ਼ਮ ਦੀ ਗੱਲ ਕੀਤੀ ਹੈ, ਕੁਝ ਪੇਸ਼ੈਂਟ ਸਾਡੇ ਕੋਲ ਮੈਂਟਲੀ ਰਿਟਾਰਡਡ ਵੀ ਆਉਂਦੇ ਹੋਣਗੇ। ਕਿਸ ਤਰੀਕੇ ਦੇ ਨਾਲ ਤੁਸੀਂ ਫਿਰ ਪੇਰੈਂਟਸ ਨੂੰ ਡੀਲ ਕਰਦੇ ਹੋ? ਕਿਸ ਤਰੀਕੇ ਦੇ ਨਾਲ ਮੋਟੀਵੇਟ ਕਰਦੇ ਹੋ? ਉਹਨਾਂ ਨੂੰ ਕਿਵੇਂ ਕਨਵਿੰਸ ਕਰਦੇ ਹੋ? ਕੋਈ ਐਵੇਂ ਜ਼ਬਰਦਸਤੀ ਤਾਂ ਆਪਾਂ ਕਰ ਨਹੀਂ ਸਕਦੇ ਕਿ ਤੁਸੀਂ ਥੈਰੇਪੀ ਸਟਾਰਟ ਕਰੋ, ਤਾਂ ਓਬਵੀਅਸਲੀ ਉਹਨਾਂ ਨੂੰ ਬੈਠ ਕੇ ਸਮਝਾਉਣਾ, ਅੱਧਾ ਘੰਟਾ, ਪੌਣਾ ਘੰਟਾ ਅਗਰ ਉਹਨਾਂ ਨੂੰ ਔਨ ਬੋਰਡ ਲੈਣਾ, ਸਾਰੀ ਫੈਮਿਲੀ ਦੇ ਨਾਲ ਓਵਰਆਲ ਡਿਸਕਸ ਕਰਨਾ, ਇੱਕ ਮੈਂਬਰ ਨੂੰ ਔਨ ਬੋਰਡ ਲੈਣਾ, ਇਹ ਜ਼ਰੂਰੀ ਹੈ। ਕਿਤੇ ਨਾ ਕਿਤੇ ਉਹਨਾਂ ਦੇ ਸੁਭਾਅ ਦੇ ਵਿੱਚ ਵੀ ਤਬਦੀਲੀ ਹੈ। ਜਦੋਂ ਅਕਸਰ ਪੇਰੈਂਟਸ ਨੂੰ ਦੇਖਿਆ ਜਾਂਦਾ ਹੈ ਕਿ ਉਹ ਮਨਾ ਕਰਦੇ ਆ ਅਤੇ ਉਹ ਬੱਚੇ ਬਹੁਤ ਜ਼ਿਆਦਾ ਅਗਰੈਸਿਵ ਹੋ ਜਾਂਦੇ ਆ ਜਾਂ ਚਿੜਚਿੜਾਪਨ ਆ ਜਾਂਦਾ ਹੈ, ਜਾਂ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਫੋਕਸ ਨਹੀਂ ਬੱਚਿਆਂ ਦਾ ਰਹਿੰਦਾ, ਉਹ ਸਟੱਡੀ ਦੇ ਵਿੱਚ ਫੋਕਸ ਨਹੀਂ ਕਰ ਪਾਉਂਦੇ, ਇੱਕ ਮਤਲਬ ਆਦਤ ਬਣ ਜਾਂਦੀ ਹੈ, ਹੈਬਿਟ ਬਣ ਜਾਂਦੀ ਹੈ। ਕੀ ਕਹਿਣਾ ਚਾਹੋਗੇ?
ਦੂਸਰੇ ਟਾਈਪ ਦੇ ਨੁਕਸਾਨ ਹੈ ਕਿ ਬੱਚੇ ਫਿਜ਼ੀਕਲ ਐਕਟੀਵਿਟੀ ਕਰਨਾ ਬੰਦ ਕਰ ਦਿੱਤਾ ਜਾਂ ਘਟਾਤਾ ਬੱਚਿਆਂ ਨੇ, ਉਹਦੇ ਕਰਕੇ ਵੇਟ ਇਸ਼ੂਜ਼, ਮੈਂਟਲ ਹੈਲਥ ਇਸ਼ੂਜ਼, ਪਿਊਬਰਟਲ ਇਸ਼ੂਜ਼, ਇਹ ਸਾਰੇ ਇਸ਼ੂਜ਼ ਬਹੁਤ ਜ਼ਿਆਦਾ ਆਉਣ ਲੱਗ ਗਏ ਹੈ ਫਿਜ਼ੀਕਲ ਐਕਟੀਵਿਟੀ ਘਟਾਉਣ ਦੇ ਨਾਲ। ਜਦੋਂ ਅਸੀਂ ਬਿਲਕੁਲ ਛੋਟੇ ਬੱਚਿਆਂ ਦੀ ਗੱਲ ਕਰਦੇ ਹਾਂ ਕਿ ਛੋਟੇ ਬੱਚਿਆਂ ਦੀ ਪਹਿਲੀ ਸਰਦੀ ਜਿਹੜੀ ਹੈ ਜਾਂ ਪਹਿਲੀ ਗਰਮੀ ਹੈ ਉਹ ਬੜੀ ਨਾਜ਼ੁਕ ਹੁੰਦੀ ਹੈ ਜੀ, ਬੱਚੇ ਬਿਮਾਰ ਜ਼ਰੂਰ ਹੁੰਦੇ ਆ, ਇਹ ਮਿੱਥ ਹੈ? ਬਹੁਤ ਸਾਰੇ ਸੀਜ਼ਨ ਆਉਂਦੇ ਆ, ਗਰਮੀਆਂ, ਸਰਦੀਆਂ, ਫਿਰ ਪੋਸਟ ਮੌਨਸੂਨ, ਮੌਨਸੂਨ। ਸੋ ਹਰ ਸੀਜ਼ਨ ਦੀ ਆਪਣੀ ਯੂਨੀਕ ਪ੍ਰੋਬਲਮਸ ਰਹਿੰਦੀਆਂ ਜਨਰਲੀ, ਜਿਵੇਂ ਕਿ ਵਿੰਟਰਸ ਦੇ ਵਿੱਚ ਜ਼ਿਆਦਾਤਰ ਦੇਖਿਆ ਗਿਆ ਕਿ ਬਰੀਦਿੰਗ ਪ੍ਰੋਬਲਮਸ, ਨਿਮੋਨੀਆ, ਕਾਮਨ ਕੋਲਡ, ਫਲੂ, ਇਹ ਜ਼ਿਆਦਾਤਰ ਦੇਖਿਆ ਗਿਆ ਹੈ। ਵਾਇਰਸਿਸ ਦੀ ਜਿਹੜੀ ਰੈਸਪੀਰੇਟਰੀ ਵਾਇਰਸਿਸ ਦੀ ਇਨਫੈਕਸ਼ਨ ਜ਼ਿਆਦਾ ਦੇਖੀ ਗਈ ਹੈ। ਐਵੇਂ ਗਰਮੀ ਦੇ ਸੀਜ਼ਨ ਦੇ ਵਿੱਚ ਇਹ ਦੇਖਿਆ ਗਿਆ ਕਿ ਹੈਪੇਟਾਈਟਿਸ, ਲੀਵਰ ਦੀ ਇਨਫੈਕਸ਼ਨ। ਦਾ ਅਨਮਿਊਟ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਮੈਂ ਹਾਂ ਸੁਖਬੀਰ ਕੌਰ। ਦਾ ਅਨਮਿਊਟ ਦਾ ਸਪੈਸ਼ਲ ਸ਼ੋਅ ਹੈਲਥ ਟਾਕਸ, ਜਿਸ ਦੇ ਵਿੱਚ ਅਸੀਂ ਤੁਹਾਨੂੰ ਵੱਖ-ਵੱਖ ਡਾਕਟਰ, ਮਾਹਿਰ ਮਹਿਮਾਨਾਂ ਦੇ ਨਾਲ ਮਿਲਾਉਂਦੇ ਹਾਂ ਅਤੇ ਤੁਹਾਡੀ ਜਾਣਕਾਰੀ ਦੇ ਵਿੱਚ ਇਜ਼ਾਫਾ ਕਰਦੇ ਹਾਂ। ਅੱਜ ਦਾ ਪ੍ਰੋਗਰਾਮ ਹੈ ਬਹੁਤ ਹੀ ਖਾਸ, ਕਿਉਂਕਿ ਅੱਜ ਸਾਡੇ ਸਟੂਡੀਓ ਦੇ ਵਿੱਚ ਜਿਹੜੇ ਮਹਿਮਾਨ ਆਏ ਨੇ ਉਹ ਨੇ ਡਾਕਟਰ ਦੀਪਾਂਕਰ ਬਾਂਸਲ, ਪੀਡੀਆਟ੍ਰੀਸ਼ੀਅਨ ਨੇ, ਨਾਲ ਦੇ ਨਾਲ MBBS ਨੇ, MD ਪੀਡੀਆਟ੍ਰਿਕ ਨੇ ਅਤੇ DM ਨੇ। ਸਰ, ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਆਪਣੇ ਸਟੂਡੀਓ ਦੇ ਵਿੱਚ। ਧੰਨਵਾਦ ਮੈਮ, ਮੈਨੂੰ ਇਸ ਕਾਰਿਆਕਰਮ ਦੇ ਵਿੱਚ ਭਾਗ ਲੈਣ ਦਾ ਮੌਕਾ ਦੇਣ ਲਈ, ਅਤੇ ਦਾ ਅਨਮਿਊਟ ਦੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਸਵਾਗਤ। ਉਮੀਦ ਹੈ ਕਿ ਉਹਨਾਂ ਦੀ ਜਾਣਕਾਰੀ ਦੇ ਵਿੱਚ ਇਜ਼ਾਫਾ ਹੋਏਗਾ ਅੱਜ ਦੇ ਆਪਣੇ ਪ੍ਰੋਗਰਾਮ ਨੂੰ ਸੁਣਨ ਤੋਂ ਬਾਅਦ। ਔਰ ਤੁਸੀਂ ਬੱਚਿਆਂ ਦੇ ਮਾਹਿਰ ਹੋ, ਬੱਚਿਆਂ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ਹੋ, ਔਰ ਜਦੋਂ ਅਸੀਂ ਬੱਚਿਆਂ ਦੀ ਗੱਲ ਕਰਦੇ ਹਾਂ ਤਾਂ ਇਹ ਜਿਹੜਾ ਵਿਸ਼ਾ ਬਹੁਤ ਸੰਜੀਦਾ ਹੋ ਜਾਂਦਾ ਹੈ, ਕਿਉਂਕਿ ਜਦੋਂ ਕਿਸੇ ਬੱਚੇ ਦਾ ਘਰ ਦੇ ਵਿੱਚ ਜਨਮ ਹੁੰਦਾ ਹੈ, ਉੱਥੇ ਜਿੱਥੇ ਖੁਸ਼ੀਆਂ ਆਉਂਦੀਆਂ ਨੇ, ਚਾਅ ਆਉਂਦੇ ਨੇ, ਬਹੁਤ ਸਾਰੇ ਸਲਾਹਾਂ ਵੀ, ਬਹੁਤ ਸਾਰੀਆਂ ਸੁਜੈਸ਼ਨਸ ਵੀ, ਬਹੁਤ ਸਾਰੇ ਮਿੱਥ ਵੀ ਜਿਹੜੇ ਨੇ ਨਾਲ ਦੇ ਨਾਲ ਜਨਮ ਲੈਂਦੇ ਨੇ। ਔਰ ਹਰ ਬੱਚੇ ਦੀ ਜਿਹੜੀ ਏਜ ਗਰੋਇੰਗ ਹੈ ਜਾਂ ਅਸੀਂ ਉਹਦਾ ਗਰੋਇੰਗ ਪੀਰੀਅਡ ਦੇਖ ਲਈਏ ਅਤੇ ਇੰਡੀਵਿਜੂਅਲੀ ਡਿਪੈਂਡ ਕਰਦਾ ਸਾਰਾ ਦਾ ਸਾਰਾ। ਸੋ ਅੱਜ ਅਸੀਂ ਗੱਲ ਕਰਾਂਗੇ ਬੱਚਿਆਂ ਦੇ ਜਨਮ ਤੋਂ ਸ਼ੁਰੂ ਹੋਵਾਂਗੇ ਕਿ ਜਦੋਂ ਕਿਸੇ ਬੱਚੇ ਦਾ ਜਨਮ ਹੁੰਦਾ ਹੈ ਅਤੇ ਕਿਸ ਤਰ੍ਹਾਂ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਉਹ ਵੇਖਣ ਨੂੰ ਮਿਲਦੀਆਂ ਨੇ ਜ਼ਿਆਦਾਤਰ। ਇਹ ਸਭ ਤੋਂ ਪਹਿਲਾਂ ਤਾਂ ਜਦੋਂ ਬੱਚੇ ਦਾ ਜਨਮ ਹੁੰਦਾ ਹੈ, ਇਹ ਇੰਪੋਰਟੈਂਟ ਹੁੰਦਾ ਹੈ ਕਿ ਬੱਚਾ ਮੌਕੇ 'ਤੇ ਨਾਲ ਦੀ ਨਾਲ ਰੋਏ। ਜੇ ਬੱਚਾ ਨਹੀਂ ਰੋਂਦਾ ਤਾਂ ਇਹਦਾ ਮਤਲਬ ਕਿ ਉਸਦੇ ਫੇਫੜੇ ਪੂਰੀ ਤਰ੍ਹਾਂ ਖੁੱਲ੍ਹਦੇ ਨਹੀਂ ਹੈ, ਆਕਸੀਜਨ ਵੱਖ-ਵੱਖ ਔਰਗਨਸ ਦੇ ਵਿੱਚ ਪਹੁੰਚਣੀ ਚਾਹੀਦੀ ਹੈ ਉਸ ਟਾਈਮ 'ਤੇ, ਕਿਉਂਕਿ ਜਦੋਂ ਬੱਚਾ ਪੇਟ ਦੇ ਅੰਦਰ ਹੁੰਦਾ ਉਦੋਂ ਅੰਬਲਾਈਕਲ ਕਾਰਡ ਯਾਨੀ ਕਿ ਨਾੜ ਦੇ ਥਰੂ, ਪਲੇਸੈਂਟਾ ਦੇ ਥਰੂ ਉਸਨੂੰ ਨਿਊਟ੍ਰੀਸ਼ਨ ਮਿਲ ਰਿਹਾ ਹੁੰਦਾ। ਜਦੋਂ ਬੱਚੇ ਦਾ ਜਨਮ ਹੋ ਗਿਆ, ਹੁਣ ਆਪਾਂ ਉਸ ਨਾੜ ਨੂੰ ਕੱਟਤਾ ਤਾਂ ਉਸਨੂੰ ਹੁਣ ਨਿਊਟ੍ਰੀਸ਼ਨ ਕਿਵੇਂ ਮਿਲੇਗਾ ਜਾਂ ਆਕਸੀਜਨ ਜਾਂ ਨਿਊਟ੍ਰੀਐਂਟਸ ਉਹਨੂੰ ਕਿਵੇਂ ਮਿਲਣਗੇ? ਤਾਂ ਉਹ ਬੱਚਾ ਕਰਾਈ ਕਰਦਾ ਹੈ, ਜਿਸ ਦੇ ਨਾਲ ਉਸਦੇ ਫੇਫੜੇ ਓਪਨ ਅਪ ਹੁੰਦੇ ਆ ਅਤੇ ਆਕਸੀਜਨ ਸਰੀਰ ਦੇ ਅੰਦਰ ਜਾਣੀ ਸ਼ੁਰੂ ਹੁੰਦੀ ਹੈ। ਉਹ ਆਕਸੀਜਨ ਵੇਰੀਅਸ ਆਪਣੇ ਵੱਖ-ਵੱਖ ਔਰਗਨਸ 'ਤੇ ਜਾਂਦੀ ਹੈ। ਸੋ ਇਹ ਇੰਪੋਰਟੈਂਟ ਹੈ ਕਿ ਬੱਚਾ ਇਮੀਡੀਏਟਲੀ ਰੋਏ। ਅਗਰ ਬੱਚਾ ਨਹੀਂ ਰੋਂਦਾ ਤਾਂ ਜਦੋਂ ਜਿਹੜਾ ਬੱਚਿਆਂ ਦਾ ਡਾਕਟਰ ਉਸ ਟਾਈਮ 'ਤੇ ਡਿਲੀਵਰੀ ਨੂੰ ਅਟੈਂਡ ਕਰ ਰਿਹਾ ਹੁੰਦਾ, ਉਹ ਉਸਨੂੰ ਓਪਰੀ ਸਾਹ ਦੇ ਕੇ ਜਾਂ ਉਸਨੂੰ ਗਲੇ ਦੇ ਵਿੱਚ ਉਸਦੇ ਟਿਊਬ ਡਾਲ ਕੇ ਵੈਂਟੀਲੇਟਰ 'ਤੇ ਪਾ ਕੇ ਉਸ ਟਾਈਮ 'ਤੇ ਉਸਨੂੰ ਸਾਹ ਦੇਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕਿ ਉਸਦੇ ਫੇਫੜੇ ਖੁੱਲ੍ਹਣ ਅਤੇ ਉਸਦਾ ਸਾਰਾ ਸਿਸਟਮ ਸਟਾਰਟ ਹੋਵੇ। ਡਾਕਟਰ ਸਾਹਿਬ, ਕੁਛ ਬੱਚੇ ਜਿਹੜੇ ਨੇ ਪ੍ਰੀ ਮੈਚੋਰ ਬੇਬੀਜ਼ ਜਿਹੜੇ ਪੈਦਾ ਹੁੰਦੇ ਨੇ ਉਹਨਾਂ ਨੂੰ ਇਨਕੂਬੇਟਰ 'ਤੇ ਰੱਖਿਆ ਜਾਂਦਾ ਹੈਗਾ, ਕਿੰਨਾ ਕੁ ਸਕਸੈਸ ਰੇਟ ਹੈਗਾ ਮਤਲਬ ਉਸ ਚੀਜ਼? ਅੱਜ ਕੱਲ੍ਹ ਦੇਖੋ ਸਾਇੰਸ ਦੀ ਜਿਵੇਂ ਜਿਵੇਂ ਆਪਣੇ ਹੈਲਥ ਸਿਸਟਮ ਇੰਪਰੂਵ ਹੋ ਰਿਹਾ ਹੈ ਤਾਂ ਪ੍ਰੀ ਟਰਮ ਬੱਚੇ, ਈਵਨ 500 ਗ੍ਰਾਮ ਦੇ ਬੱਚੇ ਵੀ ਅੱਜ ਕੱਲ੍ਹ ਸਾਡੇ ਕੋਲ ਜਦੋਂ ਆਉਂਦੇ ਆ, ਉਹ ਜਦੋਂ 10th ਕਲਾਸ ਦੇ ਬੋਰਡ ਦੇ ਐਗਜ਼ਾਮਸ ਹੋ ਜਾਂਦੇ ਆ ਉਹਨਾਂ ਦੇ, ਜਦੋਂ ਉਹਨਾਂ ਦੇ ਮਾਂ ਬਾਪ ਮਿਠਾਈ ਦੇਣ ਆਉਂਦੇ ਆ ਤਾਂ ਦੇਖ ਕੇ ਹੈਰਾਨੀ ਵੀ ਹੁੰਦੀ ਹੈ ਅਤੇ ਪ੍ਰਾਊਡ ਵੀ ਫੀਲ ਹੁੰਦਾ ਕਿ ਦੇਖੋ ਕਿ ਇਹ ਕਿੱਥੋਂ ਦੀ ਇਸਨੇ ਆਪਣੀ ਜਰਨੀ ਸਟਾਰਟ ਕੀਤੀ ਸੀ ਅਤੇ ਹੁਣ ਕਿੱਥੇ ਤੱਕ ਪਹੁੰਚ ਗਿਆ। ਉਸ ਟਾਈਮ 'ਤੇ ਕਈ ਪ੍ਰੋਬਲਮਸ ਆਉਂਦੀਆਂ ਉਸਨੂੰ। ਇੱਕ ਤਾਂ ਪ੍ਰੀ ਮੈਚੋਰ ਬੱਚਾ ਹੈ, ਬੱਚੇ ਦੇ ਅੰਦਰ ਫੈਟ ਨਹੀਂ ਹੈ, ਫੈਟ ਨਾ ਹੋਣ ਕਰਕੇ, ਚਰਬੀ ਨਾ ਹੋਣ ਕਰਕੇ ਉਹ ਆਪਣਾ ਟੈਂਪਰੇਚਰ ਆਪ ਮੇਨਟੇਨ ਨਹੀਂ ਕਰ ਪਾਉਂਦਾ ਜੀ। ਉਹਦੀ ਸਰੀਰ ਠੰਡਾ ਹੋਣ ਲੱਗ ਜਾਂਦਾ, ਜਿਸ ਕਰਕੇ ਉਸਨੂੰ ਆਪਾਂ ਫਿਰ ਮੌਕੇ 'ਤੇ ਇਨਕਿਊਬੇਟਰ ਜਾਂ ਫਿਰ ਵਾਰਮਰ ਦੇ ਨੀਚੇ ਰੱਖਦੇ ਹਾਂ। ਦੂਸਰੀ ਦਿੱਕਤ ਇਹ ਹੈ ਕਿ ਬੱਚੇ ਦੇ ਉਸ ਟਾਈਮ 'ਤੇ ਫੇਫੜੇ ਪ੍ਰੋਪਰ ਬਣੇ ਨਹੀਂ ਹੁੰਦੇ, ਉਹਦੇ ਸਾਰੇ ਔਰਗਨਸ ਹੀ ਨਹੀਂ ਬਣੇ ਹੁੰਦੇ। ਫੇਫੜੇ ਦੀ ਆਪਾਂ ਮੇਨ ਗੱਲ ਇਸ ਲਈ ਕਰ ਰਹੇ ਹਾਂ ਬਿਕੋਜ਼ ਜਦੋਂ ਆਪਣਾ ਬਾਡੀ ਦਾ ਜਿਹੜਾ ਸਿਸਟਮ ਹੈ ਉਹ ਸਾਹ ਦੇ ਨਾਲ ਸਟਾਰਟ ਹੁੰਦਾ। ਕੋਈ ਜੇ ਬੱਚੇ ਦਾ ਫੇਫੜਾ ਨਹੀਂ ਬਣਿਆ
ਤਾਂ ਬੱਚੇ ਨੂੰ ਸਾਹ ਹੀ ਨਹੀਂ ਆਏਗਾ। ਜੇ ਸਾਹ ਨਹੀਂ ਆਏਗਾ ਤਾਂ ਜਿਵੇਂ ਆਪਾਂ ਗੱਲ ਕਰ ਚੁੱਕੇ ਹਾਂ, ਤਾਂ ਜਿਹੜੇ ਵੱਖ-ਵੱਖ ਔਰਗਨਸ ਹੈ ਉੱਥੇ ਉਸਦੇ ਆਕਸੀਜਨ ਦੀ ਸਪਲਾਈ ਅਫੈਕਟ ਹੋ ਜਾਏਗੀ। ਤਾਂ ਜੇ ਫੇਫੜੇ ਨਹੀਂ ਬਣੇ ਹੁੰਦੇ ਤਾਂ ਕਈ ਵਾਰੀ ਆਪਾਂ ਨੂੰ ਉੱਪਰੋਂ ਦੀ ਦਵਾਈ ਦੇਣੀ ਪੈਂਦੀ ਹੈ, ਉਸਨੂੰ ਸਰਫੈਕਟੈਂਟ ਕਹਿੰਦੇ ਆ, ਉਹ ਫੇਫੜੇ ਡਿਵੈਲਪ ਕਰਾਉਣ ਵਾਸਤੇ। ਅਤੇ ਕਈ ਵਾਰੀ ਵੈਂਟੀਲੇਟਰ ਜਾਂ ਫਿਰ ਛੋਟਾ ਵੈਂਟੀਲੇਟਰ ਜਿਸ ਨੂੰ ਆਪਾਂ CPAP ਕਹਿ ਦਿੰਦੇ ਹਾਂ, ਉਸ 'ਤੇ ਕਈ ਵਾਰੀ ਛੋਟੇ ਬੱਚੇ ਕਾਫੀ ਦਿਨ ਰਹਿੰਦੇ ਆ। ਇਵੈਂਚੁਅਲੀ ਸਾਰਿਆਂ ਦੀ ਮਿਹਨਤ ਨਾਲ, ਡਾਕਟਰਸ, ਨਰਸਿਸ, ਪੈਰਾਮੈਡੀਕਲ ਸਟਾਫ ਦੀ ਮਿਹਨਤ ਨਾਲ ਇਹ ਬੱਚੇ ਨਿਕਲ ਜਾਂਦੇ ਆ ਇਸ ਸਿਚੁਏਸ਼ਨ ਤੋਂ। ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕੀਤੀ ਹੈ। ਜੇਕਰ ਅਸੀਂ ਥੋੜ੍ਹੇ ਜਿਹੇ ਸਮੇਂ ਦੀ ਹੀ ਗੱਲ ਕਰੀਏ, ਅੱਜ ਜਦੋਂ ਬੱਚਾ ਜਿਹੜਾ ਹੈ ਮਾਂ ਦੀ ਕੋਖ ਦੇ ਵਿੱਚ ਹੀ ਹੁੰਦਾ ਹੈ ਤਾਂ ਬਹੁਤ ਸਾਰੇ ਅਲਟਰਾਸਾਊਂਡ ਜਿਹੜੇ ਟੈਸਟ ਨੇ ਉਹ ਕੀਤੇ ਜਾਂਦੇ ਨੇ। ਕਲਰ ਡੋਪਲਰ ਸਕੈਨ ਸਾਡੇ ਕੋਲ ਆ ਗਈਆਂ, ਬੱਚੇ ਦੀ ਹਾਰਟ ਬੀਟ ਹੈ। ਕਈ ਵਾਰੀ ਬੱਚਿਆਂ ਨੂੰ ਦਿਲ ਦੀ ਬਿਮਾਰੀ ਜਿਹੜੀ ਹੈ ਉਹ ਮਾਂ ਦੇ ਪੇਟ ਦੇ ਅੰਦਰ ਹੀ ਲੱਗ ਜਾਂਦੀ ਹੈ, ਅਤੇ ਫਿਰ ਜਦੋਂ ਤੁਹਾਡੇ ਕੋਲ ਇੱਦਾਂ ਦੇ ਕੇਸਿਸ ਵੀ ਆਉਂਦੇ ਹੋਣਗੇ, ਉਸ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਟਰੀਟ ਕਰਦੇ ਹੋ, ਜਾਂ ਇਸ ਦਾ ਸਕਸੈਸ ਰੇਟ ਕਿੰਨਾ ਕੁ ਹੁੰਦਾ ਹੈ? ਅੱਜ ਕੱਲ੍ਹ ਦੇਖੋ, ਡਿਪੈਂਡ ਕਰਦਾ ਹੈ ਕਿ ਕਿੰਨੀ ਕੁ ਦਿੱਕਤ ਹੈ, ਦਿਲ ਦੇ ਬਣਾਵਟੀ ਦਿੱਕਤ ਕਿੰਨੀ ਕੁ ਹੈ। ਅਗਰ ਹੋਲ ਹੈ ਦਿਲ ਦੇ ਵਿੱਚ ਤਾਂ ਉਹਦਾ ਸਕਸੈਸ ਰੇਟ ਬਹੁਤ ਅੱਛਾ ਹੈ। ਕਈ ਵਾਰੀ ਦੋ ਨਾੜਾਂ, ਜਿਹੜੀ ਮੇਨ ਨਾੜਾਂ ਹੁੰਦੀਆਂ ਆਪਣੀਆਂ, ਇੱਕ ਗੰਦਾ ਖੂਨ ਵਾਪਸ ਲੈ ਕੇ ਆਉਂਦੀ ਹੈ ਅਤੇ ਸਾਫ਼ ਖੂਨ ਹਾਰਟ ਤੋਂ ਲੈ ਕੇ ਜਾਂਦੀ ਹੈ। ਕਈ ਵਾਰੀ ਉਹ ਇੰਟਰਚੇਂਜ ਹੋ ਜਾਂਦੀਆਂ ਜੀ, ਤਾਂ ਉਹਦਾ ਵੀ ਸਕਸੈਸ ਰੇਟ ਬਹੁਤ ਹੈ। ਉਹਦਾ ਤੀਜੇ ਚੌਥੇ ਦਿਨ ਆਪਰੇਸ਼ਨ ਹੋ ਜਾਂਦਾ ਬੱਚੇ ਦਾ, ਅਤੇ ਸਕਸੈਸ ਰੇਟ ਅੱਛਾ ਹੈ, ਅੱਛੀ ਲਾਈਫ ਜਿੰਦਾ। ਐਵੇਂ ਹੀ ਕਈ ਵਾਰੀ ਇਹ ਮੰਨ ਲਓ ਕਿ ਜਿਸ ਨਾੜ ਤੋਂ ਗੰਦਾ ਖੂਨ ਵਾਪਿਸ ਆਉਣਾ, ਕਈ ਵਾਰੀ ਉਹ ਦੂਸਰੀ ਸਾਈਡ ਲੱਗੀ ਹੁੰਦੀ ਹੈ, ਤਾਂ ਇਹਦਾ ਵੀ ਆਪਰੇਸ਼ਨ ਹੋ ਜਾਂਦਾ, ਅਤੇ ਸਕਸੈਸ ਰੇਟ ਠੀਕ ਹੈ ਇਸ ਦਾ ਵੀ। ਡਾਕਟਰ ਸਾਹਿਬ, ਮੈਂ ਤੁਹਾਨੂੰ ਜਿੰਨੀਆਂ ਵੀ ਗੱਲਾਂ ਪੁੱਛ ਰਹੀ ਹਾਂ ਜਾਂ ਜਿੰਨੇ ਵੀ ਇਸ ਟਾਈਮ 'ਤੇ ਸਵਾਲ ਕਰ ਰਹੀ ਹਾਂ, ਇਹ ਅਕਸਰ ਜਿਹੜੇ ਕੁਐਸਚਨ ਨੇ ਸਾਨੂੰ ਨੋਰਮਲੀ ਸਮਾਜ ਦੇ ਵਿੱਚ ਦੇਖਣ ਨੂੰ ਮਿਲਦੇ ਨੇ, ਜਾਂ ਪਰਸਨਲ ਤਜਰਬੇ ਦੇ ਬੇਸ 'ਤੇ ਗੱਲ ਕਰ ਰਹੀ ਹਾਂ। ਇਹਦੇ ਵਿੱਚੋਂ ਇੱਕ ਜਿਹੜੀ ਪ੍ਰੋਬਲਮ ਹੈਗੀ ਹੈ, ਕਈ ਬੱਚੇ ਜਿਹੜੇ ਹੁੰਦੇ ਆ ਉਹ ਸਟੂਲ ਪਾਸ ਨਹੀਂ ਕਰ ਪਾਉਂਦੇ, ਇੱਦਾਂ ਦੀਆਂ ਵੀ ਪ੍ਰੋਬਲਮਸ ਹੁੰਦੀਆਂ ਨੇ। ਤੁਹਾਡੇ ਕੋਲ ਜਿਹੜੇ ਬੱਚੇ ਆਉਂਦੇ ਨੇ, ਜਨਮਜਾਤ ਦੀ ਅਸੀਂ ਗੱਲ ਕਰਦੇ ਹਾਂ, ਉਹ ਕਿਸ ਤਰ੍ਹਾਂ ਦੀ ਬਿਮਾਰੀ ਦੇ ਜ਼ਿਆਦਾਤਰ ਕੇਸਿਸ ਵੇਖਣ ਨੂੰ ਮਿਲਦੇ ਆ? ਦੇਖੋ, ਕਈ ਵਾਰੀ ਜਿਵੇਂ ਤੁਸੀਂ ਦੱਸਿਆ ਕਿ ਪੋਟੀ ਕਰਨ ਵਾਲੀ ਉਸਦੀ ਬੱਚੇ ਦੀ ਸਟੂਲ ਪਾਸ ਕਰਨ ਵਾਲੀ ਜਗ੍ਹਾ ਨਹੀਂ ਬਣੀ ਹੋਈ, ਉਸਨੂੰ ਆਪਾਂ ਮੈਡੀਕਲ ਟਰਮ ਦੇ ਵਿੱਚ ਐਨਲ ਐਟਰੀਸ਼ੀਆ ਬੋਲ ਦਿੰਦੇ ਹਾਂ, ਮਤਲਬ ਕਿ ਜਿਹੜੀ ਜਗ੍ਹਾ ਹੈ ਉਹ ਬਣੀ ਨਹੀਂ ਹੋਈ। ਤਾਂ ਇਸ ਦਾ ਆਪਰੇਸ਼ਨ ਹੁੰਦਾ, ਬੇਸਿਕਲੀ ਬਰਥ 'ਤੇ ਆਪਰੇਸ਼ਨ ਕਰਨਾ ਪੈਂਦਾ, ਬਿਕੋਜ਼ ਉਹ ਜਗ੍ਹਾ ਤਾਂ ਇੱਕਦਮ ਬਣਾਉਣੀ ਪਏਗੀ। ਤਾਂ ਉਹ ਮਲਟੀ ਸਟੇਜਡ ਆਪਰੇਸ਼ਨ ਹੈ, ਉਹਦੇ ਵਿੱਚ ਡਾਕਟਰਸ, ਨਰਸਿਸ ਐਜ਼ ਵੈਲ ਐਜ਼ ਮਾਪਿਆਂ ਦਾ ਬਹੁਤ ਰੋਲ ਰਹਿੰਦਾ ਹੈ। 1-1.5 ਸਾਲ ਲੱਗ ਜਾਂਦਾ ਹੈ। ਮਲਟੀ ਸਟੇਜ ਆਪਰੇਸ਼ਨ ਹੁੰਦੇ ਆ। ਪਹਿਲਾਂ ਇੱਕ ਆਪਰੇਸ਼ਨ ਹੁੰਦਾ ਹੈ, ਫਿਰ ਥੋੜ੍ਹਾ ਬੱਚਾ ਬੜਾ ਹੋ ਜਾਂਦਾ ਹੈ, ਫਿਰ ਪਹਿਲਾਂ ਕੱਚਾ ਰਸਤਾ ਬਣਾਇਆ ਜਾਂਦਾ ਹੈ ਉਸ ਚੀਜ਼ ਦਾ, ਫਿਰ ਜਦੋਂ ਬੱਚਾ ਥੋੜ੍ਹਾ ਜਿਹਾ ਬੜਾ ਹੋ ਜਾਂਦਾ ਹੈ, ਫਿਰ ਉਹਦਾ ਪੱਕਾ ਰਸਤਾ ਬਣਾਇਆ ਜਾਂਦਾ ਹੈ। ਸੋ ਓਬਵੀਅਸਲੀ ਇਹ ਪ੍ਰੋਬਲਮ ਵਾਲੀ ਚੀਜ਼ਾਂ ਤਾਂ ਹੈ, ਲੇਕਿਨ ਐਵੇਂ ਨਹੀਂ ਹੈ ਕਿ ਇਹਨਾਂ ਦੇ ਵਿੱਚ ਕੋਈ ਉਮੀਦ ਨਹੀਂ ਹੈ। ਐਵੇਂ ਕਈ ਵਾਰੀ ਫੂਡ ਪਾਈਪ ਨਹੀਂ ਬਣੀ ਹੁੰਦੀ ਬੱਚੇ ਦੀ, ਇਹ ਵੀ ਮਲਟੀ ਸਟੇਜ ਆਪਰੇਸ਼ਨ ਹੈ। ਇੱਕ ਟਾਈਮ ਤਾਂ ਉਸਨੂੰ, ਬੱਚੇ ਨੂੰ ਫੀਡ ਦੇਣ ਵਾਸਤੇ ਆਪਾਂ ਇੱਕ ਟੈਂਪਰੇਰੀ ਰਸਤਾ ਬਣਾ ਦਿੰਦੇ ਹਾਂ, ਲੇਕਿਨ ਜਦੋਂ ਥੋੜ੍ਹਾ ਜਿਹਾ ਬੜਾ ਹੋ ਜਾਂਦਾ ਬੱਚਾ, 2-3 ਸਾਲ ਦਾ ਹੋ ਜਾਂਦਾ, ਤਾਂ ਉਹਦਾ ਡੈਫੀਨੇਟਿਵ ਆਪਰੇਸ਼ਨ ਕਰਦੇ ਹਾਂ ਆਪਾਂ, ਪੱਕਾ ਆਪਰੇਸ਼ਨ ਕਰਦੇ ਹਾਂ। ਤਾਂ ਇੱਦਾਂ ਦੇ ਕੇਸਿਸ ਹੁੰਦੇ ਹੈ, ਬੱਚੇ ਬਚਦੇ ਵੀ ਹੈ। ਐਸੀ ਗੱਲ ਨਹੀਂ ਹੈ ਕਿ ਇਹਨਾਂ ਦੇ ਵਿੱਚ ਕੋਈ ਉਮੀਦ ਨਹੀਂ ਹੈ। ਅਸੀਂ ਉਹਨਾਂ ਕੇਸਿਸ ਦੀ ਗੱਲ ਕੀਤੀ ਹੈ ਜੋ ਅਕਸਰ ਸਾਨੂੰ ਦੇਖਣ ਨੂੰ ਮਿਲਦੇ ਆ। ਚਲੋ ਹੁਣ ਅਸੀਂ ਅੱਗੇ ਵੱਧਦੇ ਹਾਂ ਕਿ ਬੱਚੇ ਦਾ ਜਨਮ ਹੋ ਗਿਆ, ਬ੍ਰੈਸਟ ਫੀਡਿੰਗ ਹੈ, ਜਾਂ ਨੋਰਮਲੀ ਅਸੀਂ ਘਰਾਂ ਦੇ ਵਿੱਚ ਦੇਖਦੇ ਹਾਂ ਕਿ ਬੱਚੇ ਨੂੰ ਪਹਿਲੇ ਜਿਹੜਾ ਸਾਡੇ ਸਿਆਣੇ ਬਜ਼ੁਰਗ ਸੀਗੇ ਗੁੜਤੀ ਦੇ ਦਿੰਦੇ ਆ, ਜਾਂ ਉਹ ਕਈ ਵਾਰੀ ਸ਼ਹਿਦ ਵਗੈਰਾ ਦੇ ਦਿੰਦੇ ਆ। ਇਹ ਕਿੱਥੋਂ ਤੱਕ ਸਹੀ ਹੈਗਾ? ਨਹੀਂ, ਦੇਖੋ, ਜਦੋਂ ਬੱਚਾ ਪੈਦਾ ਹੁੰਦਾ ਹੈ ਟਿਲ 6 ਮਹੀਨੇ 6 months ਆਫ ਏਜ ਤੱਕ ਸਿਰਫ ਬ੍ਰੈਸਟ ਫੀਡਿੰਗ ਹੀ ਦੇਣਾ ਅਸੀਂ ਰਿਕਮੈਂਡ ਕਰਦੇ ਹਾਂ। ਗੁੜਤੀ ਦੇਣਾ ਠੀਕ ਨਹੀਂ ਹੈ, ਬਿਕੋਜ਼ ਇਹਦੇ ਨਾਲ ਕਈ ਵਾਰੀ ਬਹੁਤ ਸੀਰੀਅਸ ਇਨਫੈਕਸ਼ਨਸ ਹੋ ਜਾਂਦੀਆਂ ਪੇਟ ਦੀਆਂ ਅਤੇ ਖੂਨ ਦੀਆਂ, ਬੋਟੂਲਿਜ਼ਮ ਹੋ ਜਾਂਦਾ, ਜਿਸ ਕਰਕੇ ਪੂਰੇ ਸਰੀਰ ਦੇ ਵਿੱਚ ਉਹਦੇ ਵੀਕਨੈਸ ਆ ਜਾਂਦੀ ਹੈ। ਸੋ ਗੁੜਤੀ ਦੇਣਾ ਅਸੀਂ ਬਿਲਕੁਲ ਵੀ ਪ੍ਰੈਫਰ ਨਹੀਂ ਕਰਦੇ। ਇਹ ਵੀ ਹੈ ਇੱਕ ਗੱਲ ਕਿ ਆਪਾਂ ਕੋਈ ਵੀ ਬਾਹਰ ਦੀ ਚੀਜ਼ ਦੇ ਰਹੇ ਹਾਂ, ਉਹ ਇਨਫੈਕਟਡ ਹੋ ਸਕਦੀ ਹੈ, ਅਤੇ ਬੇਬੀ ਪੈਦਾ ਹੋਇਆ ਹੋ ਸਕਦਾ ਉਹਦਾ ਵੇਟ ਘੱਟ ਹੋਵੇ। ਚਲੋ ਵੇਟ ਨਹੀਂ ਵੀ ਘੱਟ, ਅਗਰ ਨੋਰਮਲ ਵੇਟ ਵੀ ਹੈ ਤਾਂ ਉਹਦਾ ਇਮਿਊਨ ਸਿਸਟਮ ਪੂਰਾ ਡਿਵੈਲਪ ਨਹੀਂ ਹੋਇਆ ਹੁੰਦਾ ਵਰਤੇ, ਉਹਦੀ ਬਾਹਰੀ ਇਨਫੈਕਸ਼ਨਸ ਨਾਲ ਲੜਨ ਦੀ ਤਾਕਤ ਜਿਹੜੀ ਹੈ ਉਹ ਪੂਰੀ ਤਰ੍ਹਾਂ ਤਾਂ ਡਿਵੈਲਪ ਹੋਈ ਨਹੀਂ। ਉਹ ਤਾਂ 3-4 years 8 ਸਾਲ ਤੱਕ ਬੱਚੇ ਦੀ ਪੂਰੀ ਡਿਵੈਲਪ ਹੁੰਦੀ ਹੈ। ਤਾਂ ਉਹ ਪੀਰੀਅਡ ਬਹੁਤ ਕ੍ਰਿਟੀਕਲ ਹੈ, ਅਤੇ ਉਸ ਪੀਰੀਅਡ ਦੇ ਵਿੱਚ 6 ਮਹੀਨੇ
ਤੱਕ ਸਿਰਫ ਬ੍ਰੈਸਟ ਫੀਡਿੰਗ ਹੀ ਅਸੀਂ ਰਿਕਮੈਂਡ ਕਰਦੇ ਹਾਂ। ਜਦੋਂ ਬੱਚੇ ਦਾ ਜਨਮ ਹੁੰਦਾ ਹੈ ਤਾਂ ਬਹੁਤ ਸਾਰੇ ਰਿਸ਼ਤੇਦਾਰ ਜਿਹੜੇ ਨੇ ਬੱਚੇ ਨੂੰ ਦੇਖਣ ਦੇ ਲਈ ਆਉਂਦੇ ਨੇ ਔਰ ਕਈ ਵਾਰੀ ਪੈਸਿਆਂ ਦੇ ਰੂਪ 'ਚ ਜਿਹੜਾ ਹੈਗਾ ਸ਼ਗਨ ਦੇ ਕੇ ਜਾਂਦੇ ਨੇ ਔਰ ਕਿਤੇ ਨਾ ਕਿਤੇ ਇਹ ਚੀਜ਼ਾਂ ਜਿਹੜੀਆਂ ਨੇ ਇਨਫੈਕਸ਼ਨ ਲੈ ਕੇ ਆਉਂਦੀਆਂ ਨੇ ਔਰ ਕਿੱਥੋਂ ਤੱਕ ਸਹੀ ਹੈਗਾ? ਕਹਿੰਦੇ ਨੇ ਕਿ ਬੱਚੇ ਦੇ ਕੋਲ ਜ਼ਿਆਦਾ ਜਣਿਆਂ ਨੂੰ ਆਉਣ ਨਹੀਂ ਦੇਣਾ ਚਾਹੀਦਾ ਜਾਂ ਪ੍ਰੋਪਰ ਜਿਹੜਾ ਹਾਈਜੀਨ ਹੈ ਉਹ ਕਿਸ ਤਰੀਕੇ ਦੇ ਨਾਲ ਮੇਨਟੇਨ ਕਰਕੇ ਬਿਲਕੁਲ, ਰੱਖਣਾ ਜਦੋਂ ਵੀ ਚਾਹੀਦਾ ਆਪਾਂ ਹੈ? ਬੱਚੇ ਨੂੰ ਛੂਈਏ ਆਪਣਾ ਧਿਆਨ ਰੱਖਣਾ ਚਾਹੀਦਾ ਹੈ ਕਿ ਆਪਾਂ ਹਮੇਸ਼ਾ ਆਪਣੇ ਹੈਂਡ ਸਾਫ਼ ਕਰੀਏ, ਸਫਾਈ ਦਾ ਪੂਰਾ ਧਿਆਨ ਰੱਖਿਆ ਜਾਵੇ। ਅਗਰ ਕਿਸੇ ਨੂੰ ਖਾਂਸੀ ਜ਼ੁਕਾਮ ਹੈ ਤਾਂ ਉਹ ਸਪੈਸੀਫਿਕਲੀ ਬੱਚੇ ਦੇ ਨੇੜੇ ਨਾ ਜਾਏ ਜਾਂ ਫਿਰ ਮਾਸਕ ਪਾ ਕੇ ਹੀ ਨੇੜੇ ਜਾਏ। ਅਨਨੈਸੈਸਰੀ ਟੱਚ ਬੱਚੇ ਨੂੰ ਨਹੀਂ ਕਰਨਾ ਚਾਹੀਦਾ, ਛੋਟੇ ਬੱਚੇ ਨੂੰ, ਜਦ ਤੱਕ ਥੋੜ੍ਹਾ ਬੜਾ ਨਾ ਹੋ ਜਾਏ ਉਹ। ਕੁਝ ਕੇਸਿਸ ਦੇ ਵਿੱਚ ਜਿਸ ਤਰ੍ਹਾਂ ਅਸੀਂ ਗੱਲ ਕੀਤੀ ਹੈ ਕਿ ਬ੍ਰੈਸਟ ਫੀਡਿੰਗ ਜਿਹੜੀ ਹੈ 6 ਮੰਥ ਜੋ ਹੈ ਬੱਚੇ ਦੇ ਲਈ ਬਹੁਤ ਜ਼ਰੂਰੀ ਹੈ, ਬਟ ਕੁਝ ਕੇਸਿਸ ਦੇ ਵਿੱਚ ਜਿਸ ਤਰ੍ਹਾਂ ਮਦਰ ਨੂੰ ਕੋਈ ਪ੍ਰੋਬਲਮ ਹੈ ਜਾਂ ਉਹ ਬ੍ਰੈਸਟ ਫੀਡਿੰਗ ਨਹੀਂ ਦੇ ਪਾ ਰਹੀ ਹੈ, ਅਨਏਬਲ ਹੈ ਇਸ ਕੰਮ ਦੇ ਲਈ, ਤਾਂ ਅਸੀਂ ਫਾਰਮੂਲਾ ਮਿਲਕ ਜਿਹੜਾ ਹੈ ਉਹ ਸਟਾਰਟ ਕਰਦੇ ਹਾਂ। ਉਹ ਕਿੰਨਾ ਕੁ ਸਹੀ ਹੈ? ਦੇਖੋ, ਅਗਰ ਆਪਾਂ ਬ੍ਰੈਸਟ ਫੀਡਿੰਗ ਕਿਸੇ ਕਾਰਨਵਸ਼ ਨਹੀਂ ਕਰ ਪਾ ਰਹੇ ਤਾਂ ਆਪਣੇ ਕੋਲੇ ਕੋਈ ਹੋਰ ਚੋਇਸ ਨਹੀਂ ਹੈ ਤਾਂ ਠੀਕ ਹੈ, ਫਾਰਮੂਲਾ ਮਿਲਕ ਦੇਣਾ ਹੈ। ਅੱਜ ਕੱਲ੍ਹ ਇੱਕ ਹੋਰ ਵੀ ਨਵਾਂ ਕੰਸੈਪਟ ਆ ਗਿਆ ਕਿ ਬੜੇ ਬੜੇ ਸ਼ਹਿਰਾਂ ਦੇ ਵਿੱਚ ਹਿਊਮਨ ਮਿਲਕ ਬੈਂਕ ਅਸਟੈਬਲਿਸ਼ ਹੋ ਗਏ ਆ। ਤੋ ਜਿਸ ਮਦਰ ਦਾ ਜ਼ਿਆਦਾ ਮਿਲਕ ਆ ਰਿਹਾ ਹੁੰਦਾ ਹੈ ਉਹ ਉੱਥੇ ਜਾ ਕੇ ਮਿਲਕ ਡਿਪੋਜ਼ਿਟ ਕਰ ਦਿੰਦੇ ਆ ਅਤੇ ਜਿਸ ਦਾ ਨਹੀਂ ਆ ਰਿਹਾ ਹੁੰਦਾ ਉੱਥੋਂ ਦੀ ਉਹ ਹਿਊਮਨ ਮਿਲਕ ਲੈ ਸਕਦੇ ਆ। ਅਗਰ ਉਹ ਫੈਸਿਲਿਟੀ ਆਪਣੇ ਸ਼ਹਿਰ 'ਚ ਅਵੇਲੇਬਲ ਨਹੀਂ ਹੈ ਫॉर ਸਮ ਰੀਜ਼ਨ, ਦੈਨ ਓਬਵੀਅਸਲੀ ਫਾਰਮੂਲਾ ਮਿਲਕ ਦੇਣਾ ਪਏਗਾ ਆਪਾਂ ਨੂੰ। ਲੇਕਿਨ ਆਪਾਂ ਨੂੰ ਇਸ ਪੀਰੀਅਡ 'ਚ ਆਪਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਗਾਂ ਦਾ ਜਾਂ ਫਿਰ ਮੱਝ ਦਾ ਜਾਂ ਫਿਰ ਬੱਕਰੀ ਦਾ ਦੁੱਧ ਅਵੋਇਡ ਕਰੀਏ, ਫਾਰਮੂਲਾ ਮਿਲਕ ਹੀ ਦਈਏ। ਬਿਕੋਜ਼ ਉਹਦੇ ਵਿੱਚ ਰਾਈਟ ਅਮਾਊਂਟ ਆਫ ਕਾਰਬੋਹਾਈਡਰੇਟ, ਪ੍ਰੋਟੀਨ, ਕੈਲਸ਼ੀਅਮ, ਫਾਸਫੋਰਸ, ਜੋ ਵੀ ਆਇਰਨ, ਵਿਟਾਮਿਨ D3 ਜੋ ਵੀ ਬੱਚੇ ਨੂੰ ਚਾਹੀਦਾ ਉਹ ਉਹਨਾਂ ਨੇ ਇੱਕ ਤਰ੍ਹਾਂ ਫਾਰਮੂਲੇਟ ਕੀਤਾ ਹੋਇਆ, ਤਾਂ ਹੀ ਆਪਾਂ ਉਸ ਨੂੰ ਫਾਰਮੂਲਾ ਮਿਲਕ ਕਹਿੰਦੇ ਹਾਂ। ਤਾਂ ਇਸ ਪੀਰੀਅਡ ਦੇ ਵਿੱਚ ਅਗਰ ਆਪਾਂ ਗਾਂ ਦਾ ਦੁੱਧ ਦਿੰਦੇ ਹਾਂ ਜਾਂ ਬਹੁਤ ਸਾਰੇ ਪੇਰੈਂਟਸ ਗਾਂ ਦਾ ਦੁੱਧ ਸ਼ੁਰੂ ਕਰ ਦਿੰਦੇ ਆ, ਅਗਰ ਮਾਂ ਦਾ ਦੁੱਧ ਨਹੀਂ ਆ ਰਿਹਾ ਹੁੰਦਾ ਤਾਂ ਫਿਰ ਉਸਨੂੰ ਲੇਟਰ ਔਨ ਲਾਈਫ ਦੇ ਵਿੱਚ ਜਾਂ ਉਸੇ ਟਾਈਮ 'ਤੇ ਕਾਓ ਮਿਲਕ ਐਲਰਜੀ, ਕਾਓ ਮਿਲਕ ਪ੍ਰੋਟੀਨ ਐਲਰਜੀਸ ਹੋ ਜਾਂਦੀ ਹੈ, ਲੈਕਟੋਜ਼ ਇੰਟੋਲਰੈਂਟ ਹੋ ਜਾਂਦੇ ਕਈ ਵਾਰੀ ਬੱਚੇ। ਤਾਂ ਇਸ ਪੀਰੀਅਡ ਦੇ ਵਿੱਚ ਦੇਖੋ ਬੈਸਟ ਤਾਂ ਇਹ ਹੈ ਕਿ ਬ੍ਰੈਸਟ ਫੀਡਿੰਗ ਕਰਨੀ ਹੈ। ਅਗਰ ਨਹੀਂ ਕਰ ਸਕਦੇ ਤਾਂ ਟਰਾਈ ਕਰਨਾ ਹੈ ਕਿ ਕਿਸੇ ਹੋਰ ਮਦਰ ਦਾ ਮਿਲਕ ਮਿਲ ਜੇ ਜਾਂ ਫਿਰ ਫਾਰਮੂਲਾ ਮਿਲਕ। ਸਾਡੇ ਸਮਾਜ ਦੇ ਵਿੱਚ ਬਹੁਤ ਸਾਰੇ ਮਿਥਸ ਨੇ, ਜਿਵੇਂ ਬੱਚੇ ਨੂੰ ਛੋਟੇ ਬੱਚਿਆਂ ਨੂੰ ਕਾਜਲ ਲਗਾ ਦਿੰਦੇ। ਮੈਂ ਪੜ੍ਹੇ ਲਿਖੇ ਲੋਕ ਦੇਖੇ ਹੈ, ਕਾਜਲ ਲਗਾ ਦਿੰਦੇ ਆ, ਟਿੱਕਾ ਲਗਾ ਦਿੰਦੇ ਆ, ਉਹ ਵੀ ਕਿਤੇ ਨਾ ਕਿਤੇ ਬੱਚੇ ਨੂੰ ਇਨਫੈਕਸ਼ਨਸ ਕਰਦੇ ਨੇ। ਕਾਜਲ ਦੇ ਵਿੱਚ ਦੇਖੋ ਕੀ ਹੈ, ਉਹਦੇ ਵਿੱਚ ਕਾਰਬਨ ਹੈ, ਕਾਰਬਨ ਕੰਪਾਊਂਡ ਹੈ। ਹੁਣ ਉਹ ਮਿਥ ਇਹ ਹੈ ਵੀ ਉਹਦੇ ਨਾਲ ਕਿ ਅੱਖਾਂ ਬੜੀਆਂ ਹੋ ਜਾਂਦੀਆਂ ਬੱਚੇ ਦੀਆਂ, ਲੇਕਿਨ ਜੋ ਅੱਖਾਂ ਦਾ ਸਾਈਜ਼ ਹੈ, ਕਲਰ ਹੈ, ਡੈਟ ਇਜ਼ ਜੈਨੇਟਿਕਲੀ ਡਿਸਾਈਡਡ। ਉਹਦੇ ਵਿੱਚ ਕਾਜਲ ਲਗਾਉਣ ਨਾ ਲਗਾਉਣ ਦਾ ਕੋਈ ਜ਼ਿਆਦਾ ਰੂਲ ਨਹੀਂ ਹੈ। ਐਂਡ ਜਿਹੜਾ ਕਾਜਲ ਉਹ ਲਗਾਉਂਦੇ ਆ ਇੱਥੇ ਆਪਣੇ ਡਕਟਸ ਹੁੰਦੇ ਆ, ਕਈ ਵਾਰੀ ਉਹ ਬਲੌਕ ਹੋ ਜਾਂਦੇ ਆ, ਅੱਖਾਂ ਦੇ ਵਿੱਚ ਬੱਚੇ ਦੇ ਪਾਣੀ ਭਰਨਾ ਸ਼ੁਰੂ ਹੋ ਜਾਂਦਾ, ਇਨਫੈਕਸ਼ਨ ਹੋ ਜਾਂਦੀ ਹੈ। ਟ੍ਰੈਕੋਮਾ ਨਾਮ ਦੀ ਇੱਕ ਬਿਮਾਰੀ ਹੁੰਦੀ ਹੈ, ਉਹ ਕਾਜਲ ਲਗਾਉਣ ਨਾਲ ਹੋ ਜਾਂਦੀ ਹੈ। ਸੋ ਓਬਵੀਅਸਲੀ ਕਾਜਲ ਸੁਰਮਾ ਅਸੀਂ ਕਹਿੰਦੇ ਹਾਂ ਕਿ ਨਹੀਂ ਲਗਾਉਣਾ ਬੱਚੇ ਨੂੰ, ਬਿਲਕੁਲ ਵੀ ਨਹੀਂ ਲਗਾਉਣਾ। ਡਾਕਟਰ ਸਾਹਿਬ, ਹੁਣ ਤੱਕ ਅਸੀਂ ਜਿਹੜੀ ਗੱਲਬਾਤ ਕਰ ਰਹੇ ਹਾਂ, ਜਨਰਲ ਗੱਲਬਾਤ ਕਰ ਰਹੇ ਹਾਂ ਕਿ ਜੋ ਸਮਾਜ ਦੇ ਵਿੱਚ ਮਿਥਸ ਨੇ ਜਾਂ ਜਿਹੜੀਆਂ ਗੱਲਾਂ ਬਣੀਆਂ ਹੋਈਆਂ ਨੇ, ਬੜੀ ਲਾਈਟ ਜੀ ਅਸੀਂ ਗੱਲਬਾਤ ਕੀਤੀ ਹੈ। ਹੁਣ ਮੈਂ ਤੁਹਾਡੇ ਕੋਲ ਟੈਕਨੀਕਲੀ ਪੁੱਛਣਾ ਚਾਹੁੰਦੀ ਹਾਂ ਕਿ 0 ਤੋਂ ਅਗਰ 6 ਮੰਥ ਦੀ ਅਸੀਂ ਰੇਸ਼ੋ ਲੈ ਲਈਏ ਬੱਚੇ ਦੀ, 0 ਤੋਂ ਲੈ ਕੇ 6 ਮੰਥ ਦੇ ਵਿੱਚ ਬੱਚੇ ਨੂੰ ਕਿਸ ਤਰ੍ਹਾਂ ਦੀਆਂ ਪ੍ਰੋਬਲਮਸ ਆ ਸਕਦੀਆਂ ਨੇ? ਕਿਉਂਕਿ ਜਿਹੜੇ ਦਰਸ਼ਕ ਆ ਸਾਡਾ ਪ੍ਰੋਗਰਾਮ ਦੇਖ ਰਹੇ ਨੇ, ਕੁਝ ਮਦਰਸ ਇੱਦਾਂ ਦੀਆਂ ਹੋਣਗੀਆਂ ਜਿਹੜੀਆਂ ਪਹਿਲੀ ਵਾਰੀ ਮਾਂ ਬਣੀਆਂ ਨੇ ਔਰ ਉਹ ਸਮਾਜ ਤੋਂ ਹੀ ਕੁਝ ਚੀਜ਼ਾਂ ਜਿਹੜੀਆਂ ਨੇ ਅਡੋਪਟ ਕਰ ਲੈਣੀਆਂ। ਕਈ ਵਾਰੀ ਬੱਚਾ ਬਹੁਤ ਜ਼ਿਆਦਾ ਰੋ ਰਿਹਾ, ਗੈਸਟ੍ਰਿਕ ਪ੍ਰੋਬਲਮ ਹੈ ਜਾਂ ਬੱਚੇ ਨੂੰ ਫਿਜ਼ੀਕਲੀ ਬਹੁਤ ਸਾਰੀਆਂ ਪ੍ਰੋਬਲਮਸ ਆਉਂਦੀਆਂ ਨੇ। 0 ਤੋਂ 6 ਮਹੀਨੇ ਦੇ ਬੱਚੇ ਦੀ ਡਿਵੈਲਪਮੈਂਟ ਦੇ ਬਾਰੇ 'ਚ ਗੱਲ ਕਰਦੇ ਹਾਂ ਤੇ ਉਹਨਾਂ ਨੂੰ ਕਿਹੜੀਆਂ ਪ੍ਰੋਬਲਮਸ ਜਿਹੜੀਆਂ ਨੇ ਉਹ ਆ ਸਕਦੀਆਂ ਨੇ? ਅਗਰ ਆਪਣਾ ਬੱਚਾ ਪ੍ਰੀ ਮੈਚੋਰ ਨਹੀਂ ਹੈ, ਮੰਨ ਲਓ ਕਿ ਪੂਰੇ ਟਾਈਮ 'ਤੇ ਪੈਦਾ ਹੋਇਆ, ਹੋਰ ਕੋਈ ਦਿੱਕਤ ਨਹੀਂ, ਉਸਨੂੰ ਸਾਹ ਲੈਣ ਦੀ ਦਿੱਕਤ ਨਹੀਂ, ਡਾਕਟਰ ਨੇ ਤੁਹਾਨੂੰ ਨਾਲ ਦੀ ਨਾਲ ਬੱਚਾ ਹੈਂਡਓਵਰ ਕਰਤਾ ਬੋਲ ਕੇ ਕਿ ਸਭ ਠੀਕ ਹੈ, ਤਾਂ ਕੁਝ ਪ੍ਰੋਬਲਮਸ ਜਿਵੇਂ ਕਿ ਸਭ ਤੋਂ ਪਹਿਲਾਂ ਜੌਂਡਿਸ। ਬੱਚੇ ਨੂੰ ਜਿਹੜਾ ਜੌਂਡਿਸ ਹੁੰਦਾ ਹੈ, ਬੱਚੇ ਦਾ ਜਿਹੜਾ ਲੀਵਰ ਹੈ ਉਹ ਮੈਚਿਓਰ ਨਹੀਂ ਹੁੰਦਾ ਉਸ ਟਾਈਮ 'ਤੇ ਕਿ ਪੂਰਾ ਉਹ ਜੌਂਡਿਸ ਉਸਨੂੰ ਕਲੀਅਰ ਕਰ ਪਾਵੇ। ਸੋ ਉਸ ਟਾਈਮ 'ਤੇ ਅਕੋਰਡਿੰਗ ਟੂ ਦਾ ਏਜ ਆਫ ਲਾਈਫ, ਜਿਵੇਂ ਕਿ 2 ਦਿਨ ਦਾ ਜਾਂ 3 ਦਿਨ ਦਾ, ਅਤੇ ਵੇਟ ਦੇ ਅਕੋਰਡਿੰਗ ਅਤੇ ਕਿੰਨੇ ਟਾਈਮ 'ਤੇ ਪੈਦਾ ਹੋਇਆ ਉਸ ਦੇ ਅਕੋਰਡਿੰਗ ਆਪਾਂ ਡਿਸਾਈਡ ਕਰਦੇ ਹਾਂ ਕਿ ਇਹ ਜੌਂਡਿਸ ਨਾਰਮਲ ਹੈ ਜਾਂ ਇਸ ਨੂੰ ਟਰੀਟਮੈਂਟ ਦੇਣ ਦੀ ਲੋੜ ਹੈ। ਤਾਂ ਟਰੀਟਮੈਂਟ ਵੀ ਬਹੁਤ ਸਿੰਪਲ ਹੈ। ਇਹਦੇ ਵਿੱਚ ਬੱਚੇ ਨੂੰ ਆਪਾਂ ਲਾਈਟ ਦੇ ਵਿੱਚ ਰੱਖਦੇ ਹਾਂ ਅਤੇ ਕੁਛ ਐਕਸਟ੍ਰੀਮ ਕੇਸਿਸ ਦੇ ਵਿੱਚ ਆਪਾਂ ਨੂੰ ਕਈ ਵਾਰੀ ਖੂਨ ਬਦਲਣ ਦੀ ਵੀ ਲੋੜ ਪੈ ਜਾਂਦੀ ਹੈ। ਇਹ ਜੌਂਡਿਸ ਬਹੁਤ ਹੀ ਸਿੰਪਲ ਬਿਮਾਰੀ ਆਪਾਂ ਕਹਿ ਸਕਦੇ ਹਾਂ ਕਿ ਸਿੰਪਲ ਲਾਈਟ ਦੇ ਵਿੱਚ ਰੱਖਿਆ ਅਤੇ ਜੌਂਡਿਸ ਠੀਕ ਹੋ ਗਿਆ। ਲੇਕਿਨ ਕੁਛ
ਕੁਝ ਮਿਥਸ ਹੈ ਇਸ ਦੇ ਅਰਾਊਂਡ ਵੀ ਕਿ ਮਾਰਨਿੰਗ ਦੀ ਧੁੱਪ, ਜਿਵੇਂ ਕੋਈ ਜੀ। ਕਹਿ ਦੇ ਕਿ ਮਾਰਨਿੰਗ ਦੀ ਧੁੱਪ ਲਗਵਾ ਦਿਓ ਤਾਂ ਉਹਦੇ ਨਾਲ ਜੌਂਡਿਸ ਠੀਕ ਹੋ ਜਾਏਗਾ, ਬਟ ਉਹਦੇ ਨਾਲ ਐਵੇਂ ਜੌਂਡਿਸ ਠੀਕ ਨਹੀਂ ਹੁੰਦਾ। ਠੀਕ ਹੈ ਤੁਸੀਂ ਧੁੱਪ ਲਗਵਾਤੀ, ਲੇਕਿਨ ਅਗਰ ਜੌਂਡਿਸ ਇੱਕ ਲੈਵਲ ਤੋਂ ਵੱਧ ਹੈ ਤਾਂ ਆਪਾਂ ਨੂੰ ਲਾਈਟ ਦੇ ਵਿੱਚ ਹੀ ਰੱਖਣਾ ਪਏਗਾ। ਉਹਨੇ ਪਿੱਛੇ ਜੇ ਇੱਕ ਕੇਸ ਸੀ, ਪਿੰਡ ਦੇ ਰਹਿਣ ਵਾਲੇ ਸੀ ਉਹਨਾਂ ਦੀ ਧਾਰਨਾ ਸੀ ਕਿ ਪਹਿਲੇ 10 ਦਿਨ ਆਪਾਂ ਬੱਚੇ ਨੂੰ ਨਹੀਂ ਦੇਖਣਾ ਜੀ। ਤਾਂ ਉਹਨਾਂ ਨੇ ਪਹਿਲੇ 10 ਦਿਨ ਬੱਚਾ ਨਹੀਂ ਦੇਖਿਆ, ਨਾ ਉਹ ਸਾਡੇ ਕੋਲੇ ਆਏ। ਜਦੋਂ 10ਵੇਂ ਦਿਨ ਉਹ ਲੈ ਕੇ ਆਏ ਸਾਡੇ ਕੋਲ ਤਾਂ ਬੱਚਾ ਪੂਰਾ ਹਲਦੀ ਵਰਗਾ ਪੀਲਾ ਸੀ। ਤਾਂ ਉਸਨੂੰ ਅਸੀਂ ਸਮਝਾਇਆ ਕਿ ਇਸਦਾ ਤਾਂ ਜੌਂਡਿਸ ਬਹੁਤ ਜ਼ਿਆਦਾ ਤੇ ਖੂਨ ਬਦਲਣਾ ਪਏਗਾ, ਤਾਂ ਉਹ ਉਸ ਚੀਜ਼ ਲਈ ਵੀ ਐਗਰੀ ਨਹੀਂ ਕੀਤੇ। ਤਾਂ ਨੈਕਸਟ ਡੇ ਔਨਵਰਡਸ ਬੱਚੇ ਨੂੰ ਸੀਜ਼ਰ ਆਉਣ ਲੱਗ ਗਿਆ ਸੀ। ਤਾਂ ਕਾਫੀ ਛੋਟੀ ਜਿਹੀ ਬਿਮਾਰੀ ਹੈ, ਲੇਕਿਨ ਬਹੁਤ ਜ਼ਿਆਦਾ ਅਗਰ ਜੌਂਡਿਸ ਲੈਵਲ ਤੋਂ ਵੱਧ ਜੇ ਤਾਂ ਉਹ ਬ੍ਰੇਨ ਦੇ ਵਿੱਚ ਐਂਟਰ ਕਰਨ ਲੱਗ ਜਾਂਦੀ ਹੈ, ਬਿਕੋਜ਼ ਆਪਣੇ ਬੋਡੀ ਦੇ ਵਿੱਚ ਨਾਰਮਲੀ ਇੱਕ ਬਲੱਡ ਬ੍ਰੇਨ ਬੈਰੀਅਰ ਹੁੰਦਾ। ਜੀ। ਕੋਈ ਵੀ ਚੀਜ਼ ਜੋ ਬਲੱਡ ਦੇ ਵਿੱਚ ਆਪਣੇ ਚੱਲ ਰਹੀ ਹੈ ਉਹ ਬ੍ਰੇਨ ਤੱਕ ਨਹੀਂ ਪਹੁੰਚ ਪਾਉਂਦੀ, ਬਿਕੋਜ਼ ਦੇयर ਇਜ਼ ਅ ਬੈਰੀਅਰ। ਜੀ। ਲੇਕਿਨ ਬੱਚਿਆਂ ਦੇ ਵਿੱਚ ਇਹ ਬੈਰੀਅਰ ਸਲੋਲੀ ਡਿਵੈਲਪ ਹੁੰਦਾ। ਜੀ। ਤਾਂ ਅਗਰ ਉਹ ਜੌਂਡਿਸ ਆਪਣਾ ਬ੍ਰੇਨ ਦੇ ਵਿੱਚ ਪਹੁੰਚ ਗਿਆ ਤੇ ਦਿਮਾਗ ਪੀਲਾ ਹੋ ਗਿਆ ਤਾਂ ਉਹ ਇਰਰੀਵਰਸੀਬਲ ਹੈ। IQ ਪ੍ਰੋਬਲਮਸ ਆਏਗੀਆਂ, ਸੈਰੀਬਰਲ ਪਾਲਸੀ ਹੋ ਜਾਏਗੀ ਬੱਚੇ ਨੂੰ। ਐਂਡ ਇਹ ਕਿਸ ਲਈ ਕਿ ਆਪਾਂ ਥੋੜ੍ਹੀ ਜਿਹੀ ਅਣਗਹਿਲੀ ਕੀਤੀ ਜ਼ਿਆਦਾ। ਡਾਕਟਰ ਸਾਹਿਬ, ਇਹ ਤਾਂ ਤੁਸੀਂ ਗੱਲ ਕੀਤੀ ਕਿ ਜੌਂਡਿਸ ਹੈ ਔਰ ਉਹਦੇ ਨਾਲ ਜਿਹੜੇ ਸੀਜ਼ਰਸ ਦੀ ਪ੍ਰੋਬਲਮ ਹੋ ਸਕਦੀ ਹੈ। ਅਗਰ ਨਾਰਮਲ ਸੀਜ਼ਰਸ ਬੱਚੇ ਕਿਸੇ ਨੂੰ ਆਉਂਦੇ ਆ ਜਾਂ ਬ੍ਰੇਨ 'ਚ ਕੋਈ ਪ੍ਰੋਬਲਮਸ ਹੋ ਜਾਂਦੀ ਹੈ ਤਾਂ ਛੋਟੇ ਬੱਚਿਆਂ ਦੇ ਵਿੱਚ ਤੇ ਕਿਹੜੇ ਸਿੰਪਟਮਸ ਹੁੰਦੇ ਨੇ? ਅਸੀਂ ਕਿਵੇਂ ਪਹਿਚਾਨ ਸਕਦੇ ਹਾਂ ਕਿ ਇਹ ਸੀਜ਼ਰ ਹੈ ਜਾਂ ਨਾਰਮਲ ਰਿਐਕਸ਼ਨ ਹੈ ਬੱਚੇ ਦਾ? ਦੇਖੋ, ਅਗਰ ਸੀਜ਼ਰ ਆਏਗਾ ਤਾਂ ਬੱਚਾ ਇੱਕ ਤਾਂ ਸੁਸਤ ਹੋਏਗਾ, ਦੁੱਧ ਨਹੀਂ ਪੀਏਗਾ, ਠੀਕ ਹੈ, ਹੱਥ ਪੈਰ ਟਾਈਟ ਕਰੇਗਾ ਜਾਂ ਫਿਰ ਹੱਥ ਪੈਰ ਐਵੇਂ ਐਵੇਂ ਕਰਕੇ ਹਿਲਾਏਗਾ, ਅੱਖਾਂ ਉੱਪਰ ਚੜ੍ਹਾ ਲੇਗਾ, ਮੂੰਹ 'ਚੋਂ ਝੱਗ ਆਏਗੀ, ਕੁਛ ਬੱਚਿਆਂ ਦਾ ਪਿਸ਼ਾਬ ਲੈਟਰਿਨ ਨਿਕਲ ਜਾਏਗਾ। ਤਾਂ ਇਹ ਸਾਰੇ ਸਿੰਪਟਮਸ ਹੁੰਦੇ ਇਸ ਦੇ, ਔਰ ਉਹਦੇ ਕਈ ਕਾਰਨ ਹੋ ਸਕਦੇ ਹੈ। ਇਹ ਨਹੀਂ ਕਿ ਇੱਕ ਕਾਰਨ ਹੈ, ਅਤੇ ਇਹ ਸਿਚੁਏਸ਼ਨ ਟੂ ਸਿਚੁਏਸ਼ਨ ਡਿਪੈਂਡ ਕਰਦਾ ਕਿ ਇਹ ਸੀਜ਼ਰ ਕਿਉਂ ਆਇਆ। ਮੋਸਟ ਕਾਮਨਲੀ ਕੀ ਹੋ ਸਕਦਾ ਕਿ ਬੱਚਿਆਂ ਦੇ ਬ੍ਰੇਨ ਦੇ ਵਿੱਚ ਇਨਫੈਕਸ਼ਨ ਹੋ ਗਈ। ਸਪੋਜ਼ ਜਿਹੜਾ ਬੱਚਾ ਪੈਦਾ ਹੋਇਆ ਉਸ ਨੂੰ ਅਗਰ ਸੀਜ਼ਰ ਆਇਆ, ਅਪਾਰਟ ਫਰੋਮ ਅਗਰ ਹਾਈ ਲੈਵਲ ਜੌਂਡਿਸ, ਇਹ ਹੋ ਸਕਦਾ ਕਿ ਉਹਦੇ ਦਿਮਾਗ ਦੇ ਵਿੱਚ ਇਨਫੈਕਸ਼ਨ ਹੈ, ਉਹਦਾ ਇਲਾਜ ਹੈ। ਦੈਨ ਕਈ ਵਾਰੀ ਸ਼ੂਗਰ ਘੱਟ ਹੋਣ ਨਾਲ ਸੀਜ਼ਰ ਆ ਜਾਂਦਾ। ਸੋ ਕਈ ਕਾਰਨ ਹੋ ਸਕਦੇ ਹੈ। ਕਈ ਵਾਰੀ ਕੈਲਸ਼ੀਅਮ ਘੱਟ ਗਿਆ ਤਾਂ ਸੀਜ਼ਰ ਆ ਜਾਂਦਾ। ਸੋ ਇਹ ਡਿਪੈਂਡ ਕਰਦਾ ਕਿ ਉਸ ਟਾਈਮ 'ਤੇ ਆਪਾਂ ਟੈਸਟ ਕਰੀਏ ਅਤੇ ਆਪਾਂ ਕਾਰਨ ਲੱਭੀਏ ਅਤੇ ਉਸਦਾ ਟਰੀਟਮੈਂਟ ਕਰੀਏ। ਛੋਟੇ ਬੱਚੇ ਆ, ਰੋਣਾ ਉਹਨਾਂ ਦਾ ਸੁਭਾਅ ਔਰ ਰੋਂਦੇ ਵੀ ਨੇ। ਕਈ ਵਾਰ ਬੱਚੇ ਕਾਫੀ ਟਾਈਮ ਤੱਕ ਰੋਂਦੇ ਰਹਿੰਦੇ ਆ। ਉਹਦੇ ਪਿੱਛੇ ਕਿਹੜੇ ਰੀਜ਼ਨ ਹੋ ਸਕਦੇ ਆ, ਜਾਂ ਕਿਹੜੀ ਪ੍ਰੋਬਲਮ ਹੋ ਸਕਦੀ ਹੈ, ਜਾਂ ਕਿਹੜੀ ਬਿਮਾਰੀ ਹੋ ਸਕਦੀ ਹੈ? ਕੋਈ ਵੀ ਹੋ ਸਕਦੀ ਹੈ, ਕੁਝ ਵੀ ਹੋ ਸਕਦਾ ਹੈ। ਇਹ ਜੱਜ ਕਰਨਾ ਮੁਸ਼ਕਿਲ ਹੈ। ਜਨਰਲੀ ਆਪਾਂ ਕਹਿੰਦੇ ਹਾਂ ਕਿ ਕੋਲਿਕ ਹੈ, ਅਬਡੋਮੀਨਲ ਪੇਨ ਹੈ। ਅਕਸਰ ਅਸੀਂ ਘਰਾਂ 'ਚ ਹੀ ਕਹਿ ਦਿੰਦੇ ਹਾਂ ਕਿ ਤਾਂ ਕਰਕੇ ਬੱਚਾ ਰੋ ਰਿਹਾ। ਹਾਂ, ਇਹ ਹੋ ਸਕਦਾ ਕਿ ਬੱਚਾ ਭੁੱਖਾ ਹੋਵੇ ਇਸ ਕਰਕੇ ਰੋ ਰਿਹਾ। ਹੋ ਸਕਦਾ ਹੈ ਕਿ ਉਸਨੂੰ ਕਿਤੇ ਚੋਟ ਲੱਗ ਗਈ ਹੋਵੇ, ਕਿਤੇ ਦਰਦ ਹੋ ਰਿਹਾ ਹੋਵੇ, ਇੰਜੈਕਸ਼ਨ ਲਗਾਇਆ ਤੁਸੀਂ ਤਾਂ ਰੋ ਰਿਹਾ, ਜਾਂ ਫਿਰ ਕੋਲਿਕ ਹੋ ਸਕਦਾ। ਕੁਝ ਵੀ, ਕੋਈ ਵੀ ਰੀਜ਼ਨ ਹੋ ਸਕਦਾ। ਕੋਈ ਇਨਫੈਕਸ਼ਨ ਹੋਵੇ ਬ੍ਰੇਨ ਦੇ ਵਿੱਚ, ਉਹ ਵੀ ਇੱਕ ਕਰਾਈਂਗ ਵੀ ਇੱਕ ਉਹਦਾ ਸਿਗਨਲ। ਸੋ ਇਹ ਜਨਰਲਾਈਜ਼ ਕਰਨਾ ਕਿ ਇਸ ਕਾਰਨ ਪਿੱਛੇ ਰੋ ਰਿਹਾ, ਇਹ ਥੋੜ੍ਹਾ ਜਿਹਾ ਮੁਸ਼ਕਿਲ ਹੈ। ਅਤੇ ਸਿਚੁਏਸ਼ਨ ਟੂ ਸਿਚੁਏਸ਼ਨ ਡਿਪੈਂਡ ਕਰਦਾ ਹੈ ਡਾਕਟਰ ਦੀ ਉਸ ਟਾਈਮ ਦੀ ਅਸੈਸਮੈਂਟ 'ਤੇ। ਗੱਲ ਕਰਦੇ ਹਾਂ ਵੈਕਸੀਨੇਸ਼ਨ ਦੀ, ਕਿ ਜਦੋਂ ਬੱਚਾ ਜਨਮ ਹੀ ਲੈਂਦਾ ਹੈ ਤਾਂ 1-2 ਦਿਨ ਦੇ ਵਿੱਚ ਹੀ ਇਹ ਜਿਹੜਾ ਪ੍ਰੋਸੀਜਰ ਹੈ ਸਾਡਾ ਸਟਾਰਟ ਹੋ ਜਾਂਦਾ। ਕਿਸ ਏਜ ਤੋਂ ਲੈ ਕੇ ਕਿਸ ਏਜ ਤੱਕ ਜਿਹੜੀ ਹੈ ਬੱਚਿਆਂ ਦੇ ਵਿੱਚ ਵੈਕਸੀਨੇਸ਼ਨ ਚੱਲਦੀ ਹੈ, ਜਾਂ ਕੁਝ ਤਾਂ ਅਡਲਟ ਏਜ 'ਚ ਵੀ ਚੱਲਦੀਆਂ ਨੇ ਵੈਕਸੀਨੇਸ਼ਨ, ਪਰ ਅਸੀਂ ਬੱਚਿਆਂ ਦੇ ਲੈਵਲ 'ਤੇ ਗੱਲ ਕਰਦੇ ਹਾਂ। ਸੋ ਵੈਕਸੀਨੇਸ਼ਨ ਮੇਨਲੀ ਜਦੋਂ ਬੱਚਾ ਪੈਦਾ ਹੋ ਜਾਂਦਾ ਉਸੇ ਟਾਈਮ ਤੋਂ ਵੈਕਸੀਨੇਸ਼ਨ ਸਟਾਰਟ ਹੋ ਜਾਂਦੀ ਹੈ। ਬੱਚੇ ਦੀ ਜਨਮ 'ਤੇ ਹੀ 2 ਟੀਕੇ ਅਤੇ ਇੱਕ ਪਿਲਾਉਣ ਵਾਲੀ ਓਰਲ ਪੋਲੀਓ ਵੈਕਸੀਨ ਆਪਾਂ ਦੇਣੀ ਸ਼ੁਰੂ ਕਰ ਦਿੰਦੇ। ਇੱਕ BCG, ਹੈਪੇਟਾਈਟਿਸ B, ਐਵੇਂ ਫਿਰ ਨੈਕਸਟ 6 ਹਫ਼ਤੇ, 10 ਹਫ਼ਤੇ, 14 ਹਫ਼ਤੇ 'ਤੇ DPT, ਡਿਫਥੀਰੀਆ, ਪਰਟੂਸਿਸ, ਟੈਟਨਸ, ਹੀਮੋਫਿਲਸ ਇਨਫਲੂਐਂਜ਼ੇ, ਨਿਊਮੋਕੋਕਲ, ਰੋਟਾ ਵਾਇਰਸ ਅਤੇ ਪੋਲੀਓ ਵਾਇਰਸ। ਇਹ 6-7 ਬਿਮਾਰੀਆਂ ਹੈ। ਇਹਨਾਂ ਦੀ ਵੈਕਸੀਨੇਸ਼ਨ ਆਪਾਂ ਕਰਦੇ ਹਾਂ। ਇਹ 6, 10, 14 'ਤੇ ਆਪਾਂ ਰਿਪੀਟਡ ਕਰਦੇ ਹਾਂ। ਫਿਰ 6 ਮੰਥਸ 'ਤੇ ਆਪਾਂ ਇਨਫਲੂਐਂਜ਼ਾ, ਫਿਰ 8 ਮੰਥ 'ਤੇ ਟਾਈਫਾਇਡ, 12 ਮਹੀਨੇ 'ਤੇ ਹੈਪੇਟਾਈਟਿਸ। ਐਵੇਂ ਕਰਕੇ ਕਈ ਬਿਮਾਰੀਆਂ ਹੈ, ਮੰਨ ਲਓ ਕਿ 25-30 ਬਿਮਾਰੀਆਂ ਹੈ ਜਿਹੜੀ ਆਪਾਂ ਵੈਕਸੀਨੇਸ਼ਨ ਦੇ ਥਰੂ ਕਵਰ ਕਰਦੇ ਹਾਂ ਅਤੇ ਟਰਾਈ ਕਰਦੇ ਹਾਂ ਕਿ ਇਹ ਬੱਚੇ ਨੂੰ ਨਾ ਹੋਵੇ। ਅਤੇ ਇਹਨਾਂ ਵਿੱਚ ਕੁਝ ਕਾਫੀ ਬਿਮਾਰੀਆਂ ਐਸੀਆਂ ਜਿਹੜੀ ਆਪਾਂ ਆਪਣੇ ਦੇਸ਼ 'ਚੋਂ ਐਲੀਮੀਨੇਟ ਕਰ ਪਾਏ ਹਾਂ। ਜਿਵੇਂ ਕਿ ਮੰਨ ਲਓ ਸਭ ਤੋਂ ਇੰਪੋਰਟੈਂਟ ਐਗਜ਼ਾਮਪਲ ਪੋਲੀਓ ਦੀ। ਜੀ ਬਿਲਕੁਲ। ਪੋਲੀਓ ਦੇ ਕੇਸਿਸ ਆਣੇ ਖਤਮ ਹੋ ਗਏ ਔਰ ਬਹੁਤ ਹੀ ਡਰੈਡਫੁਲ ਬਿਮਾਰੀ ਹੈ। ਬਿਲਕੁਲ ਪੈਰਾਲਾਈਜ਼ ਹੋ ਜਾਂਦੇ ਆ ਬੱਚੇ ਦੇ ਪੈਰ ਜਾਂ ਕਿਸੇ ਦੇ ਵੀ ਪੈਰ। ਸੋ ਲੇਕਿਨ ਹਲੇ ਵੀ ਦੇਖੀਏ ਤਾਂ ਪਾਕਿਸਤਾਨ, ਅਫਗਾਨਿਸਤਾਨ, ਨਾਈਜੀਰੀਆ,
ਕੁਝ ਕੰਟਰੀਜ਼ ਐਸੀਆਂ ਹੈ ਜਿਹੜੇ ਹਲੇ ਵੀ ਪੋਲੀਓ ਹੋ ਰਿਹਾ। ਸੋ ਵੈਕਸੀਨੇਸ਼ਨ ਦਾ ਮਹੱਤਵ ਇਹਨਾਂ ਬਿਮਾਰੀਆਂ ਤੋਂ ਸਮਝ ਆਉਂਦਾ ਆਪਾਂ ਨੂੰ। ਡਿਫਥੀਰੀਆ ਜੀ ਅਤੇ ਬੁਲਨੈਕ ਹੋ ਜਾਂਦਾ ਬੱਚੇ ਨੂੰ, ਬਹੁਤ ਹੀ ਭਿਆਨਕ ਬਿਮਾਰੀ ਹੈ। ਐਵੇਂ ਹੀ ਪਰਟੂਸਿਸ, ਕਾਲੀ ਖਾਂਸੀ, ਕੁੱਤਾ ਖਾਂਸੀ ਕਹਿਣਾ, ਉਹਦੇ ਵਿੱਚ ਵੀ ਕਈ ਵਾਰੀ ਕੰਪਲੀਕੇਸ਼ਨਸ ਕਾਫੀ ਸੀਵੀਅਰ ਹੋ ਜਾਂਦੀਆਂ। ਐਵੇਂ ਹੀ ਟੈਟਨਸ, ਅਗਰ ਚੋਟ ਲੱਗ ਜੇ ਬੱਚੇ ਨੂੰ, ਟੈਟਨਸ ਹੋ ਜਾਏ, ਉਸ ਤੋਂ ਪ੍ਰੋਟੈਕਸ਼ਨ ਮਿਲਦੀ ਹੈ। ਅਗਰ ਵੈਕਸੀਨੇਸ਼ਨ ਨਹੀਂ ਲੱਗੀ ਤਾਂ ਕਈ ਵਾਰੀ ਮਹੀਨਾ 2 ਮਹੀਨਾ ਬੱਚੇ ICU ਦੇ ਵਿੱਚ ਰਹਿੰਦੇ ਆ। ਜੀ ਬਟ ਇਹ ਵੀ ਕਹਿਣਾ ਇਸ ਵਕਤ ਜ਼ਰੂਰੀ ਹੈ ਕਿ ਕਈ ਪੇਰੈਂਟਸ ਦੇ ਵਿੱਚ ਇਸ ਦੇ ਅਰਾਊਂਡ ਵੀ ਮਿਥ ਹੈ ਕਿ ਅਸੀਂ ਵੈਕਸੀਨੇਸ਼ਨ ਲਗਵਾਈਏ ਜਾਂ ਨਾ ਲਗਵਾਈਏ। ਜੀ ਬੱਚੇ ਨੂੰ ਨਾਰਮਲੀ ਇਮਿਊਨ ਹੋਣ ਦਿਓ, ਕਿ ਇਮਿਊਨ ਸਿਸਟਮ ਉਹਦਾ ਨਾਰਮਲੀ ਡਿਵੈਲਪ ਹੋਣ ਦਿਓ। ਬਟ ਵੈਕਸੀਨੇਸ਼ਨ ਕਰਨਾ ਬਹੁਤ ਇੰਪੋਰਟੈਂਟ ਹੈ। ਜੇ ਆਪਾਂ ਇਹ ਸਰਕਾਰੀ ਦੇ ਵਿੱਚ ਵੀ ਆਲਮੋਸਟ ਸਾਰੀ ਵੈਕਸੀਨੇਸ਼ਨਸ ਲੱਗਦੀਆਂ, 5-6 ਵੈਕਸੀਨੇਸ਼ਨਸ ਨੂੰ ਛੱਡ ਕੇ। ਪ੍ਰਾਈਵੇਟ ਦੇ ਵਿੱਚ ਵੀ ਸਾਰੀ ਵੈਕਸੀਨੇਸ਼ਨਸ ਲੱਗਦੀਆਂ। ਜੋ ਅਫੋਰਡ ਕਰ ਸਕਦੇ ਹੈ ਉਹ ਪ੍ਰਾਈਵੇਟ ਤੋਂ ਲਗਾਉਣ, ਅਗਰ ਨਹੀਂ ਅਫੋਰਡ ਕਰ ਸਕਦੇ ਤਾਂ ਗੌਰਮੈਂਟ ਤੋਂ ਲਗਾਉਣ। ਬਟ ਵੈਕਸੀਨੇਸ਼ਨ ਕਰਾਉਣਾ ਬਹੁਤ ਜ਼ਰੂਰੀ ਹੈ। ਵੈਕਸੀਨੇਸ਼ਨ ਕਰਾਉਣ ਤੋਂ ਬਾਅਦ ਬੱਚਿਆਂ ਨੂੰ ਫੀਵਰ ਹੋਣਾ ਆਮ ਗੱਲ ਹੈ। ਫੀਵਰ ਹੋ ਜਾਂਦਾ ਬੱਚਿਆਂ ਨੂੰ, ਬੱਚੇ ਬਹੁਤ ਜ਼ਿਆਦਾ ਤਕਲੀਫ 'ਚ ਵੀ ਰਹਿੰਦੇ ਆ। ਇਹ ਕਿੰਨੇ ਕੁ ਦਿਨ ਤੱਕ ਤਕਲੀਫ ਰਹਿ ਸਕਦੀ ਹੈ? 1-2 ਦਿਨ? ਸਭ ਤੋਂ ਪਹਿਲਾਂ ਤਾਂ ਇਹ ਦੇਖੋ ਕਿ ਫੀਵਰ ਇੱਕ ਪੋਜ਼ਿਟਿਵ ਸਾਈਨ ਹੈ ਆਫਟਰ ਵੈਕਸੀਨੇਸ਼ਨ। ਜੀ ਇਹਦਾ ਮਤਲਬ ਕਿ ਉਹਦੇ ਜਿਹੜਾ ਕੀਟਾਣੂ ਆਪਾਂ ਇੰਟਰੋਡਿਊਸ ਕੀਤਾ ਉਹਦੀ ਬੋਡੀ 'ਚ, ਅੱਧ ਮਰਿਆ ਕੀਟਾਣੂ ਜਾਂ ਮਰਿਆ ਹੋਇਆ ਕੀਟਾਣੂ, ਤਾਂ ਉਹਦੇ ਅਗੇਂਸਟ ਬੋਡੀ ਹੁਣ ਰਿਐਕਟ ਕਰ ਰਹੀ ਹੈ। ਉਹਦੇ ਅਗੇਂਸਟ ਹੁਣ ਉਸਨੇ ਐਂਟੀਬੋਡੀਜ਼ ਬਣਾਤੀਆਂ, ਇਸ ਕਰਕੇ ਫੀਵਰ ਆ ਰਿਹਾ। ਅਤੇ ਇਸ ਦਾ ਮਤਲਬ ਕਿ ਵੈਕਸੀਨੇਸ਼ਨ ਆਪਣੀ ਸਕਸੈਸਫੁਲ ਹੋ ਗਈ। ਸੋ ਇਸ ਚੀਜ਼ ਤੋਂ ਆਪਾਂ ਨੂੰ ਡਰਨਾ ਨਹੀਂ ਚਾਹੀਦਾ ਕਿ ਫੀਵਰ ਆਏਗਾ ਇਸ ਕਰਕੇ ਆਪਾਂ ਵੈਕਸੀਨੇਸ਼ਨ ਨਹੀਂ ਕਰਵਾਉਣੀ। ਹਲਕਾ ਫੁਲਕਾ ਫੀਵਰ ਆਉਂਦਾ ਹੈ, ਮੈਕਸੀਮਮ 24 to 48 ਆਵਰਸ, 24 ਤੋਂ 48 ਘੰਟੇ ਰਹਿੰਦਾ, ਅਤੇ ਇੰਨਾ ਕੋਈ ਇਟ ਇਜ਼ ਹਾਰਮਲੈਸ। ਬ੍ਰੈਸਟ ਫੀਡਿੰਗ 'ਤੇ ਫਿਰ ਜਾਣਾ ਚਾਹੂੰਗੀ। ਮੇਰੇ ਦਿਮਾਗ 'ਚ ਇੱਕ ਕੁਐਸਚਨ ਆ ਗਿਆ ਕਿ ਜਦੋਂ ਬ੍ਰੈਸਟ ਫੀਡਿੰਗ ਜਿਹੜੀਆਂ ਮਦਰਸ ਨੇ, ਬ੍ਰੈਸਟ ਫੀਡ ਉਹਨਾਂ ਨੇ ਦੇਣੀ ਹੁੰਦੀ ਆ, ਉਹਨਾਂ ਦੀ ਆਪਣੀ ਡਾਇਟ ਵੀ ਜਿਹੜੀ ਆ ਉਹ ਪ੍ਰੋਪਰ ਵਧੀਆ ਹੋਣੀ ਚਾਹੀਦੀ ਹੈ। ਉਹਦੇ ਨਾਲ ਅਗਰ ਕਿਸੇ ਮਦਰ ਨੂੰ ਫੀਵਰ ਹੈ ਤਾਂ ਕੀ ਉਹ ਬ੍ਰੈਸਟ ਫੀਡਿੰਗ ਜਿਹੜੀ ਉਹ ਦੇ ਸਕਦੀ ਹੈ? ਇਹ ਡਿਪੈਂਡ ਕਰਦਾ ਕਿ ਫੀਵਰ ਕਿਉਂ ਹੈ ਅਤੇ ਉਹਦੇ ਲਈ ਕੀ ਮੈਡੀਸਿਨਸ ਚੱਲ ਰਹੀਆਂ। ਕੁਝ ਅਗਰ ਫੀਵਰ ਨਾਰਮਲੀ ਖਾਂਸੀ ਜ਼ੁਕਾਮ ਇਹ ਸਭ ਜੋ ਆਮ ਤੌਰ 'ਤੇ ਹੁੰਦਾ ਤਾਂ ਮਾਸਕ ਪਾ ਕੇ ਮਦਰ ਫੀਡ ਕਰ ਸਕਦੀ ਹੈ। ਇਹਦੇ ਲਈ ਫੀਡਿੰਗ ਰੋਕਣ ਦੀ ਲੋੜ ਨਹੀਂ ਹੈ। ਹਾਂ, ਅਗਰ ਕੁਝ ਬਹੁਤ ਸੀਰੀਅਸ ਬਿਮਾਰੀ ਹੈ, ਕੋਈ ਬ੍ਰੈਸਟ ਦੇ ਵਿੱਚ ਹੀ ਇਨਫੈਕਸ਼ਨ ਹੈ, ਕਈ ਵਾਰੀ ਬ੍ਰੈਸਟ ਐਬਸੈਸ ਬਣ ਜਾਂਦਾ ਹੈ, ਉਹਦੇ ਵਿੱਚ ਬਹੁਤ ਜ਼ਿਆਦਾ ਪੇਨਫੁਲ ਹੁੰਦਾ ਹੈ ਉਹ ਚੀਜ਼, ਜਾਂ ਫਿਰ ਕੁਝ ਐਸੀ ਦਵਾਈ ਚੱਲ ਰਹੀ ਹੈ ਉਸ ਫੀਵਰ ਕਰਕੇ ਜੋ ਕਿ ਬ੍ਰੈਸਟ ਮਿਲਕ ਦੇ ਵਿੱਚ ਸਿਕਰੀਟ ਹੋਏਗੀ। ਸੋ ਉਹ ਇੰਡੀਵਿਜੂਅਲ ਕੇਸ ਟੂ ਕੇਸ ਵੇਰੀ ਕਰਦਾ ਹੈ ਕਿ ਬ੍ਰੈਸਟ ਫੀਡਿੰਗ ਅਲਾਓ ਕਰੀਏ ਜਾਂ ਨਾ ਕਰੀਏ। ਬਹੁਤ ਸਾਰੀਆਂ ਮੈਡੀਸਨਸ ਦੇ ਉੱਪਰ ਵੀ ਲਿਖਿਆ ਹੁੰਦਾ ਹੈ ਕਿ ਅਗਰ ਬ੍ਰੈਸਟ ਫੀਡ ਕਰ ਰਹੀ ਹੈ ਮਦਰ ਤਾਂ ਇਹ ਮੈਡੀਸਨ ਜਿਹੜੀ ਹੈ ਉਸਨੇ ਨਹੀਂ ਲੈਣੀ। ਕਈ ਵਾਰੀ ਉਹ ਦੇਣੀ ਜ਼ਰੂਰੀ ਹੈ ਫਿਰ ਤਾਂ ਫਿਰ ਉਸ ਟਾਈਮ 'ਤੇ ਕੁਝ ਟਾਈਮ ਲਈ ਆਪਾਂ ਸਟਾਪ ਕਰ ਸਕਦੇ ਹਾਂ ਜੀ, ਜਾਂ ਟਾਈਮਿੰਗ ਕਰ ਸਕਦੇ ਹਾਂ ਇੱਦਾਂ ਦਾ ਕਿ ਸਪੋਜ਼ ਰਾਤ ਨੂੰ ਦੇਤੀ ਅਤੇ ਮਾਰਨਿੰਗ ਦੇ ਵਿੱਚ ਫੀਡ ਕਰਾ ਲਿਆ, ਫਿਰ ਲੇਕਿਨ ਰਾਤ ਨੂੰ ਫਾਰਮੂਲਾ ਫੀਡ ਕਰਾ ਲਿਆ ਜੀ। ਡਾਕਟਰ ਸਾਹਿਬ, ਇਹ ਅਸੀਂ ਗੱਲ ਕੀਤੀ ਹੈ 0 ਤੋਂ 6 ਮੰਥ ਦੇ ਵਿੱਚ ਜਿਹੜੇ ਬੱਚੇ ਨੇ। ਹੁਣ ਥੋੜ੍ਹਾ ਜਿਹਾ ਹੋਰ ਅੱਗੇ ਚੱਲੇ ਕਿਉਂਕਿ ਵੈਕਸੀਨੇਸ਼ਨ ਤਾਂ ਅਸੀਂ ਅੱਗੇ ਤੱਕ ਲੈ ਗਏ। 2 ਸਾਲ ਦੇ ਬੱਚੇ ਜਿਹੜੇ ਨੇ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਦੀਆਂ ਪ੍ਰੋਬਲਮਸ ਆ ਸਕਦੀਆਂ ਨੇ? ਜਿਵੇਂ ਕੁਝ ਬੱਚੇ ਸਾਨੂੰ ਪਤਾ ਵੀ ਨਹੀਂ ਚੱਲਦਾ ਕਿ ਇਹ ਜਿੱਦਾਂ ਉਹਨਾਂ ਦੀ ਬੋਲਣ ਦੀ ਏਜ ਹੁੰਦੀ ਹੈ ਅਤੇ ਉਹ ਬੋਲ ਨਹੀਂ ਪਾਉਂਦੇ, ਕਾਫੀ ਟਾਈਮ ਤੱਕ ਨਹੀਂ ਬੋਲਦੇ। ਪੇਰੈਂਟਸ ਪਹਿਲਾਂ ਤਾਂ ਇਸ ਚੀਜ਼ ਨੂੰ ਨੋਰਮਲ ਹੀ ਲੈ ਜਾਂਦੇ ਆ ਕਿ ਹਾਂ ਜੀ ਨਹੀਂ ਕੋਈ ਗੱਲ ਨਹੀਂ, ਬੱਚਾ ਬੋਲ ਪਏਗਾ, ਇਸ ਤਰੀਕੇ ਦੇ ਨਾਲ ਉਹ ਵੇਟ ਕਰਦੇ ਰਹਿੰਦੇ ਆ। ਪਰ ਕਈ ਵਾਰ ਇੱਦਾਂ ਹੁੰਦਾ ਹੈ ਕਿ ਉਹ ਜਿਹੜੀ ਵੇਟ ਹੈ ਉਹ ਸਾਰੀ ਉਮਰ ਦੀ ਵੇਟ ਹੋ ਜਾਂਦੀ ਹੈ। ਕੀ ਕਹਿਣਾ ਚਾਹੋਗੇ? ਸੋ ਕੋਈ ਵੀ ਬੱਚਾ ਹੈ, ਆਪਾਂ ਡਿਵੈਲਪਮੈਂਟ ਦੀ ਗੱਲ ਕਰਦੇ ਹਾਂ, ਸੋ ਕੋਈ ਵੀ ਬੱਚਾ ਉਹ 4 ਡੋਮੇਨਸ ਦੇ ਵਿੱਚ ਡਿਵੈਲਪ ਹੁੰਦਾ, 4 ਭਾਗਾਂ ਦੇ ਵਿੱਚ ਡਿਵੈਲਪ ਹੁੰਦਾ। ਇੱਕ ਤਾਂ ਗ੍ਰੋਸ ਮੋਟਰ ਹੋ ਗਿਆ ਕਿ ਬੱਚੇ ਨੇ ਗਰਦਨ ਕਦ ਸੰਭਾਲਣੀ ਸ਼ੁਰੂ ਕੀਤੀ, ਬੱਚੇ ਨੇ ਬੈਠਣਾ ਕਦ ਸ਼ੁਰੂ ਕੀਤਾ, ਕਰੋਲ ਕਦ ਕਰਨਾ ਸ਼ੁਰੂ ਕੀਤਾ, ਚੱਲਣਾ ਕਦ ਸ਼ੁਰੂ ਕੀਤਾ, ਭੱਜਣਾ ਕਦੋਂ ਸ਼ੁਰੂ ਕੀਤਾ, ਪੌੜੀਆਂ ਕਦ ਚੜ੍ਹਨੀ ਸ਼ੁਰੂ ਕੀਤੀਆਂ। ਇੱਕ ਹੋ ਗਿਆ ਕਿ ਫਾਈਨ ਮੋਟਰ ਜੀ। ਫਾਈਨ ਮੋਟਰ ਮਤਲਬ ਕਿ ਹੱਥ ਦਾ ਕੰਮ, ਮਤਲਬ ਫਾਈਨ ਕੰਮ, ਜਿਵੇਂ ਕਿ ਪੈਨਸਿਲ ਹੋ ਗਿਆ, ਬਟਨ ਅਨਬਟਨ ਕਰਨਾ ਜਾਂ ਫਿਰ ਬੋਟਲ ਖੋਲ੍ਹਣਾ, ਇਹ ਸਾਰਾ ਕੁਝ। ਦੈਨ ਹੋ ਗਿਆ ਲੈਂਗੁਏਜ ਦੇ ਵਿੱਚ ਕਿ 6 ਮਹੀਨੇ 'ਤੇ ਕਿ ਉਸਨੇ ਮਾਂ ਪਾ ਦਾ ਬੋਲਣਾ ਸ਼ੁਰੂ ਕਰਤਾ। ਦੈਨ 18 ਮਹੀਨੇ 'ਤੇ ਉਹਦੀ ਵੋਕੈਬਲਰੀ ਹੋਰ ਵੱਧ ਜਾਏਗੀ। 2 ਸਾਲ 'ਤੇ ਉਹ 2 ਸ਼ਬਦ ਬੋਲਣ ਲੱਗ ਜਾਏਗਾ, ਜੋੜਨ ਲੱਗ ਜਾਏਗਾ, ਫਿਰ ਐਵੇਂ ਵੋਕੈਬਲਰੀ ਵੱਧ। ਐਂਡ ਦੈਨ ਇਜ਼ ਸੋਸ਼ਲ ਮੀਨਸ ਕਿ 3 ਮਹੀਨੇ 'ਤੇ ਉਹਦੀ ਸੋਸ਼ਲ ਸਮਾਈਲ ਆਏਗੀ। ਦੈਨ 9 ਮਹੀਨੇ 'ਤੇ ਬਾਏ ਕਰਨ ਲੱਗ ਜਾਏਗਾ। ਦੈਨ ਇੱਦਾਂ ਦੀ ਚੀਜ਼ਾਂ 'ਤੇ ਇੰਟਰੈਕਸ਼ਨ ਉਹਦੀ ਵਿਦ ਟਾਈਮ ਇੰਕਰੀਜ਼ ਹੋਏਗੀ। ਸੋ ਕੁਛ ਬੱਚੇ
ਗ੍ਰੋਸ ਮੋਟਰ ਤੇ ਫਾਈਨ ਮੋਟਰ ਜਨਰਲੀ ਮਾਂ-ਬਾਪ ਜਲਦੀ ਪਕੜ ਲੈਂਦੇ ਆ ਜੀ ਕਿ ਹਲ ਤਾਂ ਬੱਚੇ ਨੇ ਗਰਦਨ ਵੀ ਨਹੀਂ ਸੰਭਾਲਣੀ ਸ਼ੁਰੂ ਕੀਤੀ 7 ਮਹੀਨੇ ਦਾ ਹੋ ਗਿਆ ਜੀ ਤਾਂ ਉਹ ਆ ਜਾਏਂਗੇ ਆਪਣੇ ਕੋਲ ਜਿਵੇਂ ਸਪੋਜ਼ 1 ਸਾਲ ਦਾ ਹੋ ਗਿਆ ਹਲੇ ਤਾਂ ਜੀ ਬੈਠਣਾ ਵੀ ਨਹੀਂ ਸ਼ੁਰੂ ਕੀਤਾ ਐਵੇਂ ਹੀ ਸੋ ਲੇਕਿਨ ਲੈਂਗੁਏਜ ਤੇ ਸੋਸ਼ਲ ਮਾਈਲਸਟੋਨ ਐਸੇ ਹੈ ਕਿ ਜਿਹੜੇ ਥੋੜ੍ਹੇ ਜਿਹੇ ਪਿੱਛੇ ਰਹਿ ਜਾਂਦੇ ਆ ਮਤਲਬ ਧਿਆਨ ਦੇ ਵਿੱਚ ਨਹੀਂ ਆਉਂਦੇ ਸੋ ਇਹਦੇ ਕਈ ਕਾਰਨ ਹੋ ਸਕਦੇ ਆ ਕਿ ਇੱਕ ਤਾਂ ਬੱਚੇ ਨੂੰ ਕੀ ਸੁਣਦਾ ਵੀ ਹੈ ਕਈ ਵਾਰੀ ਅਗਰ ਬੱਚੇ ਨੂੰ ਸੁਣ ਹੀ ਨਹੀਂ ਰਿਹਾ ਤਾਂ ਉਹ ਬੋਲੇਗਾ ਕਿਵੇਂ ਉਹ ਲੈਂਗੁਏਜ ਸਿੱਖੇਗਾ ਕਿਵੇਂ ਸੋ ਇਹਦੇ ਲਈ ਇੱਕ ਸਿਸਟਮ ਬਣਿਆ ਹੋਇਆ ਹੈ ਕਿ ਜਦੋਂ ਵੀ ਬੱਚਾ ਪੈਦਾ ਹੋਵੇ ਉਹਦਾ ਹੀਅਰਿੰਗ ਸਕਰੀਨ ਨੋਰਮਲੀ ਹੀਅਰਿੰਗ ਸਕਰੀਨ ਹੋਣਾ ਚਾਹੀਦਾ ਮੇਰੇ ਹਿਸਾਬ ਨਾਲ ਸ਼ਹਿਰ ਦੇ ਸਾਰੇ ਮਤਲਬ ਹਰ ਸ਼ਹਿਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਇਹ ਫ੍ਰੀ ਹੁੰਦਾ ਹੈ ਜੀ ਤਾਂ ਇਹ ਕਰਵਾਉਣਾ ਚਾਹੀਦਾ ਹੈ ਅਗਰ ਸਰਕਾਰੀ ਹਸਪਤਾਲ ਦੇ ਵਿੱਚ ਨਹੀਂ ਵੀ ਹੋ ਰਿਹਾ ਤਾਂ ਮਿਨੀਮਲ ਚਾਰਜਿਸ ਆਈ ਥਿੰਕ 500 ਤੋਂ 1000 ਦੇ ਵਿੱਚ ਕਿਸੇ ਵੀ ਪ੍ਰਾਈਵੇਟ ਸੈਂਟਰ 'ਤੇ ਇਹ ਹੋ ਜਾਂਦਾ ਹੈ ਤਾਂ ਇਹ ਕਰਾਉਣਾ ਬਹੁਤ ਜ਼ਰੂਰੀ ਹੈ 1 ਮਹੀਨੇ ਤੱਕ 1 ਮੰਥ ਆਫ ਏਜ ਤੱਕ ਇਹ ਟੈਸਟ ਹੋ ਜਾਣਾ ਚਾਹੀਦਾ ਐਂਡ ਦੈਨ ਅਗਰ ਇਹ ਤਾਂ ਇੱਕ ਚੀਜ਼ ਹੋ ਗਈ ਕਿ ਉਸ ਨੂੰ ਬੱਚੇ ਨੂੰ ਕੀ ਸੁਣਦਾ ਵੀ ਹੈ ਜਾਂ ਨਹੀਂ ਹੀਅਰਿੰਗ ਸਕਰੀਨ ਹੋ ਗਿਆ ਜਾਂ ਫਿਰ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਇਹ ਇੱਕ ਔਟਿਜ਼ਮ ਨਾਮ ਦੀ ਬਿਮਾਰੀ ਹੈ ਉਸ ਦੀ ਨਿਸ਼ਾਨੀ ਵੀ ਹੋ ਸਕਦੀ ਹੈ ਜੀ ਤਾਂ ਔਟਿਜ਼ਮ ਦੇ ਵਿੱਚ ਇਹੀ ਹੁੰਦਾ ਕਿ ਲੈਂਗੁਏਜ ਤੇ ਸੋਸ਼ਲ ਮਾਈਲਸਟੋਨਸ ਬੱਚੇ ਦੇ ਅਚੀਵ ਨਹੀਂ ਹੁੰਦੇ ਗ੍ਰੋਸ ਮੋਟਰ ਤੇ ਫਾਈਨ ਮੋਟਰ ਬੱਚੇ ਦੇ ਨਾਰਮਲ ਹੁੰਦੇ ਆ ਬੱਚਾ ਆਪਣੇ ਆਪ ਦੇ ਵਿੱਚ ਹੀ ਰਹਿੰਦਾ ਉਸ ਨੂੰ ਤੁਹਾਡੇ ਨਾਲ ਕੋਈ ਇਮੋਸ਼ਨਸ ਸ਼ੇਅਰ ਕਰਨ ਦੇ ਵਿੱਚ ਇੰਟਰਸਟ ਨਹੀਂ ਉਸਦੀ ਆਪਣੀ ਹੀ ਦੁਨੀਆ ਹੈ ਅੱਖ ਨਹੀਂ ਮਿਲਾਏਗਾ ਤੁਹਾਡੇ ਨਾਲ ਆਪਣੀ ਦਿਨਚਰਿਆ ਉਹਦੀ ਰਿਪੀਟਡ ਦਿਨਚਰਿਆ ਹੋਏਗੀ ਇੱਕੋ ਹੀ ਕੰਮ ਬਾਰ-ਬਾਰ ਕਰਨ ਦਾ ਉਸਨੂੰ ਸ਼ੌਂਕ ਰਹੇਗਾ ਅਤੇ ਸਿਮਿਟਰੀ ਦੀ ਬਹੁਤ ਆਦਤ ਰਹੇਗੀ ਅਗਰ ਇਹ ਚੀਜ਼ ਇੱਥੇ ਐਵੇਂ ਪਈ ਹੈ ਤਾਂ ਇਸੀ ਐਂਗਲ 'ਤੇ ਹੋਣੀ ਚਾਹੀਦੀ ਹੈ ਪਲੇਟ ਦੇ ਵਿੱਚ ਦਾਲ ਅਤੇ ਰੋਟੀ ਦਾ ਇੱਕ ਅਗਰ ਪੈਟਰਨ ਹੈ ਤਾਂ ਉਹ ਉਸੇ ਤਰੀਕੇ ਦਾ ਹੀ ਪੈਟਰਨ ਹੋਣਾ ਚਾਹੀਦਾ ਹੈ ਅਤੇ ਸਪੀਚ ਡਿਲੇ ਵੀ ਹੋਏਗਾ ਇਸ ਦੇ ਨਾਲ ਕਿਉਂਕਿ ਉਹ ਤੁਹਾਡੇ ਨਾਲ ਇੰਟਰੈਕਟ ਹੀ ਨਹੀਂ ਕਰੇਗਾ ਤਾਂ ਸਪੀਚ ਉਹ ਨਹੀਂ ਸਿੱਖਦਾ ਬੱਚਾ ਸੋ ਇਹ ਔਟਿਜ਼ਮ ਦਾ ਵੀ ਇੱਕ ਸਾਈਨ ਹੋ ਸਕਦਾ ਜਨਰਲੀ ਜਦ ਬੱਚਾ 1.5-2 ਸਾਲ ਦਾ ਹੋ ਜਾਂਦਾ ਉਦੋਂ ਇਹ ਸਾਈਨਸ ਐਂਡ ਸਿੰਪਟਮਸ ਉੱਭਰ ਕੇ ਸਾਹਮਣੇ ਆਉਣ ਲੱਗ ਜਾਂਦੇ ਬਿਕੋਜ਼ ਉਹਦੀ ਸੋਸ਼ਲ ਨੀਡਸ ਉਸ ਟਾਈਮ 'ਤੇ ਸੋਸ਼ਲ ਐਕਸਪੈਕਟੇਸ਼ਨਸ ਜੀ ਮਾਪਿਆਂ ਦੀ ਜਾਂ ਉਹਦੇ ਆਸ-ਪਾਸ ਬੱਚਿਆਂ ਦੀ ਸੋਸ਼ਲ ਐਕਸਪੈਕਟੇਸ਼ਨ ਉਸ ਤੋਂ ਇੱਕਦਮ ਵੱਧ ਜਾਂਦੀ ਹੈ ਅਤੇ ਉਹ ਉਸਨੂੰ ਮੀਟ ਨਹੀਂ ਕਰ ਪਾਉਂਦਾ ਆਟਿਜ਼ਮ ਜਿਹੜਾ ਹੈ ਉਸ ਦੇ ਸਿੰਪਟਮਸ ਤੁਸੀਂ ਦੱਸ ਦਿੱਤੇ ਕਿ ਇਸ ਤਰ੍ਹਾਂ ਦੇ ਜਿਹੜੇ ਸਿੰਪਟਮਸ ਨੇ ਉਹ ਜਿਹੜੇ ਹੈ ਆਟਿਜ਼ਮ ਦੇ ਪੇਸ਼ੈਂਟ ਦੇ ਵਿੱਚ ਜਾਂ ਬੱਚਿਆਂ ਦੇ ਵਿੱਚ ਜਦੋਂ ਆਟਿਜ਼ਮ ਸਟਾਰਟ ਹੁੰਦਾ ਆ ਸਕਦੇ ਆ ਜਦੋਂ ਪਤਾ ਚੱਲਦਾ ਕੋਈ ਪੇਰੈਂਟਸ ਇਹ ਜਿਹੜੇ ਸਿੰਪਟਮਸ ਹੈਗਾ ਉਹ ਨੋਟਿਸ ਕਰ ਲੈਂਦਾ ਕਿ ਬੱਚਾ ਜਿਹੜਾ ਹੈ ਸਾਡੇ ਵੱਲ ਧਿਆਨ ਹੀ ਨਹੀਂ ਦੇ ਰਿਹਾ ਜਾਂ ਬਿਲਕੁਲ ਸੋਸ਼ਲ ਨਹੀਂ ਹੋ ਰਿਹਾ ਆਪਣੇ ਆਪ ਦੇ ਵਿੱਚ ਹੀ ਉਹ ਮਗਨ ਹੈ ਤਾਂ ਫਿਰ ਜਦੋਂ ਤੁਹਾਡੇ ਕੋਲ ਪੇਸ਼ੈਂਟ ਆਉਂਦੇ ਨੇ ਇੱਦਾਂ ਦੇ ਜਾਂ ਪੇਰੈਂਟਸ ਲੈ ਕੇ ਆਉਂਦੇ ਨੇ ਆਪਣੇ ਬੱਚੇ ਨੂੰ ਅਤੇ ਫਿਰ ਕਿਸ ਤਰੀਕੇ ਦੇ ਜਿਹੜੇ ਟੈਸਟ ਹੈ ਜਾਂ ਕਿਸ ਤਰੀਕੇ ਦੇ ਨਾਲ ਤੁਸੀਂ ਇਸਨੂੰ ਡੀਲ ਕਰਦੇ ਹੋ ਇਹਦੇ ਕਾਫੀ ਟੂਲਸ ਬਣੇ ਹੋਏ ਆ ਮਤਲਬ ਕੁਐਸਚਨੇਅਰਸ ਬਣੇ ਹੋਏ ਆ ਜਿਹਦੇ ਅਕੋਰਡਿੰਗ ਆਪਾਂ ਡਿਟੈਕਟ ਕਰਦੇ ਹਾਂ ਕਿ ਹਾਂਜੀ ਇੱਕ ਆਬਜੈਕਟਿਵ ਅਸੈਸਮੈਂਟ ਕਿਉਂਕਿ ਇੱਕ ਡਾਕਟਰ ਦੇ ਅਕੋਰਡਿੰਗ ਔਟਿਜ਼ਮ ਹੋ ਸਕਦਾ ਇੱਕ ਦੂਸਰੇ ਦੇ ਅਕੋਰਡਿੰਗ ਨਹੀਂ ਹੋ ਸਕਦਾ ਸੋ ਇਸ ਨੂੰ ਆਬਜੈਕਟੀਫਾਈ ਕਰਨ ਲਈ ਇੱਕ ਅਸੈਸਮੈਂਟ ਟੂਲਸ ਬਣੇ ਹੋਏ ਆ ਵੱਖ-ਵੱਖ ਤਰ੍ਹਾਂ ਦੇ ਸੋ ਉਹਨਾਂ ਟੂਲਸ ਨੂੰ ਉਹਨਾਂ ਕੁਐਸਚਨੇਅਰਸ ਨੂੰ ਪੇਰੈਂਟਸ ਨੂੰ ਐਡਮਿਨਿਸਟਰ ਕੀਤਾ ਜਾਂਦਾ ਪੁੱਛਿਆ ਜਾਂਦਾ ਹੈ ਮਾਪਿਆਂ ਤੋਂ ਕੁਐਸਚਨਸ ਪੁੱਛੇ ਜਾਂਦੇ ਆ ਅਤੇ ਉਹਦੇ ਅਕੋਰਡਿੰਗ ਸਕੋਰਿੰਗ ਹੁੰਦੀ ਹੈ ਬੱਚੇ ਦੀ ਅਤੇ ਉਸ ਦੇ ਅਕੋਰਡਿੰਗ ਆਪਾਂ ਡਿਸਾਈਡ ਕਰਦੇ ਹਾਂ ਕਿ ਹਾਂਜੀ ਬੱਚੇ ਨੂੰ ਔਟਿਜ਼ਮ ਹੈ ਜਾਂ ਨਹੀਂ ਹੈ ਅਤੇ ਅਗਰ ਹੈ ਤਾਂ ਮਾਈਲਡ ਹੈ ਜ਼ਿਆਦਾ ਹੈ ਜਾਂ ਬਹੁਤ ਜ਼ਿਆਦਾ ਹੈ ਮਾਈਲਡ ਮੋਡਰੇਟ ਸੀਵੀਅਰ ਦੇ ਵਿੱਚ ਆਪਾਂ ਉਸਨੂੰ ਕਲਾਸੀਫਾਈ ਕਰਦੇ ਹਾਂ ਬੱਚੇ ਦੀ ਅਦਰਵਾਈਜ਼ ਕਲੀਨਿਕ ਦੇ ਵਿੱਚ ਐਕਟੀਵਿਟੀ ਓਬਜ਼ਰਵ ਕਰਦੇ ਹਾਂ ਕਿ ਹਾਂ ਆਪਣੇ ਨਾਲ ਉਹ ਅੱਖ ਮਿਲਾ ਰਿਹਾ ਨਹੀਂ ਮਿਲਾ ਰਿਹਾ ਉਹਦੇ ਹੱਥ ਮਿਲਾ ਰਿਹਾ ਨਹੀਂ ਮਿਲਾ ਰਿਹਾ ਆਪਣੀ ਇਮੋਸ਼ਨਸ ਨੂੰ ਸ਼ੇਅਰ ਕਰ ਰਿਹਾ ਨਹੀਂ ਕਰ ਰਿਹਾ ਦੂਸਰੇ ਕੋਈ ਹੋਰ ਬੱਚਾ ਹੈ ਅਗਰ ਕਲੀਨਿਕ ਦੇ ਵਿੱਚ ਤਾਂ ਕੀ ਉਹਦੇ ਨਾਲ ਇੰਟਰੈਕਟ ਕਰ ਰਿਹਾ ਕੀ ਉਹਦੇ ਨਾਲ ਮੀਨਿੰਗਫੁਲ ਪਲੇ ਕਰ ਰਿਹਾ ਜਾਂ ਨਹੀਂ ਕਰ ਰਿਹਾ ਤਾਂ ਇਹ ਸਾਰੀ ਚੀਜ਼ਾਂ ਨੋਟਿਸ ਕਰਕੇ ਇਹ ਡਿਸਾਈਡ ਕੀਤਾ ਜਾਂਦਾ ਪੇਰੈਂਟਸ ਨੂੰ ਔਨ ਬੋਰਡ ਲੈ ਕੇ ਪੇਰੈਂਟਸ ਨੂੰ ਨਾਲ ਲੈ ਕੇ ਕਿ ਹਾਂਜੀ ਕਿ ਇਹ ਦਿੱਕਤ ਹੈ ਜਾਂ ਨਹੀਂ ਹੈ ਅਗਰ ਦਿੱਕਤ ਹੈ ਤਾਂ ਇਹਦੀ ਥੈਰੇਪੀਜ਼ ਹੁੰਦੀਆਂ ਹਲਕੀ ਫੁਲਕੀ ਮੈਡੀਸਿਨ ਹੁੰਦੀ ਹੈ ਮੈਡੀਸਿਨ ਦਾ ਜ਼ਿਆਦਾ ਰੋਲ ਨਹੀਂ ਹੈ ਜ਼ਿਆਦਾ ਥੈਰੇਪੀਜ਼ ਦਾ ਰੋਲ ਹੈ ਆਕੂਪੇਸ਼ਨਲ ਥੈਰੇਪੀ ਸਪੀਚ ਥੈਰੇਪੀ ਸੋ ਥੈਰੇਪੀਜ਼ ਜਿੰਨੀ ਜਲਦੀ ਸਟਾਰਟ ਕੀਤੀਆਂ ਜਾਣ ਉਨਾ ਜ਼ਿਆਦਾ ਬੱਚੇ ਲਈ ਬੈਨੀਫੀਸ਼ੀਅਲ ਹੁੰਦਾ ਅਗਰ ਇਸ ਕੰਮ ਦੇ ਵਿੱਚ ਦੇਰ ਹੋ ਜਾਂਦੀ ਹੈ ਅਤੇ ਫਿਰ ਜਿਹੜਾ ਆਟਿਜ਼ਮ ਅੱਗੇ ਵੀ ਜਾ ਸਕਦਾ ਅੱਗੇ ਜਾ ਸਕਦਾ ਅਤੇ ਉਹੀ ਉਸਨੂੰ ਫਿਰ ਤੋਂ ਨੋਰਮਲਾਈਜ਼ ਕਰਨ ਲਈ ਉਸਨੂੰ ਅਚੀਵ ਕਰਨ ਲਈ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਅਗਰ 6 ਮਹੀਨੇ ਵੀ ਆਪਾਂ ਲੇਟ ਸ਼ੁਰੂ ਕੀਤਾ ਤਾਂ ਇਹ ਮੰਨ ਕੇ ਚੱਲੋ ਕਿ ਆਪਾਂ 1-1.5 ਸਾਲ ਲੂਜ਼ ਕਰਤਾ ਅਗਰ ਆਪਾਂ ਜਲਦੀ ਤੋਂ ਜਲਦੀ ਡਿਟੈਕਟ ਕਰ ਲਿਆ ਔਰ ਜਲਦੀ ਤੋਂ ਜਲਦੀ ਥੈਰੇਪੀ ਸਟਾਰਟ ਕਰ ਲਈਆਂ
ਤਾਂ ਉਹ ਡੈਫੀਨੇਟਲੀ ਬਹੁਤ ਹੈਲਪਫੁਲ ਹੁੰਦਾ ਹੈ। ਇਹਦੇ ਵਿੱਚ ਇਹ ਪ੍ਰੋਬਲਮ ਰਹਿੰਦੀ ਹੈ ਕਿ ਮਾਂ-ਬਾਪ ਜ਼ਿਆਦਾਤਰ ਡਿਨਾਇਲ ਦੇ ਵਿੱਚ ਰਹਿੰਦੇ ਆ ਸ਼ੁਰੂ ਦੇ ਵਿੱਚ ਕਿ ਸਾਡੇ ਬੱਚੇ ਨੂੰ ਇਹ ਨਹੀਂ ਹੋ ਸਕਦਾ। ਜੀ ਬਿਲਕੁਲ, ਸੋ ਸਭ ਤੋਂ ਪਹਿਲਾਂ ਤਾਂ ਐਕਸੈਪਟੈਂਸ ਬਹੁਤ ਜ਼ਰੂਰੀ ਹੈ। ਠੀਕ ਹੈ, ਤੁਸੀਂ 3 ਡਾਕਟਰਾਂ ਨੂੰ ਮਿਲ ਲਓ, 4 ਡਾਕਟਰਾਂ ਨੂੰ ਮਿਲ ਲਓ, ਕੋਈ ਗੱਲ ਨਹੀਂ, ਬਟ ਆਈ ਥਿੰਕ ਉਹ ਇੱਕ ਫੇਜ਼ ਹੈ, ਉਹ ਜਲਦੀ ਤੋਂ ਜਲਦੀ ਕੰਪਲੀਟ ਕਰਕੇ ਵੰਸ ਅਗਰ ਆਪਾਂ ਮੰਨ ਲਿਆ ਕਿ ਬੱਚੇ ਨੂੰ ਔਟਿਜ਼ਮ ਹੈ, ਇਹ ਡਾਇਗਨੋਸਿਸ ਹੋ ਰਿਹਾ ਹੈ ਹਰ ਜਗ੍ਹਾ, ਤਾਂ ਆਪਾਂ ਨੂੰ ਚਾਹੀਦਾ ਹੈ ਕਿ ਜਲਦੀ ਤੋਂ ਜਲਦੀ ਥੈਰੇਪੀ ਸਟਾਰਟ ਕਰੀਏ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਜਿਹੜਾ ਐਕਸੈਪਟ ਨਹੀਂ ਕਰਦੇ ਪੇਰੈਂਟਸ ਕਿ ਸਾਡੇ ਬੱਚੇ ਨੂੰ ਪ੍ਰੋਬਲਮ ਹੈ, ਇਸ ਤਰੀਕੇ ਦੇ ਔਟਿਜ਼ਮ ਦੀ ਗੱਲ ਕੀਤੀ ਹੈ। ਕੁਛ ਪੇਸ਼ੈਂਟ ਸਾਡੇ ਕੋਲ ਮੈਂਟਲੀ ਰਿਟਾਰਡਡ ਵੀ ਆਉਂਦੇ ਹੋਣਗੇ। ਕਿਸ ਤਰੀਕੇ ਦੇ ਨਾਲ ਤੁਸੀਂ ਫਿਰ ਪੇਰੈਂਟਸ ਨੂੰ ਡੀਲ ਕਰਦੇ ਹੋ, ਕਿਸ ਤਰੀਕੇ ਦੇ ਨਾਲ ਮੋਟੀਵੇਟ ਕਰਦੇ ਹੋ, ਉਹਨਾਂ ਨੂੰ ਕਿਵੇਂ ਕਨਵਿੰਸ ਕਰਦੇ ਹੋ? ਕੋਈ ਐਵੇਂ ਜ਼ਬਰਦਸਤੀ ਤਾਂ ਆਪਾਂ ਕਰ ਨਹੀਂ ਸਕਦੇ ਕਿ ਤੁਸੀਂ ਥੈਰੇਪੀ ਸਟਾਰਟ ਕਰੋ, ਤਾਂ ਓਬਵੀਅਸਲੀ ਉਹਨਾਂ ਨੂੰ ਬੈਠ ਕੇ ਸਮਝਾਉਣਾ, ਅੱਧਾ ਘੰਟਾ, ਪੌਣਾ ਘੰਟਾ ਅਗਰ ਉਹਨਾਂ ਨੂੰ ਔਨ ਬੋਰਡ ਲੈਣਾ, ਸਾਰੀ ਫੈਮਿਲੀ ਦੇ ਨਾਲ ਓਵਰਆਲ ਡਿਸਕਸ ਕਰਨਾ, ਇੱਕ ਮੈਂਬਰ ਨੂੰ ਔਨ ਬੋਰਡ ਲੈਣਾ, ਇਹ ਜ਼ਰੂਰੀ ਹੈ। ਜੀ ਕੁਛ ਨਹੀਂ ਕਿਹਾ, बहुत मुश्किल काम है, लेकिन चैलेंजिंग काम है, लेकिन और कोई चारा भी नहीं है, एक गलबात ਨਾਲ ਹੀ ਮਸਲਾ ਸੁਲਝ ਸਕਦਾ। ਕਿਉਂਕਿ ਇਹ ਗੱਲ ਮੈਂ ਇਸ ਕਰਕੇ ਕਰ ਰਹੀ ਹਾਂ ਕਿ ਮੇਰਾ ਵੀ ਪਰਸਨਲ ਐਕਸਪੀਰੀਅੰਸ ਰਿਹਾ ਕਿ ਬੱਚਾ ਇੱਕ ਇਸ ਤਰ੍ਹਾਂ ਸੀਗਾ ਤੇ ਮੇਰੇ ਕੋਲ ਆਇਆ, ਕਿਸੇ ਪ੍ਰਾਈਵੇਟ ਸਕੂਲ ਦੇ ਵਿੱਚ ਉਹ ਪੜ੍ਹਦਾ ਸੀ, ਤਾਂ ਜਦੋਂ ਆਇਆ 3rd ਕਲਾਸ ਦੇ ਵਿੱਚ ਹੋ ਗਿਆ, ਤਾਂ ਜਦੋਂ ਮੈਂ ਉਹਦੀਆਂ ਹਰਕਤਾਂ ਨੋਟਿਸ ਕੀਤੀਆਂ ਤਾਂ ਉਹਦੇ ਮਦਰ ਮੰਨਣ ਨੂੰ ਹੀ ਤਿਆਰ ਨਹੀਂ ਆ। ਉਹ ਕਹਿੰਦੇ ਨਹੀਂ ਜੀ, ਮੇਰਾ ਬੇਟਾ ਜਿਹੜਾ ਉਹ ਬਿਲਕੁਲ ਸਹੀ ਹੈ, ਇਹ ਤੁਹਾਡੇ ਕੋਲ ਸ਼ਰਮਾ ਰਿਹਾ, ਬਟ ਉਹ ਆਈ ਕੰਟੈਕਟ ਨਹੀਂ ਸੀ ਕਰ ਰਿਹਾ, ਆਪਣੇ ਆਪ ਨੂੰ ਪ੍ਰੋਪਰ ਸੰਭਾਲ ਨਹੀਂ ਪਾ ਰਿਹਾ ਸੀਗਾ। ਉਹਦੇ ਮਦਰਸ ਨੂੰ ਜਿਹੜਾ ਕਨਵਿੰਸ ਕਰਨਾ, ਉਹ ਮੇਰੇ ਲਈ ਇੰਨਾ ਕੁ ਚੈਲੰਜ ਬਣ ਗਿਆ। ਫਿਰ ਉਹਨਾਂ ਨੂੰ ਅਸੀਂ ਸਪੈਸ਼ਲ ਨੀਡ ਵਾਲਾ ਜਿਹੜਾ ਸਕੂਲ ਸੀਗਾ ਉਹ ਵਿਜ਼ਿਟ ਕਰਵਾਇਆ। ਫਿਰ ਅਸੀਂ ਉਹਨਾਂ ਨੂੰ ਦੱਸਿਆ ਕਿ ਦੇਖੋ ਜੀ, ਇੱਕ ਬੱਚਾ ਨਹੀਂ, ਇੱਦਾਂ ਦੇ ਬਹੁਤ ਸਾਰੇ ਬੱਚੇ ਹੁੰਦੇ ਆ। ਫਿਰ ਉਹ ਕਿਸੇ ਲੈਵਲ 'ਤੇ ਮੰਨੇ ਕਿ ਹਾਂਜੀ। ਅਸੀਂ ਫਿਰ ਉਹਨਾਂ ਨੂੰ ਇਹ ਚੀਜ਼ ਸਮਝਾਈ ਬਿਠਾ ਕੇ ਪਿਆਰ ਦੇ ਨਾਲ ਕਿ ਇਹ ਜਿਹੜਾ ਬੱਚਾ ਹੈ, ਦੇਖੋ ਇਹਦੀ ਮੈਂਟਲ ਏਜ ਇੰਨੀ ਹੈ, ਉੱਦਾਂ ਇੰਨਾ ਹੋ ਗਿਆ। ਫਿਰ ਉਹ ਚੀਜ਼ਾਂ ਨੂੰ ਐਕਸੈਪਟ ਕੀਤਾ ਔਰ ਉਹ ਸਪੈਸ਼ਲ ਸਕੂਲ ਦੇ ਵਿੱਚ ਬੱਚਾ ਜਾਣ ਲੱਗ ਗਿਆ ਔਰ ਥੋੜ੍ਹੇ ਦੇਰ ਦੇ ਵਿੱਚ ਹੀ ਜਿਹੜਾ ਉਸ ਦੇ ਵਿੱਚ ਚੇਂਜਿਸ ਆਉਣੀਆਂ ਸ਼ੁਰੂ ਹੋ ਗਈਆਂ। ਸੋ ਇਹ ਗੱਲ ਦੱਸਣਾ ਇੱਥੇ ਲਾਜ਼ਮੀ ਇਸ ਕਰਕੇ ਸੀਗਾ ਕਿਉਂਕਿ ਜਿਹੜੇ ਪੇਰੈਂਟਸ ਤੁਹਾਡੇ ਲਈ ਚੈਲੰਜ ਬਣ ਜਾਂਦੇ, ਕਿਉਂਕਿ ਮਾਂ ਹੈ, ਮਾਂ ਨੇ ਤਾਂ ਸੋਚਣਾ ਜੀ ਨਹੀਂ, ਮਾਂ ਨੂੰ ਤਾਂ ਆਪਣਾ ਬੱਚਾ ਬਹੁਤ ਪਿਆਰਾ ਲੱਗਦਾ, ਜਾਂ ਉਹ ਕਿਤੇ ਨਾ ਕਿਤੇ ਮੰਨਣ ਨੂੰ ਤਿਆਰ ਨਹੀਂ ਹੁੰਦੇ। ਬਟ ਇੱਥੇ ਇਸ ਗੱਲ ਦਾ ਮੈਂ ਜ਼ਿਕਰ ਜ਼ਰੂਰ ਕਰਨਾ ਚਾਹੂੰਗੀ, ਜਾਂ ਇਹ ਗੱਲ ਕਹਿਣੀ ਲਾਜ਼ਮੀ ਜ਼ਰੂਰ ਰੱਖੂੰਗੀ ਕਿ ਜਿੰਨੀ ਜਲਦੀ ਤੁਸੀਂ ਬਿਮਾਰੀ ਨੂੰ ਫੜ ਲੈਂਦੇ ਹੋ ਜਾਂ ਜਿੰਨੀ ਜਲਦੀ ਉਸ ਦਾ ਇਲਾਜ ਸ਼ੁਰੂ ਕਰ ਦਿੰਦੇ ਹੋ, ਉਹ ਉਨੀ ਹੀ ਜਲਦੀ ਕਿਉਰ ਹੋ ਜਾਂਦੀ ਹੈ ਔਰ ਤੁਹਾਡੇ ਬੱਚੇ ਦੀ ਆਉਣ ਵਾਲੀ ਜਿਹੜੀ ਜ਼ਿੰਦਗੀ ਹੈ ਉਹ ਬਿਲਕੁਲ ਸਹੀ ਹੋ ਜਾਂਦੀ ਹੈ। ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ? ਇੱਕ ਪਰਸਪੈਕਟਿਵ ਇਹਦਾ ਇਹ ਵੀ ਹੈ ਕਿ ਆਪਣੇ ਲਈ ਇੱਕ ਕਲੀਨਿਕ ਦੇ ਵਿੱਚ ਬੈਠ ਕੇ ਡਾਇਗਨੋਸ ਕਰਨਾ, ਉਸਨੂੰ ਅਸੈਸ ਕਰਨਾ, ਘੰਟਾ ਉਸ ਦੇ ਨਾਲ ਸਪੈਂਡ ਕਰਨਾ, ਵਰਸਿਸ ਇੱਕ ਫੈਮਿਲੀ ਜਿਸ ਦੀ ਪੂਰੀ ਉਮੀਦ ਹੈ ਬੱਚੇ ਤੋਂ ਕਿ ਬੱਚਾ ਬੜਾ ਹੋਏਗਾ, ਸਾਡਾ ਸਾਥ ਦੇਵੇਗਾ, ਸਹਾਰਾ ਬਣੇਗਾ, ਜਾਂ ਹਰ ਇੱਕ ਫੈਮਿਲੀ ਦੀ ਹਰ ਬਿਲਕੁਲ ਡਰੀਮਸ ਹੁੰਦੀਆਂ, ਉਹ ਇੱਕਦਮ ਆਪਾਂ ਕਹਿੰਦੇ ਹਾਂ ਕਿ ਉਹ ਸ਼ੈਟਰ ਹੋ ਗਈਆਂ। ਦੈਨ ਆਲ ਟੁਗੈਦਰ ਆਪਾਂ ਡਿਫਰੈਂਟ ਹੀ ਰਸਤੇ 'ਤੇ ਚੱਲ ਪਏ। ਇੱਕ ਪੇਰੈਂਟ ਨੂੰ ਪੂਰਾ ਹੀ ਡੈਡੀਕੇਸ਼ਨ ਦੇ ਨਾਲ ਉਸ ਦੇ ਨਾਲ ਥੈਰੇਪੀਜ਼ ਦੇਣੀਆਂ ਪੈਂਦੀਆਂ ਆ। ਸੋ ਓਬਵੀਅਸਲੀ ਉਹਨਾਂ ਲਈ ਵੀ ਇੱਕ ਬਹੁਤ ਚੈਲੰਜਿੰਗ ਸਿਚੁਏਸ਼ਨ ਹੋ ਜਾਂਦੀ ਹੈ। ਸੋ ਇਹ ਦੋ ਪਰਸਪੈਕਟਿਵ ਹੈ, ਲੇਕਿਨ ਸਮਝਣਾ ਚਾਹੀਦਾ ਕਿ ਹੋਰ ਕੋਈ ਚਾਰਾ ਵੀ ਨਹੀਂ ਹੈ ਜੀ, ਹੋਰ ਕੋਈ ਚਾਰਾ ਵੀ ਨਹੀਂ ਹੈ ਇਸ ਚੀਜ਼ ਦਾ ਕਿ ਜਲਦੀ ਤੋਂ ਜਲਦੀ ਆਪਾਂ ਅਗਰ ਇੰਟਰਵੈਂਸ਼ਨ ਕਰੀਏ, ਥੈਰੇਪੀ ਸਟਾਰਟ ਕਰੀਏ, ਮੈਡੀਸਿਨ ਜੋ ਵੀ ਹਲਕੀ ਫੁਲਕੀ ਸਟਾਰਟ ਕਰੀਏ, ਸਿਚੁਏਸ਼ਨ ਨੂੰ ਬਦਲਣ ਦੀ ਕੋਸ਼ਿਸ਼ ਕਰੀਏ। ਡਾਕਟਰ ਸਾਹਿਬ, ਗੱਲ ਕੀਤੀ ਹੈ ਅਸੀਂ ਔਟਿਜ਼ਮ ਦੀ, ਔਰ ਬਹੁਤ ਸਾਰੇ ਬੱਚੇ ਅੱਜ ਕੱਲ੍ਹ ਹਰ ਕਿਸੇ ਦੇ ਹੱਥ ਦੇ ਵਿੱਚ ਮੋਬਾਈਲ ਹੈ, ਟੈਕਨੋਲੋਜੀ ਦੇ ਜ਼ਮਾਨੇ ਦੇ ਵਿੱਚ ਅਸੀਂ ਰਹਿ ਰਹੇ ਹਾਂ, ਔਰ ਬੱਚਿਆਂ ਦਾ ਜਿਹੜਾ ਸਕਰੀਨ ਟਾਈਮਿੰਗ ਹੈ ਉਹ ਬਹੁਤ ਜ਼ਿਆਦਾ ਹੈ। ਕੀ ਕਹਿਣਾ ਚਾਹੋਗੇ? ਇਹ ਇੱਕ ਨਵੀਂ ਟਾਈਪ ਦੀ ਬਿਮਾਰੀ, ਇੱਕ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਇੱਕ ਨਵਾਂ ਐਪੀਡੈਮਿਕ ਸਟਾਰਟ ਹੋ ਗਿਆ ਕਿ ਬੱਚਿਆਂ ਦਾ ਸਕਰੀਨ ਟਾਈਮ ਬਹੁਤ ਜ਼ਿਆਦਾ ਹੋ ਗਿਆ। ਉਹਨਾਂ ਦਾ ਟੀਵੀ ਦੇਖਣਾ, ਮੋਬਾਈਲ ਦੇਖਣਾ, ਕਈ ਬੱਚੇ ਮੋਬਾਈਲ ਦੇਖੇ ਬਿਨਾਂ ਖਾਣਾ ਹੀ ਨਹੀਂ ਖਾਂਦੇ, ਮਾਂ ਬਾਪ ਨੂੰ ਜ਼ਬਰਦਸਤੀ ਮੋਬਾਈਲ ਦਿਖਾਉਣਾ ਪੈਂਦਾ। ਸੋ ਇਹਨਾਂ ਨਾਲ ਕਾਫੀ ਬਿਮਾਰੀਆਂ ਸਟਾਰਟ ਹੋ ਗਈਆਂ। ਇੱਕ ਤਾਂ ਬੱਚੇ ਦਾ ਫੋਕਸ ਨਹੀਂ ਰਹਿੰਦਾ, ਉਹ ਫਟਾਫਟ ਰੀਲਸ ਨੂੰ ਚੇਂਜ ਕਰ ਰਿਹਾ, ਇੱਕ ਚੀਜ਼ 'ਤੇ ਉਸਦਾ ਧਿਆਨ ਨਹੀਂ ਰਹਿੰਦਾ। ਦੂਸਰੀ ਚੀਜ਼ ਕਿ ਉਸਦੀ ਜੋ ਸਪੀਚ ਹੈ ਉਹ ਬਹੁਤ ਲੇਟ ਡਿਵੈਲਪ ਹੋਣ ਲੱਗ ਗਈ। ਬੱਚੇ ਕਈ ਵਾਰੀ 4-4 ਸਾਲ ਤੱਕ ਬੋਲਣਾ ਹੀ ਨਹੀਂ ਸਟਾਰਟ ਕਰਦੇ। ਉਹ ਔਟਿਜ਼ਮ ਵੀ ਨਹੀਂ ਹੈ, ਲੇਕਿਨ ਉਹ ਫਿਰ ਵੀ ਨਹੀਂ ਬੋਲ ਰਹੇ, ਸਪੀਚ ਡਿਲੇ ਹੋਣਾ ਸਟਾਰਟ ਹੋ ਗਿਆ। ਬਿਕੋਜ਼ ਮੋਬਾਈਲ ਫੋਨ ਇੱਕ ਵਨ ਵੇ ਕਮਿਊਨੀਕੇਸ਼ਨ ਹੈ। ਮੋਬਾਈਲ ਦੇ ਵਿੱਚ ਜੋ ਵੀ ਆ ਰਿਹਾ ਹੈ ਬਹੁਤ ਹੀ ਅਟਰੈਕਟਿਵ ਹੈ, ਲਾਈਟ ਐਂਡ ਸਾਊਂਡ ਸ਼ੋ ਚੱਲ ਰਿਹਾ ਹੈ। ਸੋ ਲੇਕਿਨ ਬੱਚੇ ਨੂੰ ਬੋਲਣ ਲਈ ਕੋਈ ਮੋਟੀਵੇਸ਼ਨ ਨਹੀਂ ਹੈ।
ਜਦ ਆਪਾਂ ਉਸ ਦੇ ਨਾਲ ਗੱਲ ਕਰਦੇ ਹਾਂ, ਜਦ ਉਹ ਤਾਂ ਆਪਾਂ ਉਸ ਨੂੰ ਉਕਸਾਉਂਦੇ ਹਾਂ ਕਿ ਮੰਮੀ ਬੋਲ, ਆਪਾਂ ਉਹ ਸਾਰੀ ਚੀਜ਼ਾਂ ਘੱਟ ਗਈਆਂ ਅਤੇ ਵਨ ਵੇ ਕਮਿਊਨੀਕੇਸ਼ਨ ਥਰੂ ਮੋਬਾਈਲ ਫੋਨ ਜਾਂ ਟੈਬ ਜਾਂ ਲੈਪਟਾਪ ਜਾਂ ਕੰਪਿਊਟਰ, TV ਉਹ ਸਟਾਰਟ ਹੋ ਗਿਆ। ਇਹਦੇ ਕਰਕੇ ਸਪੀਚ ਡਿਲੇ, ADHD, ਔਟਿਜ਼ਮ, ਇਹ ਸਾਰੀ ਚੀਜ਼ਾਂ ਇੰਕਰੀਜ਼ ਹੋਣ ਲੱਗ ਗਈਆਂ, ਵਧਣ ਲੱਗ ਗਈਆਂ। ਅਤੇ ਇਹਦੇ ਵਿੱਚ ਇਹੀ ਰਿਕਮੈਂਡੇਸ਼ਨ ਹੈ ਕਿ 2 ਸਾਲ ਤੱਕ ਤਾਂ ਬੱਚੇ ਨੂੰ ਪਤਾ ਵੀ ਨਹੀਂ ਹੋਣਾ ਚਾਹੀਦਾ ਕਿ ਕੋਈ ਮੋਬਾਈਲ ਨਾਮ ਦੀ ਚੀਜ਼ ਐਗਜ਼ਿਸਟ ਕਰਦੀ ਹੈ। ਦੇਰ ਸ਼ੁੱਡ ਬੀ 0 ਸਕਰੀਨ ਟਾਈਮ। ਅਤੇ 2 ਘੰਟੇ ਤੋਂ 2 ਸਾਲ ਤੋਂ ਬਾਅਦ ਦੀ ਉਮਰ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ 30 ਮਿੰਟਸ ਤੋਂ ਵੱਧ ਸਕਰੀਨ ਟਾਈਮ ਨਹੀਂ ਹੋਣਾ ਚਾਹੀਦਾ। ਅਸੀਂ ਇਹ ਰਿਕਮੈਂਡ ਕਰਦੇ ਹਾਂ ਕਿ ਅੱਧੇ ਘੰਟੇ ਤੋਂ ਵੱਧ ਸਕਰੀਨ ਟਾਈਮ ਨਹੀਂ ਹੋਣਾ ਚਾਹੀਦਾ, ਅਤੇ ਉਹ ਵੀ ਇੱਕ ਓਬਜ਼ਰਵਡ ਹੋਣਾ ਚਾਹੀਦਾ, ਅਟੈਂਡਡ ਹੋਣਾ ਚਾਹੀਦਾ ਕਿ ਉਹ ਕੀ ਦੇਖ ਰਿਹਾ ਜੀ, ਬੱਚਾ ਕੀ ਦੇਖ ਰਿਹਾ, ਕਿ ਉਹਦੇ ਲਈ ਉਹ ਮੀਨਿੰਗਫੁਲ ਹੈ, ਕਿ ਉਹਦੀ ਡਿਵੈਲਪਮੈਂਟ ਦੇ ਵਿੱਚ ਉਹ ਮਦਦ ਕਰੇਗੀ ਜਾਂ ਨਹੀਂ ਕਰੇਗੀ ਚੀਜ਼। ਜੀ, ਥੋੜ੍ਹਾ ਜਿਹਾ ਹੋਰ ਇਸ ਏਜ ਤੋਂ ਅਸੀਂ ਅੱਗੇ ਚਲੇ ਜਾਈਏ, 2 ਸਾਲ ਤੋਂ ਵੀ ਅੱਗੇ ਚਲੇ ਜਾਈਏ, ਕਿਉਂਕਿ ਅੱਜ ਅਸੀਂ ਟੈਕਨੋਲੋਜੀ ਦੇ ਜ਼ਮਾਨੇ ਦੇ ਵਿੱਚ ਰਹਿ ਰਹੇ ਹਾਂ ਔਰ ਹਰ ਹੱਥ ਦੇ ਵਿੱਚ ਮੋਬਾਈਲ ਹੈ, ਹਰ ਘਰ ਦੇ ਵਿੱਚ ਕੰਪਿਊਟਰ ਹੈ। ਬੱਚਿਆਂ ਦੀ ਜਿਹੜੀ ਆਊਟਡੋਰ ਗੇਮਿੰਗ ਹੈ ਉਹ ਬਿਲਕੁਲ ਘੱਟ ਗਈ ਹੈ। ਬੱਚੇ ਖੇਡ ਨਹੀਂ ਰਹੇ ਆ, ਗਰਾਊਂਡਸ ਦੇ ਵਿੱਚ ਨਹੀਂ ਜਾ ਰਹੇ ਆ, ਆ ਜਾ ਕੇ ਗੈਜਟਸ ਯੂਜ਼ ਕਰ ਰਹੇ ਆ। ਔਰ ਕਿਤੇ ਨਾ ਕਿਤੇ ਉਹਨਾਂ ਦੇ ਸੁਭਾਅ ਦੇ ਵਿੱਚ ਵੀ ਤਬਦੀਲੀ ਹੈ। ਜਦੋਂ ਅਕਸਰ ਪੇਰੈਂਟਸ ਨੂੰ ਦੇਖਿਆ ਜਾਂਦਾ ਹੈ ਕਿ ਉਹ ਮਨਾ ਕਰਦੇ ਆ ਅਤੇ ਉਹ ਬੱਚੇ ਬਹੁਤ ਜ਼ਿਆਦਾ ਅਗਰੈਸਿਵ ਹੋ ਜਾਂਦੇ ਆ ਜਾਂ ਚਿੜਚਿੜਾਪਨ ਆ ਜਾਂਦਾ ਹੈ, ਜਾਂ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਫੋਕਸ ਜਿਹੜਾ ਹੈ, ਫੋਕਸ ਨਹੀਂ ਬੱਚਿਆਂ ਦਾ ਰਹਿੰਦਾ, ਉਹ ਸਟੱਡੀ ਦੇ ਵਿੱਚ ਫੋਕਸ ਨਹੀਂ ਕਰ ਪਾਉਂਦੇ। ਇੱਕ ਮਤਲਬ ਆਦਤ ਬਣ ਜਾਂਦੀ ਹੈ, ਹੈਬਿਟ ਬਣ ਜਾਂਦੀ ਹੈ। ਕੀ ਕਹਿਣਾ ਚਾਹੋਗੇ? ਇਹ ਇਸ ਚੀਜ਼ ਦਾ ਜੋ ਵੀ ਤੁਸੀਂ ਕਹੇ ਦੂਸਰਾ ਪਰਸਪੈਕਟਿਵ ਹੈ, ਦੂਸਰੇ ਟਾਈਪ ਦੇ ਨੁਕਸਾਨ ਹੈ ਕਿ ਬੱਚੇ ਫਿਜ਼ੀਕਲ ਐਕਟੀਵਿਟੀ ਕਰਨਾ ਬੰਦ ਕਰ ਦਿੱਤਾ ਜਾਂ ਘਟਾਤਾ ਬੱਚਿਆਂ ਨੇ। ਉਹਦੇ ਕਰਕੇ ਵੇਟ ਇਸ਼ੂਜ਼, ਮੈਂਟਲ ਹੈਲਥ ਇਸ਼ੂਜ਼, ਪਿਊਬਰਟਲ ਇਸ਼ੂਜ਼, ਇਹ ਸਾਰੇ ਇਸ਼ੂਜ਼ ਬਹੁਤ ਜ਼ਿਆਦਾ ਆਉਣ ਲੱਗ ਗਏ ਹੈ ਫਿਜ਼ੀਕਲ ਐਕਟੀਵਿਟੀ ਘਟਾਉਣ ਦੇ ਨਾਲ। ਸੋ ਇਹ ਟਰਾਈ ਕੀਤਾ ਜਾਣਾ ਚਾਹੀਦਾ ਕਿ ਬੱਚਾ ਕੋਈ ਨਾ ਕੋਈ ਗੇਮ ਦੇ ਵਿੱਚ ਐਟਲੀਸਟ 1-1.5 ਘੰਟਾ ਉਹ ਸਪੈਂਡ ਕਰੇ, ਤਾਂ ਕਿ ਉਹਦੀ ਗ੍ਰੋਸ ਮੋਟਰ, ਫਾਈਨ ਮੋਟਰ ਸਕਿੱਲਸ ਹੋਰ ਬੈਟਰ ਹੋਣ, ਮੂਡ ਸਵਿੰਗਸ ਘੱਟ ਹੋਣ ਬੱਚੇ ਦੇ, ਇੰਟੈਲੀਜੈਂਸ ਇੰਕਰੀਜ਼ ਹੋਵੇ, ਉਸਦੀ ਵੇਟ ਵੀ ਕੰਟਰੋਲ ਦੇ ਵਿੱਚ ਰਹੇ। ਡਾਕਟਰ ਸਾਹਿਬ, ਗੱਲ ਕਰਦੇ ਹਾਂ ਸੀਜ਼ਨਲ ਜਿਹੜੀਆਂ ਬਿਮਾਰੀਆਂ ਨੇ, ਸੀਜ਼ਨਲ, ਕਿਉਂਕਿ ਸੀਜ਼ਨ ਜਦੋਂ ਚੇਂਜ ਹੁੰਦੇ ਹੈ, ਗਰਮੀ ਹੈ, ਸਰਦੀ ਹੈ, ਬਰਸਾਤ ਦਾ ਮੌਸਮ ਹੈ, ਔਰ ਅਕਸਰ ਅਸੀਂ ਆਪਣੇ ਘਰਾਂ ਦੇ ਵਿੱਚ ਵੀ ਇਹ ਗੱਲ ਸੁਣੀ ਹੈ ਕਿ ਜਦੋਂ ਅਸੀਂ ਬਿਲਕੁਲ ਛੋਟੇ ਬੱਚਿਆਂ ਦੀ ਗੱਲ ਕਰਦੇ ਹਾਂ ਕਿ ਛੋਟੇ ਬੱਚਿਆਂ ਦੀ ਪਹਿਲੀ ਸਰਦੀ ਜਿਹੜੀ ਹੈ ਜਾਂ ਪਹਿਲੀ ਗਰਮੀ ਹੈ ਉਹ ਬੜੀ ਨਾਜ਼ੁਕ ਹੁੰਦੀ ਹੈ ਜੀ, ਬੱਚੇ ਬਿਮਾਰ ਜ਼ਰੂਰ ਹੁੰਦੇ ਆ। ਇਹ ਮਿੱਥ ਹੈ ਕਿ ਵਾਕਈ? ਕਿਉਂਕਿ ਮੈਨੂੰ ਲੱਗਦਾ ਹੈ ਕਿ ਇਮਿਊਨਿਟੀ ਜਿਹੜੀ ਹੈ ਉਹ ਬੱਚਿਆਂ ਦੀ ਉਸ ਲੈਵਲ 'ਤੇ ਅਜੇ ਨਹੀਂ ਸਟਰੋਂਗ ਹੋਈ ਹੁੰਦੀ। ਕੀ ਕਹਿਣਾ ਚਾਹੋਗੇ? ਦੇਖੋ, ਆਪਣਾ ਕੰਟਰੀਜ਼ ਦੇ ਵਿੱਚ ਸੀਜ਼ਨਸ ਬਹੁਤ ਸਾਰੇ ਸੀਜ਼ਨਸ ਆਉਂਦੇ ਆ, ਗਰਮੀਆਂ, ਸਰਦੀਆਂ, ਫਿਰ ਪੋਸਟ ਮੌਨਸੂਨ। ਸੋ ਹਰ ਸੀਜ਼ਨ ਦੀ ਆਪਣੀ ਯੂਨੀਕ ਪ੍ਰੋਬਲਮਸ ਰਹਿੰਦੀਆਂ ਜਨਰਲੀ। ਜਿਵੇਂ ਕਿ ਵਿੰਟਰਸ ਦੇ ਵਿੱਚ ਜ਼ਿਆਦਾਤਰ ਦੇਖਿਆ ਗਿਆ ਕਿ ਬਰੀਦਿੰਗ ਪ੍ਰੋਬਲਮਸ, ਨਿਮੋਨੀਆ, ਕਾਮਨ ਕੋਲਡ, ਫਲੂ, ਇਹ ਜ਼ਿਆਦਾਤਰ ਦੇਖਿਆ ਗਿਆ। ਵਾਇਰਸਿਸ ਦੀ ਜਿਹੜੀ ਰੈਸਪੀਰੇਟਰੀ ਵਾਇਰਸਿਸ ਦੀ ਇਨਫੈਕਸ਼ਨ ਜ਼ਿਆਦਾ ਦੇਖੀ ਗਈ ਹੈ। ਐਵੇਂ ਗਰਮੀ ਦੇ ਸੀਜ਼ਨ ਦੇ ਵਿੱਚ ਇਹ ਦੇਖਿਆ ਗਿਆ ਕਿ ਹੈਪੇਟਾਈਟਿਸ, ਲੀਵਰ ਦੀ ਇਨਫੈਕਸ਼ਨ ਜੋ ਕਿ ਖਰਾਬ ਪਾਣੀ ਪੀਣ ਦੇ ਨਾਲ ਹੁੰਦੀ ਹੈ, ਜਾਂ ਫਿਰ ਪੇਟ ਦੀ ਦਿੱਕਤਾਂ ਜ਼ਿਆਦਾ, ਪਤਲੇ ਦਸਤ ਲੱਗਣਾ, ਉਲਟੀਆਂ ਲੱਗਣੀਆਂ, ਇਹ ਸਾਰਾ ਕਾਮਨਲੀ ਦੇਖਿਆ ਗਿਆ। ਐਵੇਂ ਹੀ ਬਾਰਿਸ਼ਾਂ ਦੇ ਸੀਜ਼ਨ ਤੋਂ ਬਾਅਦ ਡੇਂਗੂ, ਮਲੇਰੀਆ, ਇਹ ਜ਼ਿਆਦਾ ਇੱਕਦਮ ਕੇਸਿਸ ਆਉਣ ਲੱਗ ਜਾਂਦੇ ਆ। ਐਵੇਂ ਹੀ ਪਤਝੜ ਦੇ ਮੌਸਮ ਦੇ ਵਿੱਚ ਜਾਂ ਫਿਰ ਵਿਸਾਖੀ ਦੇ ਨੇੜੇ ਤੇੜੇ ਇਹ ਦੇਖਿਆ ਗਿਆ ਕਿ ਅਸਥਮਾ ਜ਼ਿਆਦਾ ਵਧਣਾ ਸ਼ੁਰੂ ਹੋ ਜਾਂਦਾ। ਸੋ ਇਹ ਜਿਹੜੀਆਂ ਬਿਮਾਰੀਆਂ ਦੇ ਤੁਸੀਂ ਨਾਮ ਲਏ ਹੈਗੇ ਆ, ਸੀਜ਼ਨਲ ਫਲੂ ਜਿੰਨੇ ਵੀ ਹੈਗੇ ਆ, ਗੱਲ ਕਰਦੇ ਹਾਂ ਅਸਥਮਾ ਦੀ, ਦਮਾ ਦੀ, ਕਿ ਕਿਸ ਤਰ੍ਹਾਂ ਦੇ ਸਿੰਪਟਮਸ ਹੁੰਦੇ ਨੇ ਬੱਚੇ ਦੇ ਵਿੱਚ? ਸੋ ਅਸਥਮਾ ਇੱਕ ਤਰ੍ਹਾਂ ਇਹ ਮੰਨ ਲਓ ਕਿ ਜੋ ਵੀ ਆਪਣੇ ਸਾਹ ਲੈਣ ਦੀ ਨਲੀਆਂ ਹੈ, ਇੱਕ ਤਾਂ ਹੋ ਗਿਆ ਕਿ ਇਹ ਆਪਣਾ ਸਾਰਾ ਰਸਤਾ ਹੈ ਸਾਹ ਲੈਣ ਦਾ, ਨੱਕ ਤੋਂ ਲੈ ਕੇ ਨੀਚੇ ਫੇਫੜੇ ਤੱਕ, ਅਤੇ ਫਿਰ ਫੇਫੜੇ ਆਉਂਦੇ ਆ। ਤਾਂ ਇਸ ਰਸਤੇ ਦੇ ਥਰੂ ਹਵਾ ਜਾਂਦੀ ਹੈ ਜਾਂ ਆਕਸੀਜਨ ਜਾਂਦੀ ਹੈ, ਜੋ ਕਿ ਲੰਗਸ ਦੇ ਵਿੱਚ ਜਾਂਦੀ ਹੈ, ਅਤੇ ਲੰਗਸ ਤੋਂ ਕਾਰਬਨ ਡਾਈਆਕਸਾਈਡ ਲੈ ਕੇ ਬਾਹਰ ਆਉਂਦੀ ਹੈ। ਸੋ ਇਹਦੇ ਵਿੱਚ ਕੀ ਹੁੰਦਾ ਹੈ ਕਿ ਇਹ ਸਾਹ ਲੈਣ ਦਾ ਰਸਤਾ ਇਹ ਮੰਨ ਲਓ ਕਿ ਸਵੈਲਿੰਗ ਆ ਜਾਂਦੀ ਹੈ, ਸੂਜਨ ਆ ਜਾਂਦੀ ਹੈ, ਜਿਸ ਕਰਕੇ ਇਹ ਰਸਤਾ ਨੈਰੋ ਹੋ ਜਾਂਦਾ, ਸੰਘਣਾ ਹੋ ਜਾਂਦਾ, ਜਿਸ ਕਰਕੇ ਹਵਾ ਅੰਦਰ ਜਾਣੀ ਅਤੇ ਬਾਹਰ ਆਉਣੀ। ਇਹਦੇ ਵਿੱਚ ਬੱਚੇ ਨੂੰ ਦਿੱਕਤ ਆਉਣ ਲੱਗ ਜਾਂਦੀ ਹੈ, ਵੀਜ਼ਿੰਗ ਦੀ ਸਾਊਂਡ ਆਉਂਦੀ ਹੈ, ਸੀਟੀ ਜੈਸੀ ਆਵਾਜ਼ ਆਉਂਦੀ ਹੈ, ਖਾਂਸੀ ਆਉਂਦੀ ਹੈ, ਦਮ ਘੁੱਟਣ ਲੱਗ ਜਾਂਦਾ ਹੈ ਬੱਚੇ ਦਾ। ਸੋ ਇਸ ਨੂੰ ਅਸਥਮਾ ਕਹਿੰਦੇ ਹਾਂ। ਸੋ ਇਹਦੇ 2 ਟ੍ਰਿਗਰਸ ਹੋ ਸਕਦੇ ਹਨ, 2 ਤਰ੍ਹਾਂ ਦੇ ਟ੍ਰਿਗਰਸ ਹੋ ਸਕਦੇ ਹਨ। ਇੱਕ ਤਾਂ ਹੋ ਗਿਆ ਕਿ ਕੋਈ ਇਨਫੈਕਸ਼ਨ ਹੋ ਗਈ, ਵਾਇਰਸ ਦੀ ਇਨਫੈਕਸ਼ਨ ਹੋ ਗਈ, ਉਸ ਕਰਕੇ ਇਹ ਟ੍ਰਿਗਰ ਹੋ ਗਿਆ।
दूसरा ट्रिगर है एलर्जी हो सकती है कि किसी भी चीज़ तो एलर्जी, ਜਾਣੀ ਕਿ ਇਹ ਮੰਨ ਲਓ ਕਿ ਧੂਲ ਮਿੱਟੀ ਕਈ ਵਾਰੀ ਘਰ ਦੇ ਵਿੱਚ ਏਸੀ ਲੱਗੇ ਹੁੰਦੇ ਆ ਤਾਂ ਉਹ ਆਪਾਂ ਕਲੀਨ ਨਹੀਂ ਕਰਦੇ ਤਾਂ ਉਹ ਫੰਗਸ ਇੱਕ ਟ੍ਰਿਗਰ ਹੋ ਸਕਦਾ ਹੈ। ਫਿਰ ਪੋਲਨ ਗ੍ਰੇਨਸ, ਦੈਨ ਫਲਾਵਰਿੰਗ ਸੀਜ਼ਨ ਦੇ ਵਿੱਚ ਪੋਲਨ ਗ੍ਰੇਨਸ ਇੱਕ ਤਾਂ ਟ੍ਰਿਗਰ ਹੋ ਸਕਦੇ ਹੈ। ਫਸਲ ਕਟਾਈ ਦੇ ਵਿੱਚ ਜਦੋਂ ਫਸਲ ਕੱਟਦੀ ਹੈ ਉਸ ਟਾਈਮ 'ਤੇ ਵੀ ਇਹ ਟ੍ਰਿਗਰ ਹੋ ਸਕਦਾ। ਸੋ ਇਹਦੇ ਟ੍ਰਿਗਰਸ ਹੁੰਦੇ ਆ। ਇਹ ਸਾਰੇ ਬੱਚਿਆਂ ਦੇ ਵਿੱਚ ਨਹੀਂ ਹੁੰਦਾ, ਕੁਛ ਸਪੈਸੀਫਿਕ ਮਤਲਬ ਬੱਚੇ ਜਿਨ੍ਹਾਂ ਨੂੰ ਇਹ ਪ੍ਰੋਬਲਮ ਹੈ, ਇਸ ਦਾ ਕਾਰਨ ਆਪਾਂ ਨੂੰ ਨਹੀਂ ਪਤਾ ਕਿ ਇਹ ਕਿਉਂ ਹੁੰਦਾ ਹੈ। ਕਈ ਫੈਕਟਰਸ ਹੋ ਸਕਦੇ ਹੈ, ਜੈਨੇਟਿਕ ਫੈਕਟਰ ਹੋ ਸਕਦਾ ਹੈ, ਇਨਵਾਇਰਮੈਂਟਲ ਫੈਕਟਰ ਹੋ ਸਕਦਾ ਹੈ। ਸੋ ਇਹ ਫੈਕਟਰਸ ਹੋ ਸਕਦੇ ਹੈ ਤਾਂ ਇਹ ਕਹਿਣਾ ਮੁਸ਼ਕਿਲ ਹੈ ਕਿ ਇਹ ਕਿਉਂ ਹੁੰਦਾ ਹੈ। ਅਤੇ ਲੇਕਿਨ ਜਦੋਂ ਵੀ ਹੋਵੇ ਇਸਦਾ ਟਰੀਟਮੈਂਟ ਪੋਸੀਬਲ ਹੈ, ਆਪਾਂ ਇਸ ਨੂੰ ਕੰਟਰੋਲ ਕਰ ਸਕਦੇ ਹਾਂ ਅਤੇ ਹੌਲੀ ਹੌਲੀ ਉਮਰ ਦੇ ਨਾਲ ਕਈ ਬੱਚੇ ਪੂਰੀ ਤਰ੍ਹਾਂ ਵੀ ਕਿਉਰ ਹੋ ਜਾਂਦੇ ਆ। ਡਾਕਟਰ ਸਾਹਿਬ ਗੱਲ ਕਰਦੇ ਹਾਂ ਕਿ ਅੱਜ ਕੱਲ੍ਹ ਬੱਚਿਆਂ ਦੇ ਵਿੱਚ ਵੀ ਡਾਇਬਟੀਜ਼ ਜਿਹੜੀ ਹੈ ਬਹੁਤ ਜ਼ਿਆਦਾ ਵੇਖਣ ਨੂੰ ਮਿਲਦੀ ਹੈ। ਬਹੁਤ ਸਾਰੇ ਕੇਸਿਸ ਜਿਹੜੇ ਨੇ ਕਿ ਬੱਚੇ ਵੀ ਇਸ ਨਾਮੁਰਾਦ ਬਿਮਾਰੀ ਦੇ ਸ਼ਿਕਾਰ ਹੋ ਰਹੇ ਨੇ। ਕੀ ਲਾਈਫ ਸਟਾਈਲ ਚੇਂਜ ਕਰਨ ਦੀ ਜ਼ਰੂਰਤ ਹੈ? ਸ਼ੂਗਰ ਘਟਣਾ ਇੰਨਾ ਮੇਨ ਨਹੀਂ ਹੈ, ਲੇਕਿਨ ਅੱਜ ਕੱਲ੍ਹ ਟਾਈਪ 1 ਡਾਇਬਟੀਜ਼ ਬੱਚਿਆਂ ਦੇ ਵਿੱਚ, ਸ਼ੂਗਰ ਦੀ ਬਿਮਾਰੀ ਡਾਇਬਟੀਜ਼ ਵੀ ਅੱਜ ਕੱਲ੍ਹ ਕਾਮਨਲੀ ਆਪਾਂ ਦੇਖਣ ਲੱਗ ਗਏ ਹਾਂ ਕਿ 10-15 ਸਾਲ ਦੀ ਉਮਰ 'ਚ ਜਾਂ ਫਿਰ ਈਵਨ ਯੰਗਰ ਏਜ 1-2 ਸਾਲ ਦੀ ਉਮਰ ਤੋਂ ਵੀ ਕਈ ਵਾਰੀ ਬੱਚਿਆਂ ਨੂੰ ਡਾਇਬਟੀਜ਼ ਸਟਾਰਟ ਹੋ ਜਾਂਦੀ ਹੈ। ਟਾਈਪ 1 ਡਾਇਬਟੀਜ਼ ਹੈ ਜਿਹੜੀ ਬੜਿਆਂ ਦੇ ਵਿੱਚ ਹੁੰਦੀ ਹੈ 45 ਸਾਲ ਤੋਂ ਬਾਅਦ ਜਾਂ 50 ਸਾਲ ਤੋਂ ਬਾਅਦ। ਤਾਂ ਉਹਦੇ ਵਿੱਚ ਕੀ ਹੁੰਦਾ ਕਿ ਇਨਸੂਲਿਨ ਬਣਦੀ ਤਾਂ ਹੈ ਲੇਕਿਨ ਉਹਦੀ ਰੈਜ਼ਿਸਟੈਂਸ ਹੋ ਜਾਂਦੀ ਹੈ, ਮਤਲਬ ਉਹ ਕੰਮ ਨਹੀਂ ਕਰ ਪਾਉਂਦੀ। ਲੇਕਿਨ ਜਿਹੜੀ ਇਹ ਬੱਚਿਆਂ ਦੀ ਡਾਇਬਟੀਜ਼ ਹੈ ਟਾਈਪ 1 ਡਾਇਬਟੀਜ਼, ਇਹਦੇ ਵਿੱਚ ਪੈਂਕਰੀਆ ਜਿਹੜੇ ਇਨਸੂਲਿਨ ਬਣਾਉਂਦੇ ਹੈ ਉਹਨਾਂ ਦੇ ਵਿੱਚ ਹੀ ਡਿਫੈਕਟ ਹੈ। ਸੋ ਉਹ ਇਨਸੂਲਿਨ ਬਣਦਾ ਹੀ ਨਹੀਂ ਹੈ ਤਾਂ ਉਸਨੂੰ ਟਾਈਪ 1 ਡਾਇਬਟੀਜ਼ ਕਹਿੰਦੇ ਆ। ਅਤੇ ਇਸ ਦਾ ਇਲਾਜ ਸਿਰਫ ਇਹੀ ਹੁੰਦਾ ਕਿ ਆਪਾਂ ਇਨਸੂਲਿਨ ਦੇ ਇੰਜੈਕਸ਼ਨ ਲਗਾਈਏ, ਕੋਈ ਗੋਲੀ ਇਸ ਦੇ ਵਿੱਚ ਕੰਮ ਨਹੀਂ ਕਰਦੀ। ਕੋਈ ਵੀ ਇਨਸੂਲਿਨ ਐਸੀ ਨਹੀਂ ਹੈ ਕਿ ਜਿਹੜੀ ਆਪਾਂ ਗੋਲੀ ਦੇ ਰਾਹੀਂ ਦੇ ਸਕੀਏ, ਤਾਂ ਇਹਦੇ ਵਿੱਚ ਇੰਜੈਕਸ਼ਨ ਦੇਣਾ ਜ਼ਰੂਰੀ ਹੋ ਜਾਂਦਾ। ਅੱਜ ਕੱਲ੍ਹ ਇਹ ਬਹੁਤ ਕਾਮਨ ਹੈ ਜੀ। ਅਤੇ ਇਹ ਜੇ ਅਨਡਿਟੈਕਟਡ ਰਹੇ ਜਾਂ ਫਿਰ ਜਿਵੇਂ ਆਪਾਂ ਗੱਲ ਕੀਤੀ ਕਿ ਪੇਰੈਂਟਸ ਡਿਨਾਇਲ ਦੇ ਵਿੱਚ ਰਹਿਣ ਕਿ ਨਹੀਂ ਸਾਡੇ ਬੱਚੇ ਨੂੰ ਸ਼ੂਗਰ ਕਿਵੇਂ ਹੋ ਗਈ, ਸਾਡੇ ਤਾਂ ਕਿਸੇ ਪਰਿਵਾਰ 'ਚ ਕਿਸੇ ਨੂੰ ਵੀ ਨਹੀਂ ਹੈ, ਜਾਂ ਫਿਰ ਅਸੀਂ ਤਾਂ ਕਦੀ ਸੁਣਿਆ ਹੀ ਨਹੀਂ ਕਿ ਜੀ ਬਿਲਕੁਲ ਕਿ ਬੱਚਿਆਂ ਨੂੰ ਡਾਇਬਟੀਜ਼ ਵੀ ਹੋ ਸਕਦੀ ਹੈ। ਕਈ ਵਾਰੀ ਇਹ ਸੀਰੀਅਸ ਹੋ ਜਾਂਦੀ ਹੈ, ਕਈ ਵਾਰੀ ਬੱਚੇ ਡਾਇਬਟਿਕ ਕੋਮਾ ਦੇ ਵਿੱਚ ਚਲੇ ਜਾਂਦੇ ਆ। ਇਹ ਬਹੁਤ ਕਾਮਨ ਹੈ ਡਾਇਬਟਿਕ ਕੋਮਾ ਦੇ ਵਿੱਚ ਆਉਣਾ, ਉਹ ਇੱਕ ਜਾਨਲੇਵਾ ਪ੍ਰੋਬਲਮ ਬਣ ਜਾਂਦੀ ਹੈ। ਫਿਰ ਲੌਂਗ ਸਟੈਂਡਿੰਗ ਡਾਇਬਟੀਜ਼ ਰਹੇ, ਫਿਰ ਉਹਦੇ ਕਾਰਨ ਬੱਚੇ ਨੂੰ ਇਨਫੈਕਸ਼ਨਸ, ਇਮਿਊਨਿਟੀ ਘੱਟ ਜਾਂਦੀ ਹੈ ਬੱਚੇ ਦੀ, ਫੰਗਲ ਇਨਫੈਕਸ਼ਨਸ ਹੋਣ ਦਾ ਰਿਸਕ ਹੋ ਜਾਂਦਾ ਹੈ। ਫਿਰ ਇਸ ਤੋਂ ਇਲਾਵਾ ਜੋ ਬਾਕੀ ਬਜ਼ੁਰਗਾਂ ਦੇ ਵਿੱਚ ਹੈ, ਬੜਿਆਂ ਦੇ ਵਿੱਚ ਡਾਇਬਟੀਜ਼ ਦੇ ਨੁਕਸਾਨ ਹੁੰਦੇ ਆ ਜਿਵੇਂ ਕਿ ਅੱਖਾਂ 'ਤੇ, ਹਾਰਟ 'ਤੇ, ਲਿਵਰ 'ਤੇ, ਕਿਡਨੀ 'ਤੇ, ਉਹ ਤਾਂ ਬੱਚਿਆਂ ਦੇ ਵਿੱਚ ਵੀ ਫਿਰ ਹੋਏਗਾ ਹੀ। ਡਾਕਟਰ ਸਾਹਿਬ ਜਦੋਂ ਅਸੀਂ ਸੀਜ਼ਨਲ ਡਿਜ਼ੀਜ਼ ਦੀ ਗੱਲ ਕਰਦੇ ਹਾਂ ਤਾਂ ਡੇਂਗੂ ਦੇ ਬਾਰੇ 'ਚ ਤੁਸੀਂ ਕੀ ਕਹਿਣਾ ਚਾਹੋਗੇ? ਕਿਉਂਕਿ ਇੱਕ ਨੋਰਮਲ ਬੱਚਿਆਂ ਨੂੰ ਫੀਵਰ ਹੁੰਦਾ ਹੈ, ਡੇਂਗੂ ਹੁੰਦਾ ਹੈ, ਉਹ ਤੁਸੀਂ ਕਿੰਨੀ ਦੇਰ ਤੱਕ ਜਿਹੜਾ ਫੀਵਰ ਹੈ ਬੱਚੇ ਨੂੰ ਨਹੀਂ ਹਟਦਾ ਤਾਂ ਅਸੀਂ ਕਦੋਂ ਟੈਸਟ ਦੇ ਲਈ ਜਾਣਾ ਹੈ? ਉਹ ਡੇਂਗੂ ਇਹ ਜਨਰਲੀ ਦੇਖਿਆ ਜਾਂਦਾ ਹੈ ਕਿ ਬਾਰਿਸ਼ਾਂ ਦੇ ਸੀਜ਼ਨ ਜਾਂ ਬਾਰਿਸ਼ਾਂ ਦੇ ਸੀਜ਼ਨ ਤੋਂ ਇਮੀਡੀਏਟਲੀ ਬਾਅਦ ਇਹ ਸਟਾਰਟ ਹੋ ਜਾਂਦਾ ਹੈ। ਇਹ ਮੱਛਰ ਦੇ ਕੱਟਣ ਦੇ ਨਾਲ ਹੁੰਦਾ ਹੈ। ਅਗਰ ਘਰ ਦੇ ਨੇੜੇ ਜਾਂ ਕਿਤੇ ਵੀ ਪਾਣੀ ਖੜਾ ਹੋਵੇ ਉੱਥੇ ਮੱਛਰ, ਡੇਂਗੂ ਵਾਲਾ ਮੱਛਰ ਪਨਪਦਾ ਹੈ, ਉਹ ਗਰੋ ਕਰਦਾ ਹੈ ਅਤੇ ਉਸਦੇ ਕੱਟਣ ਦੇ ਨਾਲ ਇਹ ਡੇਂਗੂ ਦੀ ਬਿਮਾਰੀ ਹੋ ਸਕਦੀ ਹੈ। ਇਹਦੇ ਸਿੰਪਟਮ ਜਨਰਲੀ ਇਹ ਰਹਿੰਦੇ ਕਿ ਬਹੁਤ ਤੇਜ਼ ਬੁਖਾਰ ਆਉਣਾ, ਪੇਟ ਦਰਦ ਹੋਣਾ, ਉਲਟੀਆਂ ਹੋਣਾ, ਸਰੀਰ 'ਤੇ ਜੇ ਲਾਲ ਲਾਲ ਧੱਬੇ ਜਾਂ ਨੀਲੇ ਨੀਲੇ ਧੱਬੇ ਹੋਣੇ, ਕਿਤੋਂ ਦੀ ਬਲੀਡਿੰਗ ਹੋਣੀ। ਫਿਰ ਅਗਰ ਕੋਈ ਟੈਸਟ ਕਰਾਏ ਤਾਂ ਦੇਖਿਆ ਜਾਏ ਕਿ ਇਸੇ ਪਲੇਟਲੇਟ ਬਹੁਤ ਘੱਟ ਗਏ ਨੇ ਤਾਂ ਡੇਂਗੂ ਦਾ ਫਿਰ ਟੈਸਟ ਕੀਤਾ ਜਾਂਦਾ ਹੈ। ਅਗਰ ਉਹਦਾ ਇਲਾਜ ਕੀਤਾ ਜਾਂਦਾ। ਹਾਂਜੀ ਡਾਕਟਰ ਸਾਹਿਬ, ਡੇਂਗੂ ਦੇ ਨਾਲ ਸੰਬੰਧਿਤ ਹੀ ਜਿਹੜੇ ਮਿਥ ਨੇ ਉਹ ਬਸਟ ਕਰਨਾ ਚਾਹਾਂਗੇ। ਕਈ ਲੋਕ ਜਿਹੜੇ ਨੇ ਗੋਟ ਮਿਲਕ ਜਾਂ ਪਪਾਇਆ ਐਕਸਟ੍ਰੈਕਟਸ ਜਿਹੜੇ ਨੇ ਕਹਿੰਦੇ ਨੇ ਕਿ ਇਹਦੇ ਨਾਲ ਜਿਹੜੇ ਪਲੇਟਲੈਟ ਕਾਊਂਟ ਹੈਗੇ ਆ ਉਹ ਇਨਕਰੀਜ਼ ਹੋ ਜਾਂਦੇ ਆ, ਔਰ ਕਿੱਥੋਂ ਤੱਕ ਸਹੀ ਹੈ? ਬਹੁਤ ਹੀ ਵਾਜਿਬ ਕੁਐਸਚਨ ਹੈ ਬਿਕੋਜ਼ ਇਹ ਜਿੰਨੀ ਪੁਰਾਣੀ ਬਿਮਾਰੀ ਹੈ ਉਨੇ ਹੀ ਜ਼ਿਆਦਾ ਇਸ ਦੇ ਨਾਲ ਮਿਥਸ ਜੁੜੇ ਹੋਏ ਹੈ। ਤਾਂ ਇਹਦੇ ਵਿੱਚ ਦੇਖਿਆ ਗਿਆ ਕਿ ਬੱਕਰੀ ਦਾ ਦੁੱਧ ਜਾਂ ਗੋਟ ਦੇ ਮਿਲਕ ਨਾਲ ਕੋਈ ਪਲੇਟਲੈਟਸ ਦੇ ਕਾਊਂਟ 'ਤੇ ਫਰਕ ਨਹੀਂ ਪੈਂਦਾ। ਪਪਾਇਆ ਐਕਸਟ੍ਰੈਕਟ ਨਾਲ ਦੇਖਿਆ ਗਿਆ ਹੈ ਕਿ ਕੁਝ ਸਟੱਡੀਜ਼ ਦੇ ਵਿੱਚ ਉਹ ਵੀ ਪੱਕਾ ਐਵੀਡੈਂਸ ਨਹੀਂ ਮਿਲਿਆ ਕਿ ਉਹਦੇ ਨਾਲ ਪਲੇਟਲੈਟਸ ਇੰਕਰੀਜ਼ ਹੁੰਦੇ ਆ ਜਾਂ ਨਹੀਂ ਹੁੰਦੇ। ਇਹ ਗੱਲ ਆਪਾਂ ਅਗਰ ਸਾਈਡ 'ਤੇ ਰੱਖ ਦਈਏ ਤਾਂ ਇਸ ਦੇ ਵਿੱਚ ਇਹ ਜਾਣਨਾ ਜ਼ਰੂਰੀ ਹੈ ਆਮ ਪਬਲਿਕ ਨੂੰ ਕਿ ਪਲੇਟਲੈਟਸ ਦੀ ਜ਼ਿਆਦਾ ਮਹੱਤਤਾ ਨਹੀਂ ਹੈ ਇਹਦੇ ਵਿੱਚ ਪ੍ਰੋਬਲਮ ਇਹ ਹੈ ਕਿ ਜਿਹੜੀ ਆਪਣੀ ਬਲੱਡ ਵੈਸਲਸ ਹੈ ਜਿਨ੍ਹਾਂ ਦੇ ਵਿੱਚ ਇਹ ਨਾੜੀਆਂ ਜਿਨ੍ਹਾਂ ਵਿੱਚ ਖੂਨ ਚੱਲ ਰਿਹਾ ਉਹ ਲੀਕੀ ਹੋ ਜਾਂਦੀਆਂ, ਮਤਲਬ ਉਹਨਾਂ ਦੇ ਵਿੱਚੋਂ ਪਾਣੀ ਬਾਹਰ ਨਿਕਲਣਾ ਸ਼ੁਰੂ ਹੋ ਜਾਂਦਾ ਅਤੇ ਆਪਣਾ ਖੂਨ ਗਾੜਾ ਹੋ ਜਾਂਦਾ। ਇਸ ਕਰਕੇ ਇਹ ਡੇਂਗੂ ਦੀ ਬਿਮਾਰੀ ਹੁੰਦੀ ਹੈ।
ਸੋ ਇਹਦੇ ਵਿੱਚ ਉਸ ਟਾਈਮ 'ਤੇ ਜਿਹੜੇ ਕਿ 48 ਤੋਂ 72 ਘੰਟੇ ਜਿਨ੍ਹਾਂ ਦੇ ਵਿੱਚ ਇਹ ਆਪਣੀ ਬਲੱਡ ਵੈਸਲਸ ਜਿਹੜੀ ਕਿ ਲੀਕ ਕਰਨ ਲੱਗ ਜਾਂਦੀ ਹੈ ਸਰੀਰ ਦੇ ਅੰਦਰ ਹੀ, ਜੀ ਪਾਣੀ ਬਾਹਰ ਇਕੱਠਾ ਹੋਣ ਲੱਗ ਜਾਂਦਾ ਹੈ। ਤਾਂ ਉਸ ਪੀਰੀਅਡ ਦੇ ਵਿੱਚ ਕਿਉਂਕਿ ਉਹਨੂੰ ਖੂਨ ਗਾੜਾ ਹੋ ਗਿਆ ਅਤੇ ਖੂਨ ਦੀ ਮਾਤਰਾ ਵੀ ਘੱਟ ਗਈ ਬਿਕੋਜ਼ ਉਹਦੇ ਵਿੱਚੋਂ ਪਾਣੀ ਨਿਕਲ ਗਿਆ, ਤਾਂ ਉਸ ਟਾਈਮ 'ਤੇ ਹਾਈਡਰੇਸ਼ਨ ਮੇਨਟੇਨ ਕਰਨਾ ਅਤੇ ਅਗਰ ਜ਼ਿਆਦਾ ਸੀਰੀਅਸ ਸਿਚੁਏਸ਼ਨ ਹੈ ਤਾਂ ਉਸਨੂੰ ਡ੍ਰਿਪ ਲਗਵਾਉਣੀ ਹੈ, ਹੌਸਪੀਟਲ ਦੇ ਵਿੱਚ ਐਡਮਿਟ ਹੋਣਾ ਅਤੇ ਉਹਦਾ ਸਹੀ ਟਰੀਟਮੈਂਟ ਕਰਾਉਣਾ, ਇਹ ਇੰਪੋਰਟੈਂਟ ਹੈ ਰੈਦਰ ਦੈਨ ਇੱਕ ਪਲੇਟਲੈਟ 'ਤੇ ਧਿਆਨ ਦੇਣਾ। ਡਾਕਟਰ ਸਾਹਿਬ, ਕੁਝ ਬਿਮਾਰੀਆਂ ਤਾਂ ਸਾਨੂੰ ਲੱਗ ਜਾਂਦੀਆਂ, ਕੁਝ ਬਿਮਾਰੀਆਂ ਅਸੀਂ ਆਪ ਸਹੇੜ ਲੈਂਦੇ ਹਾਂ, ਲਾਈਕ ਮੋਟਾਪਾ, ਓਬੈਸਿਟੀ, ਕਿਉਂਕਿ ਫਿਰ ਉੱਥੇ ਹੀ ਲੈ ਕੇ ਗੱਲ ਆਉਂਦੀ ਹੈ ਕਿ ਟੈਕਨੋਲੋਜੀ ਦੇ ਜ਼ਮਾਨੇ 'ਚ ਰਹਿੰਦੇ ਹਾਂ, ਸਿਟਿੰਗ ਬਹੁਤ ਜ਼ਿਆਦਾ ਹੈ, ਬੱਚੇ ਸਾਡੇ ਲੈਪਟਾਪ, ਗੈਜਟਸ ਸਾਰਾ ਕੁਝ ਯੂਜ਼ ਕਰਦੇ ਨੇ ਔਰ ਨਾਲ ਦੇ ਨਾਲ ਅਦਰ ਸਾਈਡ ਫਾਸਟ ਫੂਡ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਲੈਂਦੇ ਨੇ। ਕੀ ਕਹਿਣਾ ਚਾਹੋਗੇ? ਤੁਸੀਂ ਦੇਖੋ ਕਿ ਜਦੋਂ ਅੰਗਰੇਜ਼ਾਂ ਨੇ ਦੇਸ਼ ਛੱਡਿਆ ਸੀ ਉਦੋਂ ਆਪਾਂ ਕੁਪੋਸ਼ਣ, ਡਿਫਰੈਂਟ ਟਾਈਪ ਆਫ ਕੁਪੋਸ਼ਣ ਸੀ ਕਿ ਆਪਾਂ ਬਹੁਤ ਜ਼ਿਆਦਾ ਪਤਲੇ ਸੀ, ਬਹੁਤ ਜ਼ਿਆਦਾ ਕਮਜ਼ੋਰ ਸੀ, ਪ੍ਰੋਟੀਨ ਦੀ ਮਾਤਰਾ ਆਪਣੇ ਫੂਡ ਦੇ ਵਿੱਚ ਘੱਟ ਸੀ। ਹੁਣ ਜਿਵੇਂ ਜਿਵੇਂ ਆਪਾਂ ਆਪਣੇ ਦੇਸ਼ 'ਚੋਂ ਗਰੀਬੀ ਦਾ ਲੈਵਲ ਘੱਟ ਰਿਹਾ ਅਤੇ ਜ਼ਿਆਦਾ ਮਿਡਲ ਕਲਾਸ ਇੰਕਰੀਜ਼ ਹੋ ਰਹੀ ਹੈ, ਤਾਂ ਇਹਦੇ ਵਿੱਚ ਦੇਖਿਆ ਗਿਆ ਕਿ ਓਬੈਸਿਟੀ ਵੀ ਨਾਲ ਦੀ ਨਾਲ ਇੰਕਰੀਜ਼ ਹੋ ਰਹੀ ਹੈ। ਇਹਦਾ ਕਾਰਨ ਆਪਾਂ ਡਿਸਕਸ ਕਰ ਚੁੱਕੇ ਹਾਂ। ਇੱਕ ਤਾਂ ਕਾਰਨ ਕਿ ਸਕਰੀਨ ਟਾਈਮ ਬੱਚਿਆਂ ਦਾ ਬਹੁਤ ਇੰਕਰੀਜ਼ ਹੋ ਗਿਆ ਹੈ, ਫਿਜ਼ੀਕਲ ਐਕਟੀਵਿਟੀ ਘੱਟ ਗਈ ਹੈ, ਬਾਹਰ ਦੇ ਫੂਡ ਦੀ ਕੰਜ਼ੰਪਸ਼ਨ ਬਹੁਤ ਜ਼ਿਆਦਾ ਵੱਧ ਗਈ ਹੈ, ਜ਼ਿਆਦਾ ਫੈਟ ਵਾਲਾ ਫੂਡ ਆਪਾਂ ਖਾਣ ਲੱਗ ਗਏ ਹਾਂ, ਪ੍ਰੋਟੀਨ ਦੀ ਮਾਤਰਾ ਆਪਣੇ ਫੂਡ ਦੇ ਵਿੱਚ ਘੱਟ ਗਈ ਹੈ, ਖਾਣੇ ਦੇ ਵਿੱਚ ਘੱਟ ਗਈ ਹੈ। ਸੋ ਇਹ ਮੈਂ ਕਹੂੰਗਾ ਕਿ ਸਿਰਫ ਬੱਚਿਆਂ ਦੀ ਹੀ ਪ੍ਰੋਬਲਮ ਨਹੀਂ ਹੈ, ਇਹ ਇੱਕ ਫੈਮਿਲੀ ਲੈਵਲ 'ਤੇ ਹੀ ਇਹ ਪ੍ਰੋਬਲਮ ਸੋਲਵ ਹੋਏਗੀ। ਅਗਰ ਇੱਕ ਫੈਮਿਲੀ ਦੇ ਵਿੱਚ ਅਗਰ ਪੇਰੈਂਟਸ ਸਪੋਜ਼ ਬਰਗਰ ਖਾ ਰਹੇ ਹੈ ਤਾਂ ਡੈਫੀਨੇਟਲੀ ਬੱਚਾ ਵੀ ਖਾਏਗਾ ਹੀ। ਸੋ ਇਹ ਪ੍ਰੋਬਲਮ ਸਿਰਫ ਬੱਚੇ ਦੇ ਲੈਵਲ 'ਤੇ ਨਹੀਂ ਆਪਾਂ ਸੋਲਵ ਕਰ ਸਕਦੇ, ਇਹ ਇੱਕ ਫੈਮਿਲੀ ਲੈਵਲ 'ਤੇ ਮੇਰੇ ਹਿਸਾਬ ਨਾਲ ਇਹ ਪ੍ਰੋਬਲਮ ਸੋਲਵ ਹੋਏਗੀ। ਡਾਕਟਰ ਸਾਹਿਬ, ਜਾਂਦੇ ਜਾਂਦੇ ਕਿਹੜੇ ਜਿਹੜੇ ਹੈਲਥ ਟਿਪਸ ਨੇ ਸਾਨੂੰ ਦੇ ਕੇ ਜਾਓਗੇ ਕਿ ਸਾਡੇ ਬੱਚਿਆਂ ਦੀ ਜਿਹੜੀ ਸਿਹਤ ਹੈ ਉਹ ਸਹੀ ਰਹੇ? ਅਤੇ ਹੁਣ ਅਗਰ ਆਪਾਂ ਇਸ ਨੂੰ ਆਪਣੀ ਟਾਕ ਨੂੰ ਸਮਰਾਈਜ਼ ਕਰੀਏ ਤਾਂ ਮੇਨਲੀ ਕਿ ਬੈਲੈਂਸਡ ਡਾਈਟ ਸਭ ਤੋਂ ਇੰਪੋਰਟੈਂਟ, ਕਿ ਆਪਣੀ ਡਾਈਟ ਦੇ ਵਿੱਚ ਫਰੂਟਸ, ਵੈਜੀਟੇਬਲਸ ਸਹੀ ਮਾਤਰਾ ਦੇ ਵਿੱਚ ਹੋਣ ਅਤੇ ਆਪਣਾ ਜੰਕ ਫੂਡ ਆਪਾਂ ਲਿਮਿਟ ਕਰੀਏ, 15 ਦਿਨ ਦੇ ਵਿੱਚ ਇੱਕ ਵਾਰ ਜਾਂ ਹਫਤੇ ਦੇ ਵਿੱਚ ਇੱਕ ਵਾਰ, ਉਸ ਤੋਂ ਵੱਧ ਨਾ ਹੋਵੇ। ਦੈਨ ਰੈਗੂਲਰ ਫਿਜ਼ੀਕਲ ਐਕਟੀਵਿਟੀ, ਇਹ ਬਹੁਤ ਇੰਪੋਰਟੈਂਟ ਹੈ। ਇਸ ਦੇ ਨਾਲ ਹਾਰਮੋਨਲ ਬੈਲੈਂਸਿਸ ਮੇਨਟੇਨ ਰਹੇਂਗੇ, ਵੇਟ ਕੰਟਰੋਲ ਰਹੇਗਾ, ਮੂਡ ਸਵਿੰਗਸ ਘੱਟ ਹੋਏਂਗੇ ਬੱਚੇ ਦੀਆਂ। ਦੈਨ ਸਕਰੀਨ ਟਾਈਮ ਆਪਾਂ ਲਿਮਿਟ ਕਰੀਏ, ਇਹਦੇ ਨਾਲ ਬੱਚੇ ਦੇ ਇੰਟਲੈਕਚੁਅਲ ਡਿਵੈਲਪਮੈਂਟ ਅੱਛੀ ਤਰ੍ਹਾਂ ਹੋਏਗੀ, ਔਟਿਜ਼ਮ, ADHD, ਸਪੀਚ ਡਿਲੇ, ਇਹ ਵਾਲੀ ਪ੍ਰੋਬਲਮਸ ਤੋਂ ਬਚਾਅ ਰਹੇਗਾ, ਓਬੈਸਿਟੀ ਘਟੇਗੀ। ਦੈਨ ਪ੍ਰੋਪਰ ਵੈਕਸੀਨੇਸ਼ਨ, ਜੋ ਵੈਕਸੀਨੇਸ਼ਨਸ ਬਣੀ ਹੈ, ਅਗਰ ਆਪਾਂ ਨਹੀਂ ਵੀ ਅਫੋਰਡ ਕਰ ਸਕਦੇ ਤਾਂ ਗੌਰਮੈਂਟ ਬਹੁਤ ਸਾਰੀ ਬਿਮਾਰੀਆਂ ਲਈ ਵੈਕਸੀਨੇਟ ਕਰ ਰਹੀ ਹੈ। ਅਗਰ ਆਪਾਂ ਅਫੋਰਡ ਕਰ ਸਕਦੇ ਹਾਂ ਤਾਂ 5-6 ਬਿਮਾਰੀਆਂ ਹੋਰ ਹੈ ਜੋ ਕਿ ਪ੍ਰਾਈਵੇਟ ਦੇ ਵਿੱਚ ਉਹਨਾਂ ਦੀ ਵੈਕਸੀਨੇਸ਼ਨਸ ਅਵੇਲੇਬਲ ਹੈ। ਸੋ ਐਂਡ ਪ੍ਰੋਪਰ ਸਲੀਪ, ਕਿ ਇੱਕ ਨਿਊਬੋਰਨ ਨੂੰ ਸਪੋਜ਼ 16 ਤੋਂ 20 ਘੰਟੇ ਦੀ ਨੀਂਦ ਜ਼ਰੂਰੀ ਹੈ। ਉਸ ਤੋਂ ਬੜੇ ਬੱਚੇ ਨੂੰ 1 ਸਾਲ ਤੋਂ ਲੈ ਕੇ 10 ਸਾਲ ਤੱਕ ਦੇ ਬੱਚੇ ਨੂੰ ਜਾਂ 8 ਸਾਲ ਤੱਕ ਦੇ ਬੱਚੇ ਨੂੰ 8 ਤੋਂ 12 ਘੰਟੇ ਸੋਣਾ ਚਾਹੀਦਾ ਹੈ। ਤਾਂ ਪ੍ਰੋਪਰ ਸਲੀਪ, ਜਿਸ ਦੇ ਨਾਲ ਉਸਦੀ ਪ੍ਰੋਪਰ ਗਰੋਥ ਐਂਡ ਡਿਵੈਲਪਮੈਂਟ ਹੋਏਗੀ। ਸੋ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ। ਡਾਕਟਰ ਸਾਹਿਬ, ਤੁਸੀਂ ਸਾਡੇ ਸਟੂਡੀਓ 'ਚ ਆਏ, ਤੁਸੀਂ ਸਾਡੇ ਨਾਲ ਅਹਿਮ ਗੱਲਬਾਤ ਕੀਤੀ, ਸਾਡੀ ਜਾਣਕਾਰੀ ਦੇ ਵਿੱਚ ਇਜ਼ਾਫਾ ਕੀਤਾ, ਸਾਡੇ ਦਰਸ਼ਕਾਂ ਨੂੰ ਬਹੁਤ ਹੀ ਵਧੀਆ ਜਿਹੜੇ ਟਿਪਸ ਦਿੱਤੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਧੰਨਵਾਦ।